ग्रंथ लिख्यंते ता प्रसाद श्री मुखबाक पातशाही दसवीं दोहरा नमस्कार श्री खड़ग को करो सो हित चित लाए पूर्ण करो ग्रंथ है तुम मोह करो सहाय। नमस्कार श्री खड़ग को करो सो हित चित लाए। मैं श्री खड़ग नूं सर्वश्रेष्ठ खड़ग नूं सर्वश्रेष्ठ खड़ग नूं सर्व खड़ग ਹੁੰਦੀ ਹੈ ਅਸਲ ਦੇ ਵਿੱਚ ਜਿੱਥੇ ਤਾਂ ਲੜਾਈ ਹੈ ਦੁਨਿਆਵੀ ਜਿਹੜੀ ਸਰੀਰਕ ਲੜਾਈ ਹੈ ਤਲਵਾਰਾਂ ਤੀਰਾਂ ਦੀ ਲੜਾਈ ਹੈ ਜਿੱਥੇ ਖੂਨ ਨਿਕਲਦਾ ਜਿਵੇਂ ਰਾਜੇ ਲੜ ਦੁਨਿਆਵੀ ਲੜਾਈ ਹੈ ਉਹ ਖੜਗਤਾ ਹੁੰਦੀ ਹੈ ਲੋਹੇ ਦੀ। ਜਿੱਥੇ ਅਕਲ ਦੀ ਲੜਾਈ ਹੈ ਉੱਥੇ ਖੜਗ ਹੁੰਦੀ ਹੈ ਅਕਲ। ਜਿੱਥੇ ਗਿਆਨ ਚਰਚਾ ਦੀ ਲੜਾਈ ਹੈ ਨਾ ਗਿਆਨ ਸ਼ਬਦਿਕ ਜੰਗ ਹੈ ਸ਼ਬਦ ਬਾਣ ਲੱਗ ਜਿਵੇਂ ਕਹਿੰਦੇ ਨੇ ਸ਼ਬਦ ਬਾਣ ਚੱਲਦੇ ਨੇ ਉੱਥੇ ਜਿਹੜੀ ਅਕਲ ਹੁੰਦੀ ਹੈ ਬੁੱਧ ਹੁੰਦੀ ਹੈ ਉਹ ਖੜਗ ਹੁੰਦੀ ਹੈ। ਸ੍ਰੀ ਖੜਗ ਕੌਣ ਹੈ? ਵਿਵੇਕ ਬੁੱਧੀ ਦਾ ਨਾਮ ਸ੍ਰੀ ਖੜਗ ਹੈ। ਸਰਵ ਸ੍ਰੇਸ਼ਠ ਖੜਗ ਹੈ ਵਿਵੇਕ ਬੁੱਧੀ। ਏਦਾਂ ਉੱਤੇ ਦੀ ਬੁੱਧੀ ਨਹੀਂ ਕੋਈ। ਇਹਦਾ ਵਾਰ ਕੋਈ ਨਹੀਂ ਬਚਾ ਸਕਦਾ। ਕੋਈ ਢਾਲ ਨਹੀਂ ਇਹਦੇ ਵਾਸਤੇ ਬਣੀ ਹੋਈ। ਸੰਤੋਖ ਦੇ ਉੱਤੇ ਚੱਲਦੀ ਨਹੀਂ। ਸੰਤੋਖ ਤੇ ਤੈਨੂੰ ਲੋੜ ਨਹੀਂ ਪੈਂਦੀ ਕੱਟਣ ਦੀ। ਸੰਤੋਖ ਤਾਂ ਪੈਦਾ ਕਰਦੀ ਹੈ। ਸੰਤੋਖ ਤਾਂ ਜਿਹਦੇ ਹੱਥ 'ਚ ਆ ਉਹ ਸੰਤੋਖੀ ਹੈ। ਸੰਤੋਖ ਦੀ ਤਾਂ ਰੱਖਿਆ ਕਰਦੀ ਹੈ। ਸੰਤੋਖ ਦੇ ਖਿਲਾਫ ਨਹੀਂ ਚੱਲਦੀ ਹੈ। ਇਹ ਚੱਲਦੀ ਹੈ ਲੋਭ ਦੇ ਹੰਕਾਰ ਦੇ ਮੋਹ ਦੇ ਬਕਾਰਾਂ ਦੇ ਖਿਲਾਫ ਚੱਲਦੀ ਹੈ। ਗੁਣਾਂ ਦੇ ਖਿਲਾਫ ਨਹੀਂ ਚੱਲਦੀ ਔਗਣਾਂ ਦੇ ਖਿਲਾਫ ਚੱਲਦੀ ਹੈ। ਔਗਣ ਕੱਟਣ ਵਾਲੀ ਹੈ ਖੜਗ। ਬੁਰਾਈ ਦੇ ਖਿਲਾਫ ਲੜਦੀ ਹੈ। ਧੱਕੇਸ਼ਾਹੀ ਦੇ ਖਿਲਾਫ ਲੜਦੀ ਸ਼ਬਦਕ ਜੰਗੇ ਕਰਦੀ ਹੈ। ਪਰ ਇਹ ਤਾਂ ਸਿੱਖਿਆ ਦੀ ਲੜਾਈ ਕਰਦੀ ਹੈ ਵੀ ਆਹ ਨਾ ਕਰੋ ਆਹ ਨਹੀਂ ਕਰਨਾ ਚਾਹੀਦਾ ਆਹ ਗੱਲ ਗਲਤ ਹੈ। ਭੁੱਖੇ ਮੁੱਲਾਂ ਘਰੇ ਮਸੀਤ ਇਹ ਤਾਂ ਇਹੋ ਜਿਹੀ ਗੱਲ ਕਹਿੰਦੀ ਹੈ। ਚੁੱਪ ਵੀ ਤਾਂ ਕਹਿੰਦੀ ਹੈ ਵੀ ਹਟ ਜਾਵੇ। ਚੁੱਪ ਵੀ ਗੱਲ ਤਾਂ ਵੀ ਹਟ ਜਾਵੇ ਛੱਡ ਦੇਵੇ ਬੁਰੀ ਲੱਗੇ ਜਿਹੜੀ ਨਰਾਦਰੀ ਹੈ ਗੱਲ ਦੇ ਵਿੱਚ ਕਿ ਛੱਡ ਦੇਵੇ। ਪਰ ਉਹ ਉਲਟੇ ਇਹ ਸ਼ਬਦ ਝੂਠ ਸੱਚ ਤੋਂ ਹਾਰ ਖਾ ਕੇ ਉਹ ਦੂਈ ਜੰਗ ਤੇ ਉਤਰਿਆ। ਉਦੋਂ ਇੱਥੇ ਦਾ ਸਿਰਫ ਗਿਆਨ ਖੜਨ ਦੀ ਗੱਲ ਹੈ। ਧਰਮ ਚਰਚਾ ਵਿੱਚ ਜਿੱਥੇ ਧਰਮ ਗ੍ਰੰਥ ਹੋਣਗੇ ਉੱਥੇ ਮਹਿਜ਼ ਗਿਆਨ ਦੀ ਲੜਾਈ ਦੀ ਗੱਲ ਹੁੰਦੀ। ਮਹਿਜ਼ ਗਿਆਨ ਦੀ ਜਿਹੜਾ ਦੂਏ ਗ੍ਰੰਥ ਜਿਹੜੀਆਂ ਦੂਈਆਂ ਲੜਾਈਆਂ ਨੇ ਉਹ ਇਤਿਹਾਸ ਹੁੰਦਾ। ਇਤਿਹਾਸ ਧਰਮ ਨਹੀਂ ਹੁੰਦਾ। ਉਹ ਲੜਾਈ ਦਾ ਧਰਮ ਆ। ਧਰਮ ਦਾ ਮਤਲਬ ਕੋਈ ਨਹੀਂ ਹੈ। ਉੱਥੇ ਧਰਮ ਕਿੱਥੇ ਹੁੰਦਾ? ਉਹ ਲੜਾਈ 'ਚ ਇਨਸਾਫ ਨਹੀਂ ਹੋ ਸਕਦਾ। ਉਹ ਤਾਂ ਸ਼ਰੀਫ ਆਦਮੀ ਉਹਨਾਂ ਦੀ ਆਪਣੀ ਲੜਾਈ ਕੋਈ ਨਹੀਂ ਹੁੰਦਾ ਬਣਨ ਵਾਲਿਆਂ ਦੀ ਵਿਚਾਰਿਆਂ ਦੀ। ਉਹ ਤਾਂ ਪੈਸੇ ਨੂੰ ਢਿੱਡ ਦੀ ਭੁੱਖ ਨੂੰ ਜਾਂ ਨਿਆਣੇ ਪਾਲ ਨੂੰ ਭਰਤੀ ਹੋਏ ਹੁੰਦੇ ਨੇ ਮਰ ਜਾਂਦੇ ਨੇ। ਉਹ ਲੜਾਉਣ ਵਾਲੇ ਫਿਰ ਪਿੱਛੇ ਬੈਠੇ ਰਹਿੰਦੇ। ਧਰਮ ਦੇ ਗ੍ਰੰਥਾਂ ਜਿਹੜੀ ਜੰਗ ਹੁੰਦੀ ਹੈ ਉਹ ਮਹਿਜ਼ ਗਿਆਨ ਚਰਚਾ ਦੀ ਜੰਗ ਹੁੰਦੀ ਹੈ। ਉਹਨੂੰ ਦੂਈ ਲੜਾਈ ਸਮਝਣਾ ਜਿਹੜੇ ਸਮਝਦੇ ਨੇ ਉਹ ਧਾਰਮਿਕ ਲੋਕ ਹੁੰਦੇ ਨਹੀਂ ਨਾ ਉਹਨਾਂ ਨੂੰ ਧਾਰਮਿਕ ਗਿਆਨ ਹੁੰਦਾ। ਇਹਦਾ ਮਤਲਬ ਧਰਮ ਗਿਆਨ ਤੋਂ ਸਖਣੇ ਹੁੰਦੇ ਨੇ। ਉਹ ਇਹਨੂੰ ਦੂਈ ਲੜਾਈ ਸਮਝ ਲੈਂਦੇ ਨੇ। ਜਿਵੇਂ ਹੁਣ ਸਵਈਆਂ 'ਚ ਕਹਿੰਦੇ ਨੇ ਭੱਟ ਨਾਨਕ ਰਾਜ ਚਲਾਇਓ। ਨਾਨਕ ਨੇ ਰਾਜ ਚਲਾਇਆ। ਭਾਈ ਰਾਜ ਤਾਂ ਦੂਏ ਨੂੰ ਜਿੱਤ ਕੇ ਹੀ ਚੱਲਦਾ। ਜੇ ਕਿਸੇ ਨੇ ਰਾਜ ਚਲਾਉਣਾ ਹੋਵੇ ਜਿਹੜੇ ਪਹਿਲੇ ਰਾਜੇ ਨੇ ਉਹਨਾਂ ਨੂੰ ਜਿੱਤ ਕੇ ਹੀ ਚੱਲਦਾ ਹੈ। ਜਿਨ੍ਹਾਂ ਦਾ ਰਾਜ ਸੀ ਜਿਹੜੇ ਬਣੇ ਬੈਠੇ ਸੀ ਆਗੂ ਸਾਰਿਆਂ ਕੋਲ ਜਾ ਕੇ ਸਾਰਿਆਂ ਨੂੰ ਆਪਣਾ ਸਿੱਕਾ ਬਣਾਇਆ ਸੱਚ ਦਾ ਕਿ ਜੋ ਆਹ ਮੱਤ ਹੈ ਪਰਮੇਸ਼ਰ ਦੀ ਇਹ ਠੀਕ ਹੈ ਇਹ ਤੁਹਾਡੇ ਵਾਲੀ ਠੀਕ ਹੈ। ਦੱਸੋ ਜਿਹੜੇ ਦਾ ਸੀਗੇ ਠੀਕ ਤਾਂ ਸਾਰਿਆਂ ਲਈ ਮੰਨਣੀ ਪੈਣੀ ਸੀ। ਠੀਕ ਤਾਂ ਸਾਰਿਆਂ ਨੇ ਉਹ ਗਏ ਉਹਨਾਂ ਕੋਲ ਨੇ ਜਿਹੜੇ ਜਿਹਨੂੰ ਇਲਾਕੇ ਦੇ ਲੋਕ ਕਹਿੰਦੇ ਵੀ ਚੰਗੇ ਨੇ
ਵੀ ਬੰਦੇ ਬਹੁਤ ਵਧੀਆ ਨੇ, ਚੰਗੇ ਨੇ, ਧਾਰਮਿਕ ਬੰਦੇ ਨੇ, ਨੇਕ ਖਿਆਲਾਂ ਦੇ ਨੇ, ਉਹਨਾਂ ਕੋਲੇ ਗਏ। ਉਹਨਾਂ ਕੋਲ ਜਾਣ ਦਾ ਹੀ ਫਾਇਦਾ ਸੀ, ਦੂਜਿਆਂ ਕੋਲ ਜਾਣ ਦਾ ਫਾਇਦਾ ਕੋਈ ਨਹੀਂ ਸੀ। ਉਹਦੇ ਵਾਸਤੇ ਉਹਨਾਂ ਨੇ ਕਹਿਤਾ ਮੂਰਖ ਨਾਲ ਨਾ ਲੁੱਝੀਏ, ਪੜ੍ਹ ਖਰੇ ਹੋ ਬੁੱਝੀਏ। ਉਹਦੇ ਖਾਤਰ ਤਾਂ ਅਲੱਗ ਲਿਖੀ ਹੋਈ ਹੈ ਲਾਈਨ। ਸਾਰਿਆਂ ਕੋਲ ਜਾਣ ਦੀ ਲੋੜ ਨਹੀਂ ਸੀ। ਸਾਰਿਆਂ ਨੇ ਕੁਝ ਐਸੇ ਸੀਗੇ ਜਿਨ੍ਹਾਂ ਨੂੰ ਇਹ ਸੀ ਵੀ ਸਾਨੂੰ ਮਿਲਿਆ ਨਹੀਂ ਹੈ ਕੁਝ, ਉਹਨਾਂ ਨੂੰ ਮਿਲ ਗਿਆ, ਸਮਝ ਆ ਗਈ, ਅਪਣਾ ਲਈ ਜਿੰਨੀ ਕੁ ਅਪਣਾ ਹੋਈ। ਜਿੰਨੀ ਕੁ ਗੱਲ ਉਹਨਾਂ ਨੂੰ ਸਮਝ ਆ ਗਈ, ਥੋੜ੍ਹੇ ਟਾਈਮ 'ਚ ਕਿੰਨੀ ਕੁ ਸਮਝ ਆਉਣੀ ਸੀ। ਆਪ ਕਰ ਲਈ, ਅਪਣਾ ਲਈ, ਗਾਹਾਂ ਪਿੱਛੇ ਵਾਲਾ ਕੋਈ ਨਾ ਰਿਹਾ। ਕਮ ਸੇ ਕਮ ਨਾਂ ਜ਼ਰੂਰ ਨਾਨਕ ਦਾ ਹੋ ਗਿਆ ਜਿੱਥੇ ਜਿੱਥੇ ਉਹ ਗਏ। ਉਹ ਬੰਦਿਆਂ ਨੇ ਨਾਂ ਜ਼ਰੂਰ ਰੱਖਿਆ ਵੀ ਹਾਂ ਕੋਈ ਨਾਨਕ ਆਇਆ ਸੀ, ਉਹਦੇ ਕੋਲ ਗੱਲ ਪੂਰੀ ਸੀ। ਇਹ ਉਹਨਾਂ ਨੇ ਜ਼ਰੂਰ ਇਮਾਨਦਾਰੀ ਦੀ ਗੱਲ ਕੀਤੀ, ਉਸੇ ਕਰਕੇ ਸਾਰੇ ਨਾਂ ਉਹਨਾਂ ਦੇ। ਉਹ ਬੰਦੇ ਜਿਨ੍ਹਾਂ ਕੋਲ ਗਏ 10 ਦਿਨ ਜਾਂ 20 ਦਿਨ ਜਿੰਨਾ ਚਿਰ ਵੀ ਰਹੇ, ਉਹਨਾਂ ਨੇ ਨਾਨਕ ਦਾ ਨਾਂ ਜਿੰਦਾ ਰੱਖਿਆ, ਕਿਹਾ ਵੀ ਹਾਂ ਉਹ ਪ੍ਰਚਾਰ ਕੀਤਾ ਉਹਨਾਂ ਨੇ ਕੀਤਾ। ਨਹੀਂ 10 ਦਿਨ ਰਹੇ ਦੇ ਆਦਮੀ ਦਾ ਪਤਾ ਵੀ ਨਹੀਂ ਲੱਗਦਾ, ਦੂਏ ਤਾਂ ਭੁੱਲੇ ਜਾਂਦੇ ਨੇ। ਉਹ ਲੋਕਾਂ ਨੇ ਕੀਤਾ ਪ੍ਰਚਾਰ ਬਾਅਦ 'ਚ, ਚਾਹੇ ਮੱਤ ਤਾਂ ਉਹਨਾਂ ਦੀ ਨਹੀਂ ਉਹਨਾਂ ਨੂੰ ਪਤਾ ਲੱਗਿਆ ਵੀ ਕੀ ਹੈ, ਕਿਉਂਕਿ ਬੋਲੀ ਦਾ ਫਰਕ ਹੁੰਦਾ। ਬਾਅਦ 'ਚ ਪ੍ਰਚਾਰ ਕਰਨ ਵਾਲਾ ਨਹੀਂ ਰਿਹਾ। ਉਹ ਸਮਝਦਾ ਤੇ ਭਗਤਾਂ ਦਾ ਮੱਤ ਦਾ, ਭਗਤਾਂ ਦੀ ਮੱਤ ਦਾ ਕੋਈ ਅਸਰ ਹੋਊ ਸ਼ਾਇਦ। ਭਗਤਾਂ ਦੇ ਪਿੱਛੇ ਕੋਈ ਐਸਾ ਆਦਮੀ ਨਹੀਂ ਸੀਗਾ ਜਿਹੜਾ ਜਿਹਨੂੰ ਪੂਰੀ ਸਮਝ ਹੁੰਦੀ। ਭਗਤ ਕਾਲ ਤੋਂ ਬਾਅਦ ਗੁਰੂ ਨਾਨਕ ਨੂੰ ਸਮਝ ਆਈ ਹੈ ਇਸ ਮੱਤ ਦੀ ਦੁਬਾਰਾ। ਇਸ ਕਰਕੇ ਗੁਰੂ ਨਾਨਕ ਨੇ ਮੱਤ ਪ੍ਰਗਟ ਕੀਤੀ ਹੈ ਦੁਬਾਰਾ। ਉਹ ਚੰਡੀ ਦੀ ਵਾਰ ਜਿਹੜਾ ਲਿਖਿਆ ਨਾ, ਪਿਰਥੋਂ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ। ਦਸਮ ਪਾਤਸ਼ਾਹ ਨੇ ਮੈਂ ਉਹੀ ਭਗਉਤੀ ਤੇ ਆਏ ਨੂੰ ਸਿਮਰਦਾ ਜਿਹੜੀ ਗੁਰੂ ਨਾਨਕ ਨੇ ਧਿਆਈ ਸੀ, ਗੁਰੂ ਨਾਨਕ ਦੇ ਧਿਆਨ ਵਿੱਚ ਆਈ ਸੀ, ਜਿਹੜੀ ਗਿਆਨ ਖੜ ਗੁਰੂ ਨਾਨਕ ਨੇ ਪ੍ਰਗਟ ਕੀਤੀ ਸੀ। ਫਿਰ ਜੋੜਤਾ ਲੋਕਾਂ ਨੇ ਦਸਮ ਪਾਤਸ਼ਾਹ ਨੇ ਚੰਡੀ ਪ੍ਰਗਟ ਕੀਤੀ ਹੈ। ਕਿ ਚੰਡੀ ਦੀ ਵਾਰ ਜੋ ਉਹਨਾਂ ਨੇ ਲਿਖਤੀ, ਚੰਡੀ ਚਰਿੱਤਰ ਜੋ ਲਿਖਤਾ, ਇਹ ਸ਼ਰਾਰਤੀ ਪੰਡਤਾਂ ਨੇ ਗੱਲ ਜੋੜ ਲਈ ਵੀ ਉਹਦਾ ਚੰਡੀ ਦਾ ਪੁਜਾਰੀ ਸੀ, ਚੰਡੀ ਪ੍ਰਗਟ ਕੀਤੀ ਹੈ ਜੀ, ਉਹ ਨਾਨਾ ਦੇ ਵੀ ਗਿਆ ਜੀ, ਉਹ ਕੀਤਾ, ਐਵੇਂ ਹੀ ਜੋੜ ਲਏ। ਸੰਤੋਖ ਨੇ ਲਿਖ ਮਾਰਿਆ ਸੁਆਖੇ ਜਿਹਾ। ਇਹਨਾਂ ਨੇ ਲਿਖਾਤਾ ਰਿਆਸਤਾਂ ਨੇ, ਕਿਉਂਕਿ ਹਿੰਦੂ ਔਰ ਸਿੱਖ ਨੂੰ ਇੱਕ ਬਣਾਉਣਾ ਸੀ ਇਹਨਾਂ ਨੇ। ਇਹਨਾਂ ਦਾ ਰਾਜ ਪੱਕਾ ਤਾਂ ਹੁੰਦਾ ਸੀ ਜਿਹੜੇ ਸੀ ਪਿੱਛੋਂ ਰਾਜ ਕਰੇਗਾ ਖਾਲਸਾ ਵਾਲੇ। ਸਿੱਖੀ ਤਾਂ ਉਹਨਾਂ ਨੇ ਪਹਿਲਾਂ ਹੀ ਛੱਡਤੀ ਸੀ। ਫਿਰ ਉਹ ਪੱਕਾ ਕਰਨਾ ਸੀ ਵੀ ਹਿੰਦੂ ਸਿੱਖ ਦੀ ਜਿਹੜੀ ਵਿਚਾਰਧਾਰਾ ਦਾ ਫਰਕ ਹੈ ਨਾ, ਇਹਨੂੰ ਵਟਾ ਕੇ ਇੱਕੋ ਬਣਾ ਦਈਏ, ਪਤਾ ਹੀ ਨਾ ਲੱਗੇ ਸਿੱਖ ਔਰ ਹਿੰਦੂ ਦਾ ਕੀ ਫਰਕ ਹੈ। ਉਹਨਾਂ ਨੇ ਬਹੁਤ ਕੁਛ ਇਹੋ ਜਿਹਾ ਜਾਣ ਬੁੱਝ ਕੇ ਲਿਖਾਇਆ। ਮੂਰਤੀਆਂ ਵੀ ਲਿਆਂਦੀਆਂ ਆਲੇ ਦੁਆਲੇ ਪ੍ਰਕਾਰਾਂ ਦੇ, ਫਿਰ ਉਹ ਹਟਾਤੀਆਂ ਲੋਕਾਂ ਨੇ ਰੌਲਾ ਪਾ ਕੇ। ਅੰਗਰੇਜ਼ਾਂ ਨੇ ਹਟਾਈਆਂ, ਬਲਕਿ ਰਣਜੀਤ ਸਿੰਘ ਲੈ ਕੇ ਆਇਆ, ਹਟਾਈਆਂ ਉਹਨਾਂ ਨੇ। ਇਸ ਕਰਕੇ ਜਾਂ ਘਰ ਦੇ ਆਦਮੀ ਸੀ ਜਿਹੜੇ ਵਾਰਸ ਹੋਏ ਨਾ, ਵਾਰਸ ਰਾਜ ਲੈ ਕੇ, ਉਹਨਾਂ ਨੇ ਖੁਦ ਹੀ ਇਸ ਮੱਤ ਨੂੰ ਵਟਿਆ, ਖੁਦ ਹੀ ਵਟੇਣਾ ਚਾਹੁੰਦੇ ਸੀ ਵੀ ਖਤਮ ਕਰ ਦਈਏ। ਉਹਨਾਂ ਦਾ ਅੜਕਾ ਬਣਦਾ ਸੀ ਰਾਜ ਕਰਨ ਦੇ ਵਿੱਚ। ਇਹ ਤਾਂ ਰਾਜਿਆਂ ਦੇ ਖਿਲਾਫ ਬੋਲਦੀ ਹੈ ਮੱਤ। ਇਸ ਕਰਕੇ ਉਹਨਾਂ ਨੇ ਰਾਜ ਤੱਕ ਪਹੁੰਚਣਾ ਸੀ, ਧਰਮ ਦਾ ਸੀੜੀ ਬਣਾ ਕੇ ਉਹ ਪਹੁੰਚ ਗਏ। ਬਾਅਦ 'ਚ ਉਹਨਾਂ ਨੇ ਕਿਹਾ ਛੱਡੋ ਪਰੇ, ਹੁਣ ਕੀ ਲੈਣਾ ਪਰ। ਜਿਵੇਂ ਗੋਲਕਾਂ ਤੱਕ ਪਹੁੰਚ ਗਏ, ਕਹਿੰਦੇ ਗੁਰਦੁਆਰੇ ਆਜ਼ਾਦ ਕਰਾਉਣੇ ਨੇ, ਪਹਿਲਾਂ ਗੁਰਦੁਆਰੇ ਆਜ਼ਾਦ ਕਰਾਉਣੇ ਨੇ, ਵਿਚਾਰਧਾਰਾ 'ਚ ਫਰਕ ਹੈ। ਜਾਂ ਗੋਲਕਾਂ ਮਿਲ ਗਈਆਂ, ਚੁੱਪ ਕਰਕੇ ਪ੍ਰਚਾਰ ਉਹੀ। ਇਹ ਲੋਕ ਸਾਰੇ ਸਿਆਸੀ ਹੁੰਦੇ ਨੇ, ਇੱਦਾਂ ਹੀ ਕਰਦੇ ਹੁੰਦੇ ਨੇ। ਫਿਰ ਆ ਜੀ ਇਹ ਤਾਂ ਬੇਈਮਾਨ ਨੇ, ਅਸੀਂ ਆਵਾਂਗੇ, ਅਸੀਂ ਇਮਾਨਦਾਰ ਆ, ਰੌਲਾ ਪਾਉਂਦੇ ਨੇ। ਫਿਰ ਉਹ ਜਿਹੇ ਹੁੰਦੇ ਨੇ। ਹੁਣ ਰਾਜ ਬਦਲਦੇ ਹੀ ਨੇ। ਜਨਤਾ ਪਾਰਟੀ ਸਾਰਾ ਆਪੋਜੀਸ਼ਨ ਇੱਕ ਪਾਸੇ ਸੀ, ਕਾਂਗਰਸ ਇੱਕ ਪਾਸੇ ਸੀ, ਉਹ ਇਹਦੇ ਨਾਲ ਵੀ ਗਾਹ ਰੱਦੀ ਨਿਕਲੇ। ਹੁਣ ਲੋਕ ਸਾਰੇ ਸਮਝ ਗਏ ਵੀ ਸਾਰੇ ਇੱਕੋ ਜਿਹੇ ਨੇ। ਸਿਆਸੀ ਆਦਮੀ ਤਾਂ ਸਿਰਫ ਸਟੰਟ ਹੁੰਦੇ ਨੇ ਇਹਨਾਂ ਦੇ। ਹੁਣ ਜਿਹੜਾ ਰੌਲਾ ਪਾਇਆ ਹੈ 10 ਗੁਰਾਂ ਦਾ ਰੌਲਾ ਨਹੀਂ ਹੈ, ਕੋਈ ਗੋਲਕ ਤੱਕ ਪਹੁੰਚਣ ਦਾ ਰੌਲਾ ਹੈ। ਇਹ ਤਾਂ ਕੋਈ ਬਹਾਨਾ ਬਣਾ ਕੇ ਸਟੰਟ ਖੜਾ ਕਰਕੇ ਗੋਲਕ ਤੱਕ ਪਹੁੰਚਣ ਦੀ ਗੱਲ ਹੈ, ਹੋਰ ਕੁਛ ਨਹੀਂ ਹੈ। ਉਹਨਾਂ ਨੂੰ ਵੀ ਪਤਾ, ਜਾਣਦੇ ਨੇ ਉਹ ਸਾਰੇ ਗੋਲਕ ਤੱਕ ਕਿਵੇਂ ਪਹੁੰਚਣਾ, ਬਸ ਧੜਾ ਕਿਵੇਂ ਬਣਾਉਣਾ। ਲੜਾਈ ਤਾਂ ਗੋਲਕ ਦੀ ਹੈ। ਹੁਣ ਕਹੀ ਨਹੀਂ ਜਾਂਦਾ ਵੀ ਲੱਖ ਰੁਪਈਆ ਦੇਵਾਂਗੇ ਜਿਹੜਾ ਅਸੀਂ ਚੰਗਾ ਬੰਦਾ ਖੜਾ ਕਰੋ। ਚੰਗੇ ਜਿਹਨੂੰ ਤੁਸੀਂ ਲੱਖ ਰੁਪਈਆ ਦੇ ਦਿਓ ਚੰਗਾ, ਬਾਕੀ ਸਭ ਮਾੜੇ ਨੇ। ਜਿਹੜਾ ਤੇਰੇ ਧੜੇ 'ਚੋਂ ਖੜਾ ਹੋ ਜਾ ਸਭ ਚੰਗੇ ਨੇ। ਉਹ
ਤੇਰੇ ਧੜੇ ਜਾ ਕੇ ਚੰਗਾ ਹੈ, ਦੂਏ ਧੜੇ ਚ ਮਾੜਾ ਹੈ। ਇਹੀ ਦਰਸ਼ਨ ਸੋ ਹੁਣ ਚੰਗਾ ਹੈ। ਪਹਿਲਾਂ ਦਰਸ਼ਨ ਸੋ ਨੂੰ ਲਿਖਦਾ ਸੀ ਵੀ ਜਿੱਥੇ ਅਦਾਲਤ ਬੁਲਾਵੇ ਉੱਥੇ ਜਾਣਾ ਪਊਗਾ, ਜਾਣਾ ਚਾਹੀਦਾ। ਤੂੰ ਕਹਿੰਦਾ ਮੈਂ ਅਕਾਲ ਤਖਤ ਤੇ ਜਾਊਂ, ਕਮਰੇ 'ਚ ਨਹੀਂ ਜਾਣਾ। ਤੂੰ ਜਾਏ ਨਾ, ਜਾਂ ਫਿਰ ਜਾ ਜਿੱਥੇ ਉਹ ਬੈਠੇ ਨੇ। ਇਹ ਲਿਖਦਾ ਰਿਹਾ ਸਪੋਕਸਮੈਨ। ਅੱਜ ਦੂਏ ਪਾਸੇ ਹੋ ਗਿਆ। ਇਹ ਤਾਂ ਲੋਕ ਜਿਹੜੇ ਨੇ ਬੜੇ ਝੂਠੇ ਨੇ, ਫਰੇਬੀ ਨੇ, ਕਪਟੀ ਨੇ, ਸਾਰਾ ਕੁਛ ਹੈ ਨਾ ਸ਼ੁੱਧ। ਸਿਆਸੀ ਬੰਦਾ ਨੇ ਗੋਲਕ ਤੇ ਹੀ ਪਹੁੰਚਣਾ। ਕਿਵੇਂ ਪਹੁੰਚ ਜਾਵੇ ਗੋਲਕ ਤੇ? ਗੋਲਕ ਦੀ ਸੀੜੀ ਬਣਾ ਕੇ ਫਿਰ ਅੱਗੇ ਚੱਲੀਏ। ਇਹ ਤਾਂ ਇਹੋ ਜਿਹੇ ਨੇ। ਨਹੀਂ, ਕਿਸੇ ਵੀ ਧਰਮ ਨੂੰ ਅਖਬਾਰ ਦੀ ਲੋੜ ਨਹੀਂ ਪ੍ਰਚਾਰ ਵਾਸਤੇ। ਪੇਪਰਾਂ ਦੇ ਨਾਲ ਕਦੇ ਕੋਈ ਧਰਮ ਫੈਲਿਆ ਨਹੀਂ ਹੈ। ਕੋਈ ਦੱਸਣ ਇੱਕ ਧਰਮ ਜਿਹੜਾ ਅਖਬਾਰਾਂ ਨਾਲ ਫੈਲਿਆ ਹੋਵੇ। ਅਖਬਾਰਾਂ ਦਾ ਵਿਸ਼ਾ ਨਹੀਂ ਹੁੰਦਾ ਧਰਮ, ਵਿਦਵਾਨਾਂ ਦਾ ਵਿਸ਼ਾ ਨਹੀਂ ਹੁੰਦਾ ਧਰਮ। ਝੂਠ ਜਿਹੜੇ ਮਨਮੱਤਾ ਨੇ ਵਿਦਵਾਨਾਂ ਦਾ ਵਿਸ਼ਾ ਹੋ ਸਕਦਾ, ਉਹ ਵੀ ਇਹੋ ਜਿਹੇ ਨਹੀਂ ਹੁੰਦੇ, ਤਿਆਗੀ ਹੁੰਦੇ ਨੇ। ਬੁੱਧ ਨੇ ਫੈਲਾਇਆ ਸੀ ਧਰਮ। ਬੰਦੇ ਚਾਹੀਦੇ ਨੇ ਤਿਆਗੀ। ਉਹਨੇ ਫੈਲਾਇਆ ਸੀ, ਫੈਲਿਆ ਨਾ। ਇਸਲਾਮ ਨੇ ਫੈਲਾਇਆ ਸੀ, ਉਹਨਾਂ ਨੇ ਤਲਵਾਰ ਦੇ ਜ਼ੋਰ ਨਾਲ ਫੈਲਾਇਆ ਸੀ। ਐਂ ਫੈਲਦੇ ਨੇ ਧਰਮ। ਦੋ ਧਰਮ ਨੇ ਸਾਡੇ ਕੋਲ, ਇੱਕ ਬੁੱਧ, ਇੱਕ ਇਸਲਾਮ। ਕੀ ਆ ਪ੍ਰੋਟੈਸਟੈਂਟ ਅੰਗਰੇਜ਼ਾਂ ਦਾ, ਉਹ ਵੀ ਬੰਦੂਕ ਦੇ ਜ਼ੋਰ ਨਾਲ ਫੈਲਿਆ ਹੋਇਆ, ਹੁਣ ਪੈਸੇ ਦੇ ਜ਼ੋਰ ਨਾਲ ਫੈਲਦਾ। ਇਹ ਜਿਹੜੇ ਦੁਨਿਆਵੀ ਧਰਮ ਨੇ ਨਾ, ਮਨੁੱਖੀਮਤੀਆਂ, ਜਿਨ੍ਹਾਂ ਨੂੰ ਗੁਰਬਾਣੀ ਘਟਦੀ ਹੈ ਸਾਰੀਆਂ ਰੂਹ, ਜਿਹੜੇ ਝੂਠ ਦੇ ਮਾਇਆ ਦੇ ਆਸਰੇ ਖੜੇ ਨੇ, ਉਹਨਾਂ ਨੂੰ ਲੋੜ ਹੈ ਇਹਨਾਂ ਚੀਜ਼ਾਂ ਦੀ। ਸੱਚ ਨੂੰ ਕਿਸੇ ਆਸਰੇ ਦੀ ਲੋੜ ਨਹੀਂ ਹੈ। ਸੱਚ ਨੂੰ ਵੀ ਆਸਰੇ ਦੀ ਲੋੜ ਹੁੰਦੀ ਹੈ। ਇਹ ਤਾਂ ਸੱਚ ਤੇ ਖੜਾ ਹੈ ਧਰਮ। ਨਾਨਕ ਰਾਜ ਚਲਾਇਆ ਸੱਚ, ਕੋਟ ਸਤਾਣੀ ਨੀਮ ਦੇ। ਸੱਚ ਦੀ ਨਾਮ ਦਿੱਤੀ ਹੋਈ ਹੈ। ਉਹ ਸੱਚ ਆਸਰੇ ਸਾਰੀ ਸ੍ਰਿਸ਼ਟੀ ਖੜੀ ਹੈ। ਸੱਚ ਨੂੰ ਕਿਸੇ ਆਸਰੇ ਦੀ ਲੋੜ ਨਹੀਂ, ਨਾ ਕਿਸੇ ਅਖਬਾਰ ਦੀ, ਨਾ ਕਿਸੇ ਪੈਸੇ ਦੀ। ਇਹ ਲੋਕ ਤਾਂ ਸ਼ਰਾਰਤੀ ਨੇ ਸਾਰੇ, ਨਾ ਧਾਰਮਿਕ ਨੇ, ਨਾ ਧਰਮ ਬਾਰੇ ਜਾਣਦੇ ਨੇ। ਨਾਨਕ ਉਹ ਕਿਹੜਾ ਰਾਜ ਸੀ? ਨਾਨਕ ਨੇ ਰਾਜ ਚਲਾਇਆ, ਕਿਹੜਾ ਪੈਸਾ ਸੀ, ਕਿਹੜਾ ਅਖਬਾਰ ਸੀ? ਨਾਨਕ ਉਹ ਚਲਾਤਾ ਕਿ ਨਹੀਂ ਚਲਾਤਾ? ਭਗਤਾਂ ਨੇ ਕਿਵੇਂ ਚਲਾਤਾ? ਰੋਟੀ ਨਹੀਂ ਘਰ ਪੱਕਦੀ, ਕਣਕ ਦੀ ਰੋਟੀ ਨਹੀਂ ਮਿਲਦੀ। ਕਬੀਰ ਕਹਿੰਦਾ ਜੌਆਂ ਦੀ ਬਰੀ ਮਿਲਦੀ, ਜੌਆਂ ਦਾ ਛਾਣੇ ਖਾ ਲੂੰਗਾ ਮੈਂ, ਜੋ ਕੀ ਭੂਸੀ ਖਾਏ। ਇਹ ਚਲਾ ਦੇਣਗੇ ਧਰਮ। ਏਸੀਆਂ 'ਚ ਬੈਠ ਕੇ ਧਰਮ ਚਲਾ ਦੇਣਗੇ। ਇਹ ਦੱਸਦੇ ਕਿਹਨੂੰ ਨੇ? ਕਿਹਨੂੰ ਦੱਸਦੇ ਨੇ? ਕਿਹਦੇ ਕੋਲ ਗੱਲਾਂ ਕਰਦੇ ਨੇ? ਇਹਨਾਂ ਦੇ ਸਾਰੇ ਪੋਤੜੇ ਫੁੱਲ ਜਾਣੇ ਨੇ। ਆਪਣੇ ਪੋਤੜੇ ਬਚਾ ਲੈਣ। ਇਹ ਧਰਮ ਤਾਂ ਇੱਕ ਪਾਸੇ ਰਿਹਾ, ਆਪਣੇ ਪੋਤੜਿਆਂ ਦੀ ਪੈ ਜੂ ਹੁਣ ਇਹਨਾਂ ਨੂੰ ਬਚਾਉਣ ਦੀ। ਹਾਂਜੀ, ਦੋਹਰਾ। ਨਮਸਕਾਰ ਸ੍ਰੀ ਖੜਗ ਕੋ, ਕਰੋ ਸੋ ਹਿਤ ਚਿਤ ਲਾਏ। ਨਮਸਕਾਰ ਸ੍ਰੀ ਖੜਗ ਕੋ। ਮੈਂ ਸ੍ਰੀ ਖੜਗ ਨੂੰ ਨਮਸਕਾਰ ਕਰਦਾ। ਦਸਮ ਪਾਤਸ਼ਾਹ ਕਰ ਰਹੇ ਨੇ ਉਸ ਖੜਗ ਨੂੰ ਨਮਸਕਾਰ, ਜਿਹੜੀ ਨੂੰ ਅਸੀਂ ਕਰ ਰਹੇ ਹਾਂ। ਜਾਂ ਅਸੀਂ ਪੜ੍ਹਦੇ ਹਾਂ ਉਸੇ ਨੂੰ ਅਸੀਂ ਕਰ ਰਹੇ ਹਾਂ। ਪੜ੍ਹਦੇ ਨਹੀਂ, ਜਿਹਨੂੰ ਉਹ ਕਰਦੇ ਨੇ ਉਸੇ ਨੂੰ ਅਸੀਂ ਕਰਦੇ ਹਾਂ। ਸਾਨੂੰ ਦੇ ਕੇ ਵੀ ਤੁਸੀਂ ਪੜ੍ਹਿਓ, ਜਾਂ ਪੜ੍ਹਾਂਗੇ ਉਹੀ ਕੁਝ ਪੜ੍ਹਾਂਗੇ। ਕਰੂ ਸੋ ਹਿਤ ਚਿਤ ਲਾਏ। ਹਿੱਤ ਔਰ ਚਿੱਤ ਦੋਏ ਲਾ ਕੇ। ਮੇਰੇ ਹਿੱਤ ਵਿੱਚ ਹੈ ਨਮਸਕਾਰ ਕਰਨੀ, ਮੈਂ ਤਾਂ ਕਰਦਾ, ਮੇਰੇ ਲਾਭ 'ਚ ਹੈ, ਮੇਰੇ ਫਾਇਦੇ 'ਚ ਹੈ। ਮੈਂ ਆਪਣੇ ਵਾਸਤੇ ਕਰਦਾ, ਕਿਸੇ ਵਾਸਤੇ ਨਹੀਂ ਕਰਦਾ। ਕੋਈ ਦਿਖਾਵੇ ਦੀ ਗੱਲ ਨਹੀਂ ਹੈ। ਮੈਂ ਚਿੱਤ ਲਾ ਕੇ ਤਾਂ ਕਰਦਾ, ਇਹਦੇ 'ਚ ਮੈਨੂੰ ਫਾਇਦਾ ਹੈ। ਕਿਸੇ ਦਾ ਅਹਿਸਾਨ ਨਹੀਂ ਕਰਦਾ ਮੈਂ। ਕਿਉਂ ਜਮ ਦੇ ਜਾਲ 'ਚੋਂ ਇਹਨੇ ਛਡਾਉਣਾ ਮੈਨੂੰ। ਮੇਰਾ ਜਮ ਦਾ ਜਾਲ ਇਹਨੇ ਕੱਟਣਾ। ਜਮ ਦਾ ਜਾਲ ਹੁੰਦਾ ਭਰਮ ਦਾ ਜਾਲ। ਫਸਿਆ ਹੋਇਆ ਮੈਂ ਜਾਲ 'ਚ। ਜਾਲ ਮੇਰਾ ਇਹਨੇ ਕੱਟਣਾ ਤੇ ਮੈਨੂੰ ਫਾਇਦਾ ਹੈ ਕਿ ਮੈਂ ਕਿਸੇ ਵਾਸਤੇ ਕਰਦਾ ਨਮਸਕਾਰ, ਆਪਣੇ ਵਾਸਤੇ ਕਰਦਾ। ਕਰੂ ਹਿਤ ਚਿਤ ਲਾਏ। ਪੂਰਨ ਕਰੋ ਗ੍ਰੰਥ ਇਹ, ਤੁਮ ਮੋਹ ਕਰੋ ਸਹਾਏ। ਮੈਂ ਸਿਰਫ ਇਸ ਕਰਕੇ ਕਰਦਾ, ਜਮ ਦਾ ਜਾਲ ਤਾਂ ਮੇਰਾ ਕੱਟਿਆ ਹੋਇਆ। ਉਹਨਾਂ ਦੀ ਗੱਲ ਉਹ ਕਹਿੰਦੇ ਨੇ ਮੈਂ ਤਾਂ ਇਸ ਕਰਕੇ ਕਰਦਾ। ਹੁਣ ਜਮ ਦਾ ਜਾਲ ਤਾਂ ਦਿੱਤਾ ਕੱਟ। ਆ ਜਿਹੜਾ ਮੈਂ ਗ੍ਰੰਥ ਪੂਰਾ ਕਰਨਾ ਹੈ, ਮੇਰੇ ਵੱਸ ਦੀ ਗੱਲ ਨਹੀਂ ਕਰਨਾ, ਤੇਰੇ ਮਦਦ ਬਿਨਾਂ। ਜੋ ਮੈਂ ਲਿਖਣ ਲੱਗਿਆ ਨਾ, ਇਹ ਜੇ ਤੂੰ ਲਿਖਾਏਂਗੀ ਤਾਂ ਲਿਖੂ, ਬੁਲਾਏਂਗੀ ਤਾਂ ਬੋਲੂ।
ਮੈਂ ਤਾਂ ਅੱਖਰ ਜਿਹੜੇ ਪਾਉਣੇ ਨੇ ਜਿਬ ਜਿਬ ਤੈਂ ਫਰਮਾਉਣੇ ਨੇ ਤਿਬ ਤੇ ਪਾਉਣੇ ਨੇ। ਇਹ ਗ੍ਰੰਥ ਨਹੀਂ ਪੂਰਾ ਹੋ ਸਕਦਾ। ਇਹ ਵਿਚਿੱਤਰ ਨਾਟਕ ਹੈ। ਇਹ ਵਿਚਿੱਤਰ ਨਾਟਕ ਹੈ, ਜਿਹੜਾ ਖੇਡ ਹੈ ਨਾ ਨਾਟਕ ਹੈ ਇੱਕ ਸਾਰਾ। ਇਹ ਜਿਹੜਾ ਤੇਰਾ ਨਾਟਕ ਹੈ ਨਾ ਚੱਲਦਾ, ਇਹ ਵਿਚਿੱਤਰ ਹੈ ਸਾਰਾ। ਚਿੱਤਰ ਵਿਚਿੱਤਰ ਇਹ ਹੈ ਅਬ ਚੇਰਾ ਤਾਜ ਚਿੱਤਰੇ ਚਿਤਰਾਖ ਚਤੇਰਾ। ਤਾਂ ਚਤੇਰੇ ਨੂੰ ਪਹਿਲਾਂ ਉਹਨਾਂ ਨੇ ਨਮਸਕਾਰ ਕੀਤੀ ਹੈ। ਇਹ ਚਤੇਰਾ ਜਿਹਨੂੰ ਨਮਸਕਾਰ ਕੀਤੀ ਹੈ, ਜਿਹਨੇ ਬਣਾਈ ਹੈ ਇਹ ਸਾਰੀ ਸ੍ਰਿਸ਼ਟੀ, ਉਹਨੂੰ ਨਮਸਕਾਰ ਕੀਤੀ ਹੈ ਵੀ ਮੇਰਾ ਇਹ ਜਿਹੜੀ ਖੇਡ ਮੈਂ ਦੱਸਣੀ ਹੈ, ਰਾਜਾ ਰਾਮ ਕੀ ਕਹਾਣੀ ਦੱਸਣੀ ਹੈ ਵਿਚਿੱਤਰ ਨਾਟਕ 'ਚ। ਇਹ ਵਿਚਿੱਤਰ ਨਾਟਕ ਰਾਜਾ ਰਾਮ ਦੀ ਕਹਾਣੀ ਹੈ। ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ। ਅੰਤਰ ਗਿਆਨ ਜੋਤ ਪ੍ਰਗਾਸਾ ਕਿਨ ਗੁਰਮੁਖ ਬਿਰਲੇ ਜਾਣੀ। ਉਹ ਗੱਲ ਦੱਸਣੀ ਹੈ ਵਿਚਿੱਤਰ ਨਾਟਕ ਇਹ ਹੈ। ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ ਵਿਚਿੱਤਰ ਨਾਟਕ ਹੁੰਦਾ ਕੀ ਹੈ। ਨਾਲੇ ਤੁਸੀਂ ਲਿਖ ਲਓਗੇ, ਨਾਲੇ ਰਾਮ ਸ਼ਾਮ ਲਿਖ ਲੈਣਗੇ ਤੁਹਾਡੇ। ਤੁਹਾਨੂੰ ਤਾਂ ਅੱਜ ਅਰਥ ਵੀ ਨਹੀਂ ਪਤਾ ਇਹਦਾ, ਵੀ ਅਰਥ ਇਹਦਾ ਕੀ ਹੈ। ਵਿਚਿੱਤਰ ਨਾਟਕ ਕਹਿੰਦੇ ਕਿਹਨੂੰ ਨੇ ਇਹ ਵੀ ਨਹੀਂ ਪਤਾ ਸਾਨੂੰ ਤਾਂ। ਸਾਰੇ ਕਪਾਟ ਖੁੱਲ ਜਾਣਗੇ, ਹੁਣ ਪਤਾ ਲੱਗ ਜੂਗਾ ਵੀ ਇਹ ਕੀ ਹੈ। ਲੀਡ ਕਰਦੇ ਨੇ ਸਾਨੂੰ। ਤੁਸੀਂ ਆਪਣਾ ਮੂੰਹ ਦੇਖੋ ਸ਼ੀਸ਼ੇ ਤੱਕ ਵੀ ਕਿਹਦੇ ਨਾਲ ਮਿਲਦਾ, ਤੁਹਾਡੀ ਸ਼ਕਲ ਵੀ ਕਿਹਦੇ ਨਾਲ ਮਿਲਦੀ ਹੈ। ਜਿਹਦੇ ਨਾਲ ਦਸਮ ਪਾਤਸ਼ਾਹ ਦੀ ਸ਼ਕਲ ਮਿਲੂ ਉਹਦਾ ਪਿਓ ਹੈ ਦਸਮ ਪਾਤਸ਼ਾਹ, ਤੁਹਾਡਾ ਨਹੀਂ ਹੈਗਾ। ਤੁਸੀਂ ਖਬਰਾਂ ਕਿਹਦੀ ਔਲਾਦ ਹੋ ਸਾਨੂੰ ਕੀ ਪਤਾ। ਜੇ ਦਸਮ ਅਸੀਂ ਕਹਿੰਦੇ ਪਿਤਾ ਕੌਣ, ਗੁਰੂ ਗੋਬਿੰਦ ਸਿੰਘ, ਮਾਤਾ ਕੌਣ, ਸਾਹਿਬ ਦੇਵਾ, ਉਹੀ ਕਹੂ ਜਿਹਦੀ ਸ਼ਕਲ ਮਿਲਦੀ ਹੈ। ਦੂਆ ਕਿਵੇਂ ਕਹਿ ਦੂਗਾ ਉਹ ਹੈ ਖਾਲਸਾ ਜਿਹੜਾ ਇਹ ਲਿਖਾਉਂਦਾ ਹੈ। ਉਹ ਕਹਿੰਦਾ ਪਿਤਾ ਕੌਣ, ਗੁਰੂ ਗੋਬਿੰਦ ਸਿੰਘ, ਮਾਤਾ ਕੌਣ, ਸਾਹਿਬ ਦੇਵਾ। ਬਾਸੀ ਕਿੱਥੇ ਦੇ, ਅਨੰਦਪੁਰ ਦੇ। ਨਾਨਕੇ ਕਿੱਥੇ, ਗੁਰੂ ਕੀ ਲਾਹੌਰ। ਇਹ ਐਡਰੈਸ ਹੈ ਸਾਡਾ। ਉਹਨਾਂ ਨੂੰ ਪਤਾ ਹੈ ਗੱਲ ਕੀ ਹੈ, ਤੁਹਾਨੂੰ ਪਤਾ ਹੈ। ਕਿਤੇ ਲਿਖਾਈ ਹੈ ਤੁਸੀਂ ਇਹ ਗੱਲ, ਕਿਤੇ ਲਿਖਾਈ ਹੈ ਦੱਸਣ ਇਹ ਗੱਲ। ਕਿਉਂ ਨਹੀਂ ਲਿਖਾਈ? ਗੁਰੂ ਵਾਲੇ ਤੁਸੀਂ ਕਿਵੇਂ ਹੋ ਗਏ? ਉਹ ਗੁਰੂ ਵਾਲੇ ਕਿਵੇਂ ਹੋ ਗਏ ਜੇ ਤੁਸੀਂ ਇਹ ਗੱਲ ਨਹੀਂ ਕਿਤੇ ਲਿਖਾਈ? ਸਿੱਖ ਬਣ ਗਏ। ਸਿੱਖ ਬਣਨਾ ਜਿਹੜੀ ਸੌਖਾ ਹੈ। ਦਰਭੰਗੀ ਛੰਦ। ਹਾਂਜੀ। ਸ੍ਰੀ ਕਾਲ ਜੀ ਕੀ ਉਸਤਤ। ਖਗ ਖੰਡ ਬਿਹੰਡੰਗ ਖਾਲਦਲ ਖੰਡੰ ਅਤਰਣ ਮੰਡੰ ਬਰ ਬੰਡੰ। ਹਾਂਜੀ। ਹੁਣ ਉਹ ਜਿਹਨੂੰ ਨਮਸਕਾਰ ਕਰਦਾ ਹੈ ਉਹਦੀ ਗਾਹਾਂ ਉਹ ਹੈ ਕੀ? ਜਿਹਨੂੰ ਨਮਸਕਾਰ ਕੀਤੀ ਉਹ ਕੀ ਹੈ? ਕਿਹਨੂੰ ਕੀਤੀ ਹੈ ਨਮਸਕਾਰ? ਉਹਦੀ ਗਾਹਾਂ ਪਤਾ ਵਿਆਖਿਆ, ਉਹਦੇ ਬਾਰੇ ਦੱਸਿਆ ਕੌਣ ਹੈ ਜਿਹਨੂੰ ਨਮਸਕਾਰ ਕਰਦਾ। ਉਹ ਖਾਗਾ ਖੜ ਕੇ ਹੈ ਨਾ ਉੱਥੇ। ਹੁਣ ਖਾਗਾ ਖਾਗ ਖੰਡ ਬਿਹੰਡ। ਉਹ ਖਾਗਾ ਜਿਹੜੀ ਨਾ, ਜਿਹੜਾ ਅੱਧਾ ਮਨ ਖੰਡ ਹੋਇਆ, ਖੰਡ ਹੋਇਆ ਨਾ ਮਨ ਅੱਧਾ, ਇਹ ਨਹੀਂ ਰੁਕਦਾ ਹੈਗਾ। ਇਹ ਜੋਗੀਆਂ ਤੇ ਵੀ ਨਹੀਂ ਰੁਕਿਆ। ਬਥੇਰੀ ਸਮਾਧੀ ਲਾ ਲਾ ਕੇ ਹਟ ਕੇ ਉਹ ਗਜਾ ਬਾਜ ਸਾਜ ਬਜਾ ਥੱਕ ਗਏ, ਇਹਨੂੰ ਰੋਕਦੇ, ਉਹ ਨਹੀਂ ਰੁਕਿਆ। ਗਾਏ ਕੇ ਥੱਕ ਗਏ, ਨਰਵ ਨਹੀਂ ਰੁਕਿਆ। ਨੱਚ ਕੇ ਥੱਕ ਗਏ, ਨਹੀਂ ਰੁਕਿਆ ਮਨ। ਬਾਲਾ ਫੇਰਨੇ ਵਾਲੇ ਥੱਕ ਗਏ, ਨਹੀਂ ਰੁਕਿਆ ਮਨ। ਬਹੁਤ ਯਤਨ ਕਰ ਲਏ ਸਾਰਿਆਂ ਨੇ, ਮਨ ਨਹੀਂ ਰੁਕਿਆ। ਮੋਹਨ ਧਾਰਨ ਕਰ ਗਿਆ, ਮਨ ਨਹੀਂ ਰੁਕਿਆ। ਪਰ ਇਹ ਕੀ ਕਰਦੀ ਹੈ? ਬਿਹੰਡਮ ਉਹਦਾ ਤੁਰਨਾ ਫਿਰਨਾ ਬੰਦ ਕਰ ਦਿੰਦੀ ਹੈ। ਜਾਂ ਖੜਕ ਬਾਹਰ ਆਉਂਦੀ ਆ, ਉਹ ਚੱਲਣਾ ਤੁਰਨਾ ਫਿਰਨਾ ਹੀ ਭੁੱਲ ਜਾਂਦਾ ਮਨ। ਬਿਹੰਡਮ ਹੰਡਣਾ ਫਿਰਨਾ ਬੰਦ। ਹੰਡਣਾ ਹੁੰਦਾ ਤੁਰਨਾ ਫਿਰਨਾ। ਮਨ ਬਹੁਤ ਤੇਜ਼ ਭਜਦਾ ਹੈ। ਉਹ ਉੱਥੇ ਹੀ ਸੁੰਨ ਹੋ ਕੇ ਹੀ ਰਹਿ ਜਾਂਦਾ। ਤੇਰਾ ਦਰਸ਼ਨ ਕਰਦੀ ਸਾਰੇ ਸੁੰਨ ਹੋ ਜਾਂਦਾ ਮਨ। ਤੁਰਦਾ ਹੀ ਨਹੀਂ, ਆਕੜ ਜਾਂਦਾ, ਪੱਥਰ ਦਾ ਮੂਰਤ ਬਣ ਕੇ ਖੜਾ ਹੋ ਜਾਂਦਾ। ਪਾਵੋਂ ਤੇ ਪਿੰਗਲ ਹੋ ਜਾਂਦਾ। ਪਾਵੋਂ ਤੇ ਪਿੰਗਲ ਪਿਆ ਜਾ ਸਤਿਗੁਰ ਵਾਹਿਆ ਬਾਣ। ਬਿਹੰਡੰ ਤੁਰਨਾ ਫਿਰਨਾ ਬੰਦ। ਗਿਆਨ ਕਾ ਬੰਦਾ ਮਨ ਹੈ।
ਬੰਨ ਕੇ ਖੜਾ ਕਰ ਦਿੰਦੀ ਹੈ ਇਹ ਉਹ ਗਿਆਨ ਖੜ ਗਿਆ। ਖਾਗ ਖੰਡ ਬਿਹੰਡੰ ਖਾਲਦਲ ਖੰਡੰ। ਫਿਰ ਕੀ ਕਰਦੀ ਹੈ? ਜਿਹੜਾ ਤਾਂ ਇਹਦਾ ਭਗਤ ਹੈ ਉਹਦਾ ਤਾਂ ਆ ਕਰਦੀ ਹੈ, ਜਿਹੜਾ ਤਾਂ ਇਹਨੂੰ ਮਾਂ ਮੰਨਦਾ ਹੈ ਮੱਤ ਨੂੰ, ਜਿਹਦੇ ਤਾਂ ਮਾਂ ਹੈ ਉਹਦਾ ਤਾਂ ਆ ਫਾਇਦਾ ਕਰਦੀ ਹੈ। ਔਰ ਜਿਹੜੇ ਦੂਏ ਨੇ ਖਲਦਾਲਾ ਮੂਰਖ, ਉਹ ਖਲਦਾਲੇ ਹੀ ਨੇ, ਖਲ ਖੋਤੇ ਨੂੰ ਕਹਿੰਦੇ ਨੇ। ਆ ਜਿਹੜੇ ਦਸਮਾਨ ਦੇ ਵਿਰੋਧੀ ਨੇ ਨਾ, ਖਲ ਦਲ, ਇਹਨਾਂ ਦਾ ਦਲ ਖਰਾ ਮੂਰਖਾਂ ਦਾ, ਖਲ ਖੋਤੇ ਨੇ ਸਾਰੇ ਇਹ, ਅਕਲ ਤੋਂ ਖਾਲੀ। ਖਲਾਂ ਦੇ ਦਲਾਂ ਦੇ ਦਲ ਨੂੰ ਖੰਡਨ ਕਰ ਦਿੰਦੀ ਹੈ। ਖੋਟੇ ਹੋ ਤੁਸੀਂ ਸਾਬਤ ਕਰ ਦਿੰਦੀ ਹੈ, ਤੁਸੀਂ ਅਕਲ ਤੋਂ ਸਖਣੇ ਹੋ ਸਾਬਤ ਕਰ ਦਿੰਦੀ ਹੈ। ਔਰ ਸਾਬਤ ਹੋ ਜਾਣੇ ਨੇ, ਜਿੰਨਾ ਮਰਜ਼ੀ ਜੋਰ ਲਾ ਲੈਣ ਹੁਣ ਤੇ ਜਿੰਨਾ ਮਰਜ਼ੀ ਪੜ੍ਹ ਲੈਣ, ਜਿਹਨੂੰ ਮਰਜ਼ੀ ਗੁਰੂ ਬਣਾ ਲੈਣ, ਇਹਨਾਂ ਨੇ ਸਾਬਤ ਕਰਕੇ ਛੱਡਣਾ ਹੈ। ਦਸਮ ਗ੍ਰੰਥ ਨੇ ਇਹਨਾਂ ਨੂੰ ਵੀ ਤੁਸੀਂ ਖਲਦਲ ਖੰਡਣ ਹੋ, ਤੁਹਾਨੂੰ ਖੰਡਨ ਕਰਤਾ, ਤੁਸੀਂ ਮੂਰਖ ਹੋ। ਖਲਦਲ ਖੰਡਣ ਕਿਵੇਂ ਕਾਹਦਾ ਹੁੰਦਾ? ਖਲਦਲ ਖੰਡਣ ਅੱਤ ਰਣ ਵੰਡਣ। ਜਦ ਇਹਨਾਂ ਦਾ ਪੰਜਾ ਪੈਂਦਾ ਨਾ, ਰਣ ਮੁਕਾਬਲਾ ਹੁੰਦਾ, ਗਿਆਨ ਖੜਕਣਾ, ਫੇਰ ਖਲਦਲ ਖੋਤੇ ਸਾਬਤ ਹੁੰਦੇ ਨੇ ਇਹ। ਜਦ ਇਹ ਸਾਹਮਣੇ ਆ ਜਾਂਦੀ ਹੈ ਨਾ, ਫਿਰ ਸਾਬਤ ਕਰ ਦਿੰਦੀ ਹੋਵੇ ਖੜੇ ਨੇ ਖੋਤੇ। ਜਿਹੜੇ ਬੜਬੜੀਆਂ ਗੱਲਾਂ ਕਰਦੇ ਤੇ ਖੋਤੇ ਨੇ ਖੜੇ, ਸਾਰੀ ਦੁਨੀਆ ਪਛਾਣ ਲੈਂਦੀ ਵੀ ਖੋਤੇ ਨੇ, ਅਕਲ ਤੇ ਖਾਲੀ ਨੇ ਇਹ। ਕਿਉਂ ਖੂਹ ਸੜੇ ਨੇ ਉਹਨਾਂ ਨੇ ਕਹਿ ਕੇ, ਉਹ ਕਹਿੰਦੇ ਸਾਲੇ ਵੀ ਇਹ ਬਹੁਤ ਵਧੀਆ ਗ੍ਰੰਥ ਆ, ਕਹਿੰਦੇ ਹੂੰ RSS ਵਾਲਿਆਂ ਨੇ ਕਹਿਤਾ, ਹੁਣ ਨਹੀਂ ਅਸੀਂ ਮੰਨਦੇ। ਖੋਤੇ ਨਹੀਂ ਹੋਰ ਕੀ ਨੇ, ਸਿਰਤੇ ਨਾ ਖੂਹ ਚ। ਕਿਉਂ ਵਿਰੋਧੀ ਨੇ RSS ਨੂੰ ਸਮਝਦੇ, ਜੋ RSS ਕਹਿ ਲਵੇ ਇਹਨਾਂ ਕੋ ਅੰਮ੍ਰਿਤ ਹੋਵੇ ਉਹਨੂੰ ਵੀ ਢੋਲ ਦੇਣਗੇ। ਉਹਨਾਂ ਨੇ ਜੋ ਕਹਿ ਦਿੱਤਾ, ਉਹਦਾ ਕਹਿ ਦੇਣਾ ਵੀ ਇਹਨਾਂ ਦੇ ਜਿਹੜੀਆਂ ਅੱਖਾਂ ਨੇ ਨਾ, ਇਹ ਬਹੁਤ, ਇਹ ਦੋ ਹੋਰ ਚਾਹੀਦੀਆਂ ਨੇ। ਕਹਿੰਦੇ ਦੋ ਇਹ ਵੀ ਭਰ ਲਓ, ਇਹ RSS ਨੇ ਕਹਿ ਦਿੱਤਾ ਵੀ ਦੋ ਹੋਰ ਚਾਹੀਦੀਆਂ ਨੇ, ਇਹਦੇ ਦੋ ਹੈਗੀਆਂ ਨੇ। ਕਹਿੰਦੇ ਇਹ ਵੀ ਭਰ ਲਓ। ਇਹ ਤਾਂ ਉਹਨਾਂ ਚੋਂ ਨੇ ਵੀ ਮੁਸਲਮਾਨ ਹਿੰਦੂ ਹੱਥ ਐਂ ਧੋਂਦੇ ਤੇ ਮੁਸਲਮਾਨ ਕਹਿੰਦੇ ਅਸੀਂ ਐਂ ਧੋਣੇ ਨੇ, ਉਹ ਨੇ ਇਹ ਖਲਦਾਲ ਹੈ ਸਾਰੇ। ਇਹਨਾਂ ਦਾ ਜੋ ਮਰਜ਼ੀ ਕਰਾ ਲਓ, ਫਿਰ ਮੂਰਖਾਂ ਤੇ ਜੋ ਉਹਨਾਂ ਨੇ ਕਹਿਣਾ ਇਹਨਾਂ ਨੇ ਉਲਟ ਕਰਨਾ, ਉਲਟ ਕਹਿ ਦੇਣਗੇ। ਉਹ ਕਹਿੰਦਾ ਨਾ ਇੱਕ ਸੰਤ ਸੀ ਅਖੇ, ਉਹ ਸੰਤ ਕੋਲ ਇੱਕ ਸੰਖ ਸੀ ਵਜਾਉਂਦਾ, ਕਿਸੇ ਨੇ ਰੋਟੀ ਖੜਾਈ, ਉਹ ਕਹਿੰਦੇ ਸੰਖ ਅਖੇ ਮਾਈ ਅਖੇ ਮੰਗ ਕੀ ਮੰਗਦੀ ਹੈ? ਪਰ ਇੱਕ ਗੱਲ ਹੈ ਵੀ ਜੋ ਤੂੰ ਮੰਗੇਂਗੀ ਤੇਰੇ ਗੁਆਂਢੀ ਕੋ ਦੁੱਗਣਾ ਹੋ ਜਾਣਾ। ਉਹਨੇ ਇੱਕ ਮੈਸ ਮੰਗ ਲਈ, ਉਹਦੇ ਦੋ ਹੋ ਗਈਆਂ, ਕਿੱਲੇ ਤੇ ਖੜੀਆਂ। ਉਹਨੇ ਕੰਧ ਹੀ ਦੇਖਿਆ ਉਹਦੇ ਦੋ ਖੜੀਆਂ ਨੇ। ਕਹਿੰਦੀ ਇਹ ਨਹੀਂ ਠੀਕ, ਕਹਿੰਦੇ ਐਂ ਕਰ ਵੀ ਮੇਰੀ ਇੱਕ ਅੱਖ ਫੁੱਟ ਜਾਏ। ਉਹਨਾਂ ਦੀਆਂ ਦੋਵੇਂ ਫੁੱਟ ਗਈਆਂ, ਦੁੱਗਣਾ ਜੋ ਮਿਲਣਾ ਸੀ। ਕਹਿੰਦੇ ਮੇਰੇ ਜ਼ਰਾ ਮੂਹਰੇ ਖੂਹ ਹੋ ਜਾਏ, ਉਹਦੇ ਦੋ ਹੋ ਗਏ। ਇਹ ਉਹ ਨੇ, ਇਹ ਤਾਂ ਉਹ ਨੇ। ਇਹ ਜੀ ਈਰਖਾ ਚ, ਈਰਖਾਲੂ ਨੇ ਲੋਕ, ਇਹ ਗਿਆਨਦਾਰੀਆਂ ਨੂੰ ਪਤਾ ਈਰਖਾ ਇਹਨਾਂ ਦੇ ਅੰਦਰ ਹੈ, ਈਰਖਾ ਦੇ ਭਰੇ ਹੋਏ ਨੇ। ਸਿੱਖੀ ਚ ਈਰਖਾ ਵਾਸਤੇ ਕੋਈ ਜਗ੍ਹਾ ਨਹੀਂ, ਗਿਆਨ ਹੈ ਇਹਦੇ ਵਾਸਤੇ ਕੋਈ ਜਗ੍ਹਾ ਨਹੀਂ। ਸਾਡੇ ਨਾਲ ਜਿਹੜਾ ਈਰਖਾ ਕਰਦਾ ਪਿਆ ਕਰੀ ਜਾਵੇ, ਉਹ ਨਹੀਂ ਆਊਗਾ, ਉਹਦੇ ਨਿਆਣੇ ਆ ਜਾਣਗੇ, ਉਹਦੇ ਨਿਆਣੇ ਆ ਜਾਣਗੇ ਸਾਡੇ ਨਾਲ। ਔਰੰਗਜ਼ੇਬ ਨਹੀਂ ਆਇਆ, ਔਰੰਗਜ਼ੇਬ ਦਾ ਮੁੰਡਾ ਆ ਗਿਆ ਸਾਡੇ ਨਾਲ, ਬਹਾਦਰ ਸ਼ਾਹ ਆ ਗਿਆ ਨਾ, ਆ ਗਿਆ। ਔਰੰਗਜ਼ੇਬ ਦਾ ਮੁੰਡਾ ਨਹੀਂ ਆ ਗਿਆ ਦਸਮ ਪਾਤਸ਼ਾਹ ਦੇ ਨਾਲ। ਸਾਡੀ ਬਹੁਤ ਲੰਬੀ ਡੋਰ ਹੁੰਦੀ ਹੈ। ਜੇ ਉਹ ਵਿਰੋਧੀ ਉਹਦੇ ਜਵਾਕ ਆ ਜਾਣਗੇ ਸਾਡੇ ਨਾਲ, ਖੜੇ ਹੋ ਜਾਣਗੇ ਆ ਕੇ। ਇਹਨਾਂ ਨੂੰ ਕੀ ਪਤਾ ਖੇਡ ਕੀ ਹੈ? ਬਹਾਦਰ ਸ਼ਾਹ ਸਾਡੇ ਨਾਲ ਖੜਾ, ਉਹਦਾ ਹੀ ਮੁੰਡਾ, ਉਹਦੇ ਨਾਲ ਰਲ ਕੇ ਤਾਰਾ ਦਾ ਮਾਰਤਾ। ਬਹਾਦਰ ਸ਼ਾਹ ਨਾਲ ਕੇ ਉਹਦਾ ਹੀ ਸਗਾ ਭਾਈ ਜਿਹੜਾ ਖਿਲਾਫ ਸੀ, ਔਰੰਗਜ਼ੇਬ ਦੇ ਸੰਭਾਲਾ ਮਾਰਤਾ। ਇਹ ਜਿਹੜੀ ਅਸੀਂ ਨੀਤੀ ਜਾਣਦੇ ਹਾਂ ਨਾ ਧਰਮ ਵਾਲੇ, ਇਹਨਾਂ ਦਾ ਫਰੇਸਤਿਆਂ ਨੂੰ ਨਹੀਂ ਪਤਾ ਨੀਤੀ ਕੀ ਹੁੰਦੀ ਹੈ। ਬੜੇ ਨੀਤੀਵਾਨ ਪੜ੍ਹੇ ਲਿਖੇ ਆਪਣੇ ਆਪ ਨੂੰ ਸਮਝਦੇ ਨੇ।
ਜਿਹੜੀ ਨੀਤੀ ਖਾਲਸੇ ਕੋਲ ਹੈ ਨਾ, ਧਰਮ ਨੀਤੀ, ਯੁੱਧ ਨੀਤੀ ਔਰ ਰਾਜਨੀਤੀ, ਇਹਨਾਂ ਦੇ ਫਰਿਸ਼ਤਿਆਂ ਕੋਲ ਵੀ ਨਹੀਂ ਹੈ। ਕਿਤੇ ਬੜੇ ਸਿਆਣੇ ਬਣੇ ਫਿਰਦੇ ਹੁਣ ਵੀ ਅਸੀਂ ਪਤਾ ਨਹੀਂ ਕੀ ਆ। ਜ਼ਮੀਨ ਤੇ ਪੈਰ ਨਹੀਂ ਰਹਿਣ ਦੇਣੇ ਇਹਨਾਂ ਦੇ, ਜ਼ਮੀਨ ਨਿਕਲ ਜੂਗੀ ਥੱਲੇ। ਅੱਗੇ ਅਸੀਂ ਜਾਣਦੇ ਨਹੀਂ ਇਹਨਾਂ ਨੂੰ, ਭੁੱਲੇ ਹੋਏ ਆ। ਅਤਰਣ ਮੰਡਮ, ਆ ਤਰਨ ਮੰਡਮ ਐਸਾ ਯੁੱਧ ਕਰਦੀ ਹੈ, ਰਣ ਨੂੰ ਵੰਡਦੀ ਹੈ। ਖਲ ਦਲ ਜਿੰਨੇ ਮਰਜੀ ਖਲ ਆ ਜਾਣ, ਮੂਰਖ ਆ ਜਾਣ, ਸਾਰਿਆਂ ਨੂੰ ਨੰਗੇ ਕਰ ਦਿੰਦੀ ਹੈ। ਹਰ ਵੰਡੰ, ਸਾਰਿਆਂ ਦਾ ਨੰਗ ਜ਼ਾਹਰ ਕਰ ਦਿੰਦੀ ਹੈ। ਨੰਗਾ ਉਹ ਹੁੰਦਾ ਹੈ, ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਰਾਵਣ। ਜਿਹਦਾ ਸੱਚ ਨਹੀਂ ਪਹਿਨਿਆ ਹੋਇਆ ਉਹ ਨੰਗਾ ਹੈ, ਝੂਠ ਤੇ ਖੜਾ। ਜਿਹੜਾ ਝੂਠ ਤੇ ਖੜਾ ਉਹ ਨੰਗਾ ਹੈ, ਜਿਹਦੇ ਸੱਚ ਤੇ ਖੜਾ ਉਹੀ ਢਕਿਆ ਹੋਇਆ। ਸੱਚ ਖਾਣਾ, ਸੱਚ ਪਹਿਨਣਾ। ਇਹ ਸਾਰੇ ਝੂਠੇ ਨੇ, ਝੂਠ ਨਾਲ ਜੁੜੇ ਨੇ, ਸਭ ਨੰਗੇ, ਨੰਗ ਜ਼ਾਹਰ ਕਰ ਲੈਣਾ ਇਹਨਾਂ ਦਾ ਨੰਗ। ਬਰ ਵੰਡੰ, ਬਰ ਵੰਡੰ ਬਹੁਤ ਹੀ ਸ਼ਕਤੀਸ਼ਾਲੀ ਹੈ। ਬਰ ਵੰਡਦੀ ਹੈ, ਬਲ ਬਰ ਕਹਿੰਦੇ ਨੇ ਬਲ ਨੂੰ ਸ਼ਕਤੀ। ਇਹ ਤਾਂ ਸ਼ਕਤੀ ਇੰਨੀ ਹੈ, ਦੇਖੋ ਜਿੰਨੀ ਮਰਜ਼ੀ ਬਣਦੀ ਰਹਿੰਦੀ ਹੈ, ਸਾਰੀ ਦੁਨੀਆ ਲੈ ਲਵੇ ਚਾਹੇ ਸ਼ਕਤੀ, ਇਹਦੀ ਮੁੱਕਦੀ ਹੈ। ਇਹਦਾ ਗਿਆਨ ਸਾਰੀ ਦੁਨੀਆ ਨੂੰ ਵਰਤਾ, ਆਪਣੇ ਵਰਗਾ ਹੀ ਕਰ ਲੈਂਦੀ ਹੈ ਇਹ ਸਾਰਿਆਂ ਨੂੰ। ਇਹ ਐਸੀ ਬੁੱਧ ਹੈ ਜਿਹੜੀ ਬੁੱਧ ਗਿਆਨ ਵੰਡਦੀ ਹੈ, ਬਰ ਵੰਡਦੀ ਹੈ। ਜੋ ਲੈ ਲਵੇ, ਲੈਣ ਵਾਲਾ ਲੈ ਲਵੇ। ਗੁਰਮਤ ਗਿਆਨ ਇਹ ਦੇ ਰਹੀ ਹੈ, ਕੋਈ ਲਵੇ ਤਾਂ ਸਹੀ। ਅਸੀਂ ਕਹਾ ਨਾਲ ਲੈ ਕੇ ਜੰਮੇ ਸੀ, ਇਹ ਗਿਆਨ ਇੱਥੋਂ ਹੀ ਲਿਆ ਹੋਇਆ, ਉਹ ਇੱਥੋਂ ਹੀ ਲਿਆ। ਇਹਨਾਂ ਨੇ ਗਿਆਨ ਲੈਣਾ ਨਹੀਂ ਹੈ, ਇਹਨਾਂ ਨੇ ਤੈਨੂੰ ਖਤਮ ਕਰਨਾ ਗਿਆਨ ਨੂੰ। ਗਿਆਨ ਇਹ ਲੈ ਲੈਂਦੇ, ਇੱਥੋਂ ਹੀ ਲਿਆ, 10 ਦੇ ਵਿੱਚੋਂ ਹੀ ਲਿਆ ਸੀ। ਤੁਸੀਂ ਗੱਲ ਤਾਂ ਕਰਕੇ ਦਿਖਾਓ, ਬਰਾਬਰ ਆ ਕੇ ਖੜ ਕੇ। ਜਿੱਥੇ ਮਰਜ਼ੀ ਕਰ ਲਓ, ਜਿਹੜੀ ਮਰਜ਼ੀ ਸਟੇਜ ਤੇ ਕਰ ਲਓ, ਟੈਲੀਵਿਜ਼ਨ ਤੇ ਕਰ ਲਓ, ਜਿੱਥੇ ਮਰਜ਼ੀ ਕਰ ਲਓ। 10 ਦੇ ਵਿੱਚੋਂ ਤੁਹਾਨੂੰ ਬੋਲ ਕੇ ਦਿਖਾਵਾਂਗੇ ਇਹਦੇ 'ਚ ਹੈ ਕੀ। ਉਹ ਤੁਹਾਡੇ ਸਮਝ ਚ ਆਇਆ, ਲੈਣਾ ਦੇਣਾ। ਤੁਹਾਡੀ ਦਾਲ ਪੌੜੀਆਂ ਦੇ ਪੈਣ ਜੋਗੀ ਆ ਤੁਹਾਡੇ ਕੋਲ, ਸਾਰਿਆਂ ਕੋਲ। ਦੂਏ ਨੂੰ ਵਰਤਾਉਣ ਜੋਗੀ ਨਹੀਂ ਹੈ। ਕਹਿੰਦਾ ਉਹੀ ਦਾਲ ਦੀ ਜਿਹੜੀ ਪੌੜੀਆਂ ਤੇ ਪੈ ਗਈ। ਇੰਨਾ ਤੁਹਾਡੇ ਕੋਲ ਗਿਆਨ ਜਿਹੜਾ ਤੁਹਾਡੀ ਰੋਟੀ ਤੇ ਪੈ ਜਾਣ, ਕੌਲੀ ਦੀ ਵੀ ਲੋੜ ਨਹੀਂ ਹੈ। ਇੱਥੇ ਵਰ ਵੰਡਣਾ, ਇੱਥੇ ਲੰਗਰ ਹੈ ਸ਼ਬਦ ਦਾ। ਕੋਈ ਤੋਟਰਾ ਆਵੇ ਖੱਟੀਏ, ਇਹ ਤਾਂ ਲੰਗਰ ਚੱਲਦਾ, ਜਿੰਨਾ ਮਰਜ਼ੀ ਖਾਈ ਜਾਣ, ਤੋੜੇ ਨਹੀਂ ਹੈ। ਤੁਹਾਡੇ ਆਪਣੇ ਯੋਗਾ ਗਿਆਨ ਨਹੀਂ ਹੈ ਤੁਹਾਡੇ ਕੋਲ। ਆਪਣਾ ਬਚਾਓ ਕਰ ਲਿਓ, ਗਿਆਨ ਆਪਣੇ ਜੋਗਾ ਜ਼ਿਆਦਾ ਹੈ। ਜਾਂ ਆਪਣਾ ਬਚਾਓ ਕਰ ਲਓਗੇ ਹੁਣ ਤੁਸੀਂ। ਬਚਾਓ ਦੀ ਸੋਚੋ, ਬਚਾਓ ਕਿਹੜੇ ਰਸਤੇ ਕਰਨਾ। ਬੋਲ ਤਾਂ ਬਹੁਤ ਕੁਝ ਬੈਠੇ, ਬਚਾਓ ਹੁਣ ਕਿਵੇਂ ਹੋਊ ਤੁਹਾਡਾ। ਦੂਜੇ ਪਾਸੇ ਤੋਂ ਬਾਹਰ ਆਉਂਦਾ ਨਾ, ਹੁਣ ਗਿਆਨ ਖੜਕਦਾ ਚੱਲ ਪਿਆ। ਆਪਣਾ ਬਚਾਓ ਕਰੋ, ਹੁਣ ਤੁਹਾਡਾ ਬਚਾਓ ਹੈ ਕਿੱਥੋਂ। ਭੁਜ ਦੰਡ ਅਖੰਡੰ, ਜਿਹੜੀ ਭੁਜਾ ਹੈ ਜਿਹਦੇ ਹੱਥ 'ਚ ਹੈ, ਇੱਕ ਤਾਂ ਤਲਵਾਰ ਹੈ, ਇੱਕ ਭੁਜਾ ਜਿਹਦੇ ਹੱਥ 'ਚ ਹੈ। ਉਹ ਅਖੰਡਕ ਹੈ। ਐ ਨਹੀਂ ਵੀ ਉਹਨੂੰ ਭੁਜਾ ਨੂੰ ਫੜ ਦੂ ਕੋਈ। ਇਹ ਕੋਈ ਭੁਜ ਦੰਡ ਅਖੰਡੰ, ਉਹ ਦੰਡ ਦੇਣ ਵਾਲੀ ਹੈ ਇਹ। ਉਹ ਭੁਜਾ ਹੀ ਦੰਡ ਦਿੰਦੀ। ਦੰਡ ਤਾਂ ਉਹਨੇ ਦੇਣਾ ਗਾਹਾਂ, ਪਿੱਛੇ ਵਾਲੇ ਨੇ। ਤਲਵਾਰ ਤਾਂ ਚੱਲਣੀ ਹੈ, ਚਲਾਉਣੀ ਉਹਨੇ। ਸਜ਼ਾ ਤਾਂ ਉਹ ਪਿਛਲਾ ਦਿੰਦਾ। ਇਹ ਕੀਤੇ ਦੀ ਸਜ਼ਾ ਇਹਨਾਂ ਨੂੰ ਉਹਨੇ ਦੇਣੀ ਹੈ। ਹੁਣ ਇਹ ਬੰਦਾ ਨਹੀਂ ਕੋਈ ਦੇ ਸਕਦਾ ਸਜ਼ਾ। ਬੰਦਾ ਕੌਣ ਹੁੰਦਾ? ਬੰਦੇ ਦੇ ਹੱਥ ਤਾਂ ਕੁਛ ਹੁੰਦਾ ਹੀ ਨਹੀਂ। ਇਹਨੇ ਮਾਨਸ ਕਿਆ ਵਿਚਾਰਾ, ਮਾਨਸ ਕੀ ਚੀਜ਼ ਹੈ? ਮਾਨਸ ਤਾਂ ਕੁਝ ਵੀ ਨਹੀਂ, ਕੋਈ ਵੀ ਨਹੀਂ। ਇਹ ਆਪਣੇ ਆਪ ਨੂੰ ਸਮਝਦੇ ਹੋਣਗੇ, ਕੁਝ ਵੀ ਨਹੀਂ ਹੋਣਗੇ। ਜੇ ਸਮਝਦੇ ਨੇ ਤਾਂ ਮੂਰਖ ਨੇ, ਜੇ ਸਮਝਦੇ ਨੇ ਤਾਂ ਬਿਲਕੁਲ ਹੀ ਸਿੱਖ ਨਹੀਂ ਹਨ। ਜੇ ਸਿੱਖ ਨੇ ਕਮ ਸੇ ਕਮ ਸਮਝ ਦੇਣਾ ਹੈ ਆਪਣੇ ਆਪ ਨੂੰ। ਸਾਡੇ ਤਾਂ ਗੁਰੂ ਨਹੀਂ ਸਮਝਦੇ, ਜਿਹਨਾਂ ਨੂੰ ਅਸੀਂ ਗੁਰੂ ਮੰਨੀ ਬੈਠੇ ਹਾਂ ਆਪਣੇ ਆਪ ਨੂੰ। ਉਹ ਕਹਿੰਦੇ ਨਾਨਕ ਕਿਆ ਵਿਚਾਰ, ਨਾਨਕ ਕਿਆ ਮਨੁੱਖ। ਨਾਨਕ ਕਹਿੰਦਾ ਮਨੁੱਖ ਕੀ ਚੀਜ਼ ਹੈ? ਮਨੁੱਖ ਤਾਂ ਕੋਈ ਚੀਜ਼ ਹੈ ਹੀ ਨਹੀਂ। ਮਨੁੱਖ ਤਾਂ ਐਵੇਂ ਅਕੜਿਆ ਫਿਰਦਾ ਵੀ ਮੈਂ ਪਤਾ ਨਹੀਂ ਅਖਬਾਰ ਦੇ ਸਿਰ ਤੇ ਝੂਠ ਨੂੰ ਸੱਚ ਬਣਾ ਦੂੰਗਾ। ਵਾਹ ਬਾਈ ਵਾਹ। ਬਈ ਬਾਰ-ਬਾਰ ਕਹੀ ਜਾਈਏ ਨਾ, ਇਹ ਜਿਹੜੇ ਕਪਟੀ ਆਦਮੀ, ਝੂਠੇ ਆਦਮੀ ਬਤਾਲੇ ਨੇ ਨਾ,
ਉਹਨਾਂ ਦੀ ਫਿਲਾਸਫੀ ਇਹ ਹੈ ਮੰਨਣਾ। ਉਹ ਮੰਨਦੇ ਨੇ, ਝੂਠ ਨੂੰ ਬਾਰ-ਬਾਰ ਰਿਪੀਟ ਕਰੀ ਜਾਓ, ਲੋਕ ਉਹਨੂੰ ਸੱਚ ਮੰਨ ਲੈਂਦੇ ਨੇ। ਇਹ ਗੱਲ ਤਾਂ ਗੁਰਬਾਣੀ ਨਹੀਂ ਮੰਨਦੀ, ਇਹਨੂੰ ਗੁਰਬਾਣੀ ਨਹੀਂ ਮੰਨਦੀ ਇਹ ਗੱਲ ਨੂੰ। ਇਹ ਝੂਠੇ ਲੋਕਾਂ ਦੀ ਮਾਨਤਾ ਹੋ ਸਕਦੀ ਹੈ। ਤੂੰ ਸੱਚ ਬਣਾ ਕੇ ਦਿਖਾ ਦੀ, 100 ਸਾਲ ਲਿਖੀ ਜਾ, 10 ਸਾਲ 'ਚ ਕੀ ਵਿਗਾੜਤਾ ਤੈਂ? 10 ਸਾਲ ਹੋ ਗਏ ਇਹਨੂੰ ਲਿਖਦੇ ਨੂੰ, ਕੀ ਵਿਗਾੜਤਾ? ਕੁਝ ਨਹੀਂ ਵਿਗੜਿਆ। ਕਿਸੇ ਨੇ ਜਵਾਬ ਨਹੀਂ ਦਿੱਤਾ ਤੇਰਾ ਬਹੁਤਾ। 9 ਸਾਲ ਹੋ ਗਏ, 9ਵੇਂ ਸਾਲ 10ਵੇਂ ਸਾਲ ਅਸੀਂ ਜਵਾਬ ਦੇਣ ਲੱਗੇ। ਹੁਣ ਤੂੰ ਆਪਣਾ ਬਚਾਓ ਕਰ ਲਈ, ਤੇਰਾ ਕੀ ਬਣੂਗਾ? ਹੁਣ ਤੂੰ 10 ਸਾਲ ਦੱਸ ਕੀ ਕਰਤਾ? ਜਿਹੜੇ ਬੰਦੇ ਨਾਲ ਦੇ ਉਹ ਵੀ ਟੁੱਟ ਗਏ, ਜਿਹੜੇ ਸਿਆਣੇ ਬੰਦੇ ਦੇ ਸਾਰ ਛੱਡ ਕੇ ਪਿੱਛੇ ਹੋ ਗਏ। ਕਿਉਂ ਹੋ ਗਏ ਵੀ ਪਿੱਛੇ ਤੇਰੇ ਨਾਲੋਂ? ਹੋਰ ਕੀ 10 ਸਾਲ ਤਾਂ ਜੋੜਿਆ ਕਿਹਨੂੰ ਹੈ? ਟੁੱਟੇ ਹੀ ਨੇ ਬੰਦੇ, ਟੁੱਟੇ ਬੰਦੇ ਤਾਂ ਨੇ ਝੂਠ ਸਾਬਤ ਹੋਈ ਜਾਂਦਾ। ਤੂੰ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ, ਕੋਈ ਤੇਰੇ ਤੇ ਕਾਹਤੇ ਕਰੂਗਾ? ਐ ਕਾਫਲੇ ਬਣਦੇ ਹੁੰਦੇ ਨੇ ਜਿਵੇਂ ਤੂੰ ਬਣਾ ਲੇਗਾ। ਜਿਹੜਾ ਆਦਮੀ ਕਪਟੀ ਹੈ, ਕਿਸੇ ਤੇ ਵਿਸ਼ਵਾਸ ਹੀ ਨਹੀਂ ਕਰਨਾ, ਉਹਦੇ ਨਾਲ ਕੌਣ ਤੁਰੂਗਾ? ਉਹਦੇ ਨਾਲ ਕੋਈ ਮੂਰਖ ਨਾ ਕੋਈ ਤੁਰਦਾ ਹੁੰਦਾ। ਜਿਹੜੇ ਤੇਰੇ ਨਾਲ 10 ਬੰਦੇ ਤੇ ਉਹ ਬਣਾ ਰਹੇ ਤੇਰੇ ਨਾਲ ਤਾਂ। ਹਾਂਜੀ, ਉਜ ਦੰਡ ਅਖੰਡੰ ਤੇਜ ਪ੍ਰਚੰਡੰ। ਤੇਜ ਪ੍ਰਚੰਡੰ, ਪ੍ਰਚੰਡ ਤੇਜ ਹੈ, ਪ੍ਰਚੰਡ ਤੇਜ ਹੈ। ਸੂਰਜ ਤਾਂ ਜਿਵੇਂ ਸੂਰਜ ਦਾ ਤੇਜ ਪ੍ਰਚੰਡ ਹੈ ਨਾ, ਸਾਡੇ ਕੋਲ ਐਡਾ ਬੜਾ ਹੋਰ ਕੋਈ ਦੀਵਾ ਨਹੀਂ ਸੰਸਾਰ 'ਚ। ਜੇ ਆਪਾਂ ਦੀਵਾ ਬਣੀਏ ਨਾ, ਸੰਸਾਰ ਦਾ ਸੂਰਜ ਇਹੋ ਜਿਹਾ ਉਹ ਪ੍ਰਚੰਡ ਹੈ ਜਿਹਦੇ ਮੂਹਰੇ ਕੋਈ ਸੰਸਾਰ ਦੀ ਅਕਲ ਕੰਮ ਨਹੀਂ ਕਰ ਸਕਦੀ। ਜਿਵੇਂ ਸੰਸਾਰ ਦਾ ਕੋਈ ਦੀਵਾ ਸੂਰਜ ਮੂਹਰੇ ਕੁਝ ਨਹੀਂ ਨਾ ਕਰਦਾ, ਐ ਦੁਨਿਆਵੀ ਕੋਈ ਅਕਲ, ਦੁਨਿਆਵੀ ਅਕਲ ਇੱਕ ਦੀਪ ਹੈ, ਉਹ ਸੂਰਜ। ਸਾਰੀ ਅਕਲ ਦਾ ਇੱਕ ਦੀਪ ਹੈ, ਬਿਲਕੁਲ ਦੀਵੇ ਜਿੰਨੀ ਲਾਈਟ ਹੈ। ਉਹ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਉਹਦਾ। ਜੋਤਿ ਅਮੰਡੰ, ਜੋਤ ਅਮੰਡੰ ਭਾਨ ਪ੍ਰਭੰ। ਜੋਤ ਕੈਸੀ ਹੈ? ਭਾਨ ਜਿਹੜਾ ਹੁੰਦਾ ਨਾ ਸੂਰਜ, ਇਹ ਸਮਝ ਲਓ ਉਹਦੀ ਪ੍ਰਭਾ ਵਰਗੀ ਹੈ। ਉਹੀ ਸੂਰਜ ਦੀ ਪ੍ਰਭਾ ਜੈਸੀ ਧੁੱਪ ਹੈ ਨਾ, ਇੰਨੀ ਨਿਖਰਵੀਂ ਜੋਤ ਹੈ ਉਹ। ਸਪਸ਼ਟ ਰੋਸ਼ਨੀ ਹਰੇਕ ਚੀਜ਼ ਦੀਦੀ ਹੈ ਉਹਦੇ ਵਿੱਚ। ਕੁਛ ਵੀ ਦੇਖੋ, ਚਾਨਣੀ ਚੰਦਰਮਾ ਦੀ ਵੀ ਹੁੰਦੀ ਹੈ ਰਾਤ ਨੂੰ। ਪੂਰਨਮਾਸ਼ੀ ਦੇ ਚੰਦਰਮੇ ਨੂੰ ਗ੍ਰੰਥਾਂ ਦੇ ਵਿੱਚ ਸਭ ਤੋਂ ਵੱਡਾ ਮੰਨਿਆ ਹੋਇਆ। ਇਹਨਾਂ ਨੇ 16 ਕਲਾ ਸੰਪੂਰਨ ਨੂੰ ਵੱਡਾ ਅਵਤਾਰ ਮੰਨਿਆ ਹੋਇਆ। ਗੁਰਬਾਣੀ ਨਹੀਂ ਮੰਨਦੀ ਹੈ। ਚੰਦਰਮਾ ਪੂਰਨਮਾਸ਼ੀ ਦਾ ਵੀ ਹੋਵੇ, ਹੁੰਦੀ ਰਾਤ ਹੈ, ਦਿਨ ਨਹੀਂ ਹੁੰਦਾ। ਸੂਰਜ ਨਿਕਲਦੀ ਸਾਰੇ ਦਿਨ ਚੜ ਜਾਂਦਾ। ਚੰਦਰਮਾ ਤਾਰੇ ਫਿੱਕੇ ਪੈਣ ਲੱਗ ਜਾਂਦੇ ਨੇ। ਇਹ ਉਹ ਸੂਰਜ ਹੈ ਜਾਂ ਨਿਕਲਣਾ ਨਾ, ਇਹ ਜਿਹੜੇ ਛੋਟੇ ਛੋਟੇ ਨੇ ਗਿਆਨ ਵਾਲੇ ਤਾਰੇ, ਰਿਸ਼ੀ ਮੁਨੀਆਂ ਨੂੰ ਤਾਰੇ ਮੰਨਿਆ ਹੋਇਆ ਗੁਰਬਾਣੀ ਨੇ। ਜਿਹੜੇ ਵੱਡੇ ਅਵਤਾਰ ਨੇ, ਜਿਨ੍ਹਾਂ ਨੇ ਬਣਾਏ ਨੇ ਮੱਤ, ਉਹਨਾਂ ਨੂੰ ਤਾਰੇ ਹੀ ਮੰਨਿਆ ਹੋਇਆ। ਕ੍ਰਿਸ਼ਨ ਵਰਗਿਆਂ ਨੂੰ ਇਹਨਾਂ ਨੇ ਆਬਾਦੀ ਦਿੱਤੀ, ਉਹਨਾਂ ਲੋਕਾਂ ਨੇ ਵੀ ਇਹ ਚੰਦਰਮੇ ਦਾ ਲਾਈਟ ਹੈ। ਰਾਮਚੰਦਰ ਨੂੰ ਕਿਹਾ 14 ਕਲਾ, ਕ੍ਰਿਸ਼ਨ ਨੂੰ ਕਿਹਾ 16 ਕਲਾ। ਉਹਨਾਂ ਨੇ ਕਿਹਾ ਨਾ, ਗੁਰਬਾਣੀ ਨੇ ਤਾਂ ਨਹੀਂ ਦਿੱਤੀ ਨਾ ਇਹ ਆਬਾਦੀ। ਉਹਨਾਂ ਨੇ ਦੇ ਦਿੱਤੀ, ਖਬਰਾਂ ਕਿਹੜੇ ਲਾਲਚ ਨੂੰ ਦੇ ਦਿੱਤੀ। ਉਹ ਰਾਜਾ ਸੀਗਾ, ਉਹ ਵਿਦਵਾਨ ਸੀ, ਕਿਸੇ ਲਾਲਚ ਨੂੰ ਦੇ ਦਿੱਤੀ ਹੋ। ਪਰ ਰਾਤ ਇਹ ਹੁੰਦੀ ਹੈ, ਉਹ ਕਲੀਅਰ ਨਹੀਂ ਹੁੰਦਾ ਕੁਛ ਵੀ। ਰਾਤ ਨੂੰ ਬਹੁਤ ਦੂਰ ਤੱਕ ਨਹੀਂ ਦਿਖਦਾ ਹੈ। ਦਿਨ ਵਰਗੀ ਲਾਈਟ ਨਹੀਂ ਹੁੰਦੀ। ਦਿਨ ਜਦ ਚੜ੍ਹਦਾ ਜਾਂ ਸੱਚ ਪ੍ਰਗਟ ਹੁੰਦਾ। ਜਦ ਵਿਵੇਕ ਬੁੱਧੀ ਪ੍ਰਗਟ ਹੁੰਦੀ ਹੈ ਨਾ, ਫਿਰ ਰੁੱਤ ਆਉਂਦੀ ਹੈ। ਭਾਵੇਂ ਰੁੱਤ ਆਉਂਦੀ ਹੈ, ਮੇਘ ਵਰਸਦਾ, ਪਰ ਮੇਘ ਵੀ ਕੁਛ ਨਹੀਂ ਹੁੰਦਾ। ਮੇਘੇ ਕੇ ਹੱਥ ਕੁਛ ਨਹੀਂ। ਮੇਘੇ ਦੇ ਹੱਥ ਕੁਛ ਨਹੀਂ। ਮੇਘਾ ਤਾਂ ਕਿਸੇ ਦੇ ਹੱਥ 'ਚ ਖੇਲਦਾ। ਮੇਘਾ ਤਾਂ ਆਪ ਕਿਸੇ ਦੇ ਹੁਕਮ ਚੱਲਦਾ। ਮੇਘੇ ਦੇ ਹੱਥ ਕੁਛ ਨਹੀਂ ਹੁੰਦਾ।
ਉਹਨਾਂ ਨੇ ਤਾਂ ਕਿਹਾ ਸੀ ਵੀ ਸਾਨੂੰ ਕਿਤੇ ਨਾ ਸਮਝ ਲਿਓ ਵੀ ਅਸੀਂ ਕੁਛ ਹੈਗੇ ਹਾਂ, ਸਾਨੂੰ ਨਾ ਸਮਝ ਲਿਓ ਵੀ ਕੁਛ ਹੈਗੇ ਹਾਂ, ਅਸੀਂ ਤਾਂ ਕਿਸੇ ਦੇ ਹੱਥ 'ਚ ਖੇਡਦੇ ਹਾਂ। ਨਾਨਕ ਤਾਂ ਆਪ ਹੁਕਮੀ ਬੰਦਾ। ਆ ਜਿਹੜਾ ਬਾਕੀ ਝੂਠ ਬੋਲਿਆ ਹੋਇਆ ਇਹਨਾਂ ਦਾ ਹੀ ਹੈ, ਇਹ ਜਿਹਾ ਦਾ ਵਿਦਵਾਨਾਂ ਦਾ ਹੀ ਹੈ। ਅਜੇ ਸ਼ਰੀਕ ਪੈਦਾ ਕਰਤਾ ਜੀ, ਉਹ ਕਰਤਾ ਜੀ, ਇੱਥੇ ਸ਼ਰੀਕ ਹੁੰਦਾ ਹੀ ਨਹੀਂ। ਉਹ ਤਾਂ ਨਿਰਸ਼ਰੀਕ ਹੈ, ਸ਼ਰੀਕ ਪੈਦਾ ਕਰ ਦੋਗੇ ਤੁਸੀਂ ਉਹਦਾ। ਸਾਰੀ ਬਾਣੀ ਇੱਕ ਜਗ੍ਹਾ ਤਾਂ ਹੀ ਕੀਤੀ ਹੈ। ਕਬੀਰ ਦੀ ਬਾਣੀ ਵਿੱਚ ਰਲਾਤੀ, ਕਾਹਦੇ ਰਲਾਤੀ? ਕਾਹਦੇ ਰਲਾਤੀ? ਸ਼ਰੀਕ ਉਹੀ ਜਿਹੀ ਬਾਣੀ ਕਬੀਰ ਦੀ, ਉਹੀ ਜਿਹੀ ਗੁਰੂ ਨਾਨਕ ਦੀ ਹੈ, ਉਹੀ ਜਿਹੀ ਭਗਤਾਂ ਦੀ, ਉਹੀ ਜਿਹੀ ਸਤਿਅਬਲ ਬਣਦੀ ਹੈ। ਇਹ ਆਪ ਸੂਚੀ ਸ਼ਰੀਕ ਨਹੀਂ ਹੁੰਦੀ ਕਿਸੇ ਦੇ। ਸੱਚ ਦਾ ਸ਼ਰੀਕ ਕਦੇ ਨਹੀਂ ਹੁੰਦਾ, ਝੂਠਿਆਂ ਦੇ ਸ਼ਰੀਕ ਹੁੰਦੇ ਨੇ। ਸੱਚ ਜਿੰਨਾ ਮਰਜੀ ਹੋਵੇ ਇੱਕ ਥਾਂ ਹੋ ਜਾਂਦਾ, ਸ਼ਰੀਕ ਨਹੀਂ ਹੁੰਦਾ। ਚਾਹੇ 100 ਗ੍ਰੰਥ ਲਿਆਓ ਸੱਚ ਦਾ, ਉਹ ਸ਼ਰੀਕ ਨਹੀਂ ਹੁੰਦਾ ਇੱਕ ਦੂਏ ਦੇ। ਉਹੀ ਗੱਲ ਉਹ ਕਹਿੰਦੇ, ਉਹੀ ਹੋ ਕਹਿੰਦੇ। ਸ਼ਰੀਕ ਤਾਂ ਉਹ ਹੈ ਜਿਹੜਾ ਉਹਦੇ ਖਿਲਾਫ ਬੋਲੇ। ਸ਼ਰੀਕ ਹੁੰਦਾ ਖਿਲਾਫ ਬੋਲਣ ਵਾਲਾ। ਤੁਸੀਂ ਜੇ ਸ਼ਰੀਕ ਕਹਿੰਦੇ ਖਿਲਾਫ ਗੱਲ ਦੱਸੋ ਕਿਹੜੀ ਹੈ? 10 ਮਹਾਰਾਜ ਦੀ ਕੋਈ ਖਿਲਾਫ ਗੱਲ ਦੱਸੋ ਕਿਹੜੀ ਹੈ ਗੁਰਮਤਿ ਤੇ, ਫਿਰ ਸ਼ਰੀਕ ਕਹਿ ਸਕਦੇ। ਜਦ ਗੱਲ ਇੱਕ ਬੋਲਦੇ ਨੇ, ਸ਼ਰੀਕ ਉਹ ਹੁੰਦਾ ਜਿਹੜਾ ਮੁਖਾਲਫ ਤੇ ਖੜਾ ਹੋਵੇ। ਇਹਨਾਂ ਨੂੰ ਇਹੀ ਨਹੀਂ ਪਤਾ ਵੀ ਅਸੀਂ ਸ਼ਰੀਕ ਤਾਂ ਕਹਿ ਦਿੱਤਾ। ਹੁਣ ਇਹਦੀ ਵਿਆਖਿਆ ਕਰਕੇ ਦਿਖਾਉਣ ਸ਼ਰੀਕ ਤੇ ਹੀ। ਸ਼ਰੀਕ ਹੁੰਦਾ ਕੌਣ, ਕਿਵੇਂ ਹੁੰਦਾ, ਕੀ ਕਰਦਾ ਹੁੰਦਾ, ਗਾਹਾਂ ਬੋਲਣ। ਹੁਣ ਇਹਨਾਂ ਨੂੰ ਮੈਂ ਪੁੱਛੂਗਾ ਸ਼ਰੀਕ ਕੀ ਹੁੰਦਾ, ਨਾਲ ਦੱਸੂਗਾ। ਭਾਸ਼ਾ ਇਹਨਾਂ ਨੂੰ ਪੜ੍ਹਾ ਕੇ ਛੱਡਾਂਗੇ ਤੁਰ ਸਹੀ। ਇਹ ਕੀ ਜਾਣ ਵਿਚਾਰੇ ਅਨਪੜ੍ਹ ਆਦਮੀ ਨੇ। ਹਾਂਜੀ, ਸੁਖ ਸੰਤਾਂ ਕਰਨੰ ਦੁਰਮਤ ਦਰਨੰ। ਦੇਖੋ ਕੀ ਹੈ ਕਹਾ, ਸੁਖ ਸੰਤਾਂ ਕਰਨ। ਸਿਰਫ ਸੰਤਾਂ ਨੂੰ ਸੁਖ ਕਰਦੀ ਹੈ, ਇਹ ਜਿਹਾ ਨੂੰ ਨਹੀਂ ਸੁਖ ਕਰਦੀ। ਇਹ ਆਪ ਸ਼ਰੀਕ ਨੇ ਸੱਚ ਦੇ। ਸੱਚ ਦੇ ਸ਼ਰੀਕ ਆਪ ਹੋਏ ਨੇ। ਦੁਰਮਤ ਦਰਨੰ। ਸੁਖ ਸੰਤਾਂ ਕਰਨ, ਸੰਤਾਂ ਦੇ ਹਿਰਦਿਆਂ 'ਚ ਸੁਖ ਪੈਦਾ ਕਰਦੀ ਹੈ, ਗੁਰਮਤਿ ਪ੍ਰਗਟ ਹੁੰਦੀ ਹੈ। ਆ ਜਿਹੜੇ ਦੁਰਜਨ ਨੇ ਉਹਨਾਂ ਨੂੰ ਤਾਂ ਦਲਣ ਵਾਲੀ ਹੈ ਇਹ। ਸੁਖ ਸੰਤਾਂ ਕਰਨ ਦੁਰਮਤ ਦਲਣ। ਦੁਰਮਤ ਹੈ ਨਾ ਜਿਹੜੀ ਅੱਜ ਇਹ ਦੁਰਮਤ, ਇਹ ਦੁਰਮਤ ਹੈ। ਉਹ ਜਿਹੜੀ 10 ਗ੍ਰੰਥ ਨੂੰ ਕਿਤਾਬ ਲਿਖਦੇ ਨੇ, ਦੁਰਮਤ ਹੋਰ ਕੀ ਹੁੰਦੀ ਹੈ? ਹੋਰ ਕੀ ਹੋਊ ਇਹ ਤੋਂ? ਇੱਕ ਪਾਸੇ ਤਾਂ ਗੁਰੂ ਗ੍ਰੰਥ ਨੂੰ ਗੁਰੂ ਕਹਿੰਦੇ ਨੇ, ਇੱਕ ਪਾਸੇ ਉਹਦੀ ਲਿਖਤ ਨੂੰ ਕਿਤਾਬ ਕਹਿੰਦੇ ਨੇ। ਉਹ ਗੁਰੂ ਹੀ ਨਹੀਂ, ਉਹ ਗੁਰੂ ਕਾਹਦਾ ਹੋਇਆ ਫਿਰ? ਆਨੰਦ ਸਾਹਿਬ ਪੜ੍ਹ ਕੇ ਦੇਖੋ ਕੀ ਲਿਖਿਆ ਹੋਇਆ। ਆਵੋ ਸਿੱਖ ਸਤਿਗੁਰੂ ਕੋ ਪਿਆਰੇ ਹੋ, ਗਾਵੋ ਸੱਚੀ ਬਾਣੀ। ਸੱਚੀ ਬਾਣੀ। ਬਾਣੀ ਦਾ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ। ਕੀ ਉਹ ਗੁਰੂ ਜੇ ਹੈ, ਉਹਦੀ ਬਾਣੀ ਹੈ, ਫਿਰ ਬਰਾਬਰ ਕਿਉਂ ਨਹੀਂ? ਪੂਰੇ ਦੱਸੋ, ਦੱਸੋ ਕਿਉਂ ਨਹੀਂ ਬਰਾਬਰ? ਉਹਦੀ ਵਜ੍ਹਾ ਦੱਸੋ, ਬਰਾਬਰ ਕਿਉਂ ਨਹੀਂ? ਕੋਈ ਉਹਦਾ ਵਿਰੋਧ ਕਰਦੀ ਹੈ, ਕੋਈ ਕੱਚ ਹੈ, ਕੋਈ ਪੱਕ ਹੈ, ਕਿਉਂ ਨਹੀਂ ਹੈ? ਇੱਕ ਇੱਕ ਗੱਲ ਦਾ ਜਵਾਬ ਮੰਗ ਲੈਣਾ, ਇਹਨਾਂ ਨੂੰ ਤਾਂ ਖਹਿੜਾ ਛਡਾਉਣਾ ਔਖਾ ਹੋ ਜਾਣਾ। ਹੁਣ ਜਿੰਨੇ ਵੀ ਬੈਠੇ ਨੇ, ਜਿੰਨਿਆਂ ਦੀ ਬਾਣੀ ਸਾਰੇ ਗੁਰੂ ਨੇ। ਨਹੀਂ ਉਹ ਕੱਢੋ ਬਾਹਰ ਫਿਰ, ਜੇ ਗੁਰੂ ਨਹੀਂ ਗਣੋ। ਬਾਣੀ ਦਾ ਗਾਵੋ ਗੁਰੂ ਕੇਰੀ। ਜਿੰਨੀ ਗੁਰਬਾਣੀ ਹੈਗੀ ਸਾਰੀ ਗੁਰੂ ਦੀ ਹੈ। ਇਹ ਕੱਢ ਦਿਓ ਫਿਰ ਵਿੱਚੋਂ। ਸੱਤੇ ਪ੍ਰਮਾਣ ਦੀ ਕੱਢ ਦਿਓ, ਭੱਟਾਂ ਦੇ ਸਵਈਏ ਕੱਢ ਦਿਓ, ਭਗਤਾਂ ਦੀ ਬਾਣੀ ਕੱਢ ਦਿਓ। ਕੱਢ ਦਿਓ ਫਿਰ ਵਿੱਚੋਂ। ਉਹ ਤੁਸੀਂ ਮੁਦਾਵਣੀ ਉਹ ਕੱਢ ਕੇ ਦਿਖਾ ਦਿਓ ਜਿਹੜੀ ਗੁਰੂ ਕੀ ਬਾਣੀ ਹੋਏ ਨਹੀਂ। ਮੁਦਾਵਣੀ ਨਹੀਂ ਕੱਢ ਹੋਈ, ਕਿਸੇ ਨੇ ਪਾ ਤਾਂ ਦਿੱਤੀ, ਗੱਲਾਂ ਮਾਰਦੇ ਨੇ। ਨਾ ਰਾਗਮਾਲਾ ਸੱਚ ਮੁਦਾਵਣੀ ਤੋਂ ਬਾਅਦ ਰਾਗਮਾਲਾ ਕੱਢ ਕੇ ਦਿਖਾ ਦੇਣੇ। ਇਹ ਗ੍ਰੰਥ ਧਰਮ ਗ੍ਰੰਥਾਂ ਦੇ ਵਿੱਚੋਂ ਕੋਈ ਅੱਖਰ ਕੱਢ ਲੈਣਾ ਜਿਹੜੀ ਮਜ਼ਾਕ ਗੱਲ ਸਮਝਦੇ ਨੇ। ਇਹ ਬਾਈਬਲ ਨਹੀਂ ਹੈਗੀ,
ਬਾਈਬਲ ਕੋਈ ਧਰਮ ਦੀਆਂ ਕਹਾਣੀਆਂ ਨੇ, ਉਹ ਤਾਂ ਝੂਠੀਆਂ ਸਾਬਤ ਹੋ ਗਈਆਂ। ਇਹਨੂੰ ਝੂਠਾ ਸਾਬਤ ਕਰੋ, ਤੁਸੀਂ ਇਹਦਾ ਝੂਠ ਸਾਬਤ ਕਰੋ, ਫਿਰ ਦੇਖਾਂਗੇ ਗੱਲ ਕੀ ਹੈ। ਉਹਦਾ ਸਾਬਤ ਸਾਇੰਸ ਨੇ ਕਰਤਾ ਵੀ ਝੂਠ ਹੈ, ਉਹ ਇਹਨੂੰ ਸਾਬਤ ਕਰੋ ਵੀ ਝੂਠ ਹੈ। ਆ ਗਏ ਘਰੋਂ ਉੱਠ ਕੇ ਗਾਂ ਬੋਲਣਾ ਕਿ ਉਹ ਅਸੀਂ ਤਾਂ ਚੁੱਪ ਕਰੇ ਤੇ ਜਾਣ ਕੇ ਸਾਨੂੰ ਸਭ ਪਤਾ ਵੀ ਕਿੰਨਾ ਕੁ ਪਾਣੀ ਇਹਨਾਂ 'ਚ। ਬਾਬਾ ਜੀ ਅਗੇ ਲੌਂਗੋਂ ਉਲਟੇ ਸਮਝਦੇ ਤੁਹਾਨੂੰ, ਕਹਿੰਦਾ ਬਾਬਾ ਜੀ ਸਾਰੀ ਲੌਂਗੋਂ ਉਲਟੇ ਸਮਝਦੇ, ਅਸੀਂ ਤਾਂ ਸਾਰਿਆਂ ਉਲਟੇ ਸਮਝਦੇ ਸੀ। ਇਹਨਾਂ ਨੂੰ ਪਤਾ ਕੀ ਹੈ ਵਿਚਾਰਿਆਂ ਨੂੰ। ਧਰਮ ਜਾਂ ਤੁਹਾਡਾ ਵਿਸ਼ਾ ਹੀ ਨਹੀਂ, ਤੁਸੀਂ ਪੰਗਾ ਕਿਉਂ ਲੈਂਦੇ ਹੋ? ਤੇ ਤੁਹਾਡਾ ਵਿਸ਼ਾ ਨਹੀਂ ਧਰਮ, ਪੰਗਾ ਕਿਉਂ ਲਿਆ ਤੁਸੀਂ? ਤੇ ਪੰਗਾ ਲੈ ਲਿਆ, ਆ ਜਾਓ ਫਿਰ। ਹੁਣ ਜਾਂ ਮੈਦਾਨ 'ਚ ਆ ਗਿਆ ਭਲਵਾਨ, ਇੱਕ ਤਾਂ ਭਲਵਾਨ ਭਲਵਾਨੀ ਕਰਦਾ, ਇੱਕ ਆ ਗਿਆ ਉਹੀ, ਉਹ ਤਾਂ ਫਿਰ ਤਸੋ ਕੇ ਛੱਡੂਗਾ। ਹੁਣ ਉਹ ਪਹਿਲਾਂ ਖਾੜੇ 'ਚ ਭੱਜੂਗਾ, ਕੰਨਾਂ ਨੂੰ ਹੱਥ ਲਾ ਕੇ ਨਹੀਂ ਛੱਡੂਗਾ, ਤਸੋ ਕੇ ਉਹ ਕਸਰ ਕਿਵੇਂ ਛੱਡ ਦੂਗਾ? ਆਇਆ ਕਿਉਂ ਮੈਦਾਨ 'ਚ? ਕਿਉਂ ਆਇਆ ਤੂੰ? ਤੈਨੂੰ 9 ਸਾਲ ਹੋ ਗਏ ਥਾਪੀਆਂ ਲਾਉਂਦੇ ਨੂੰ, ਆਹ ਮੈਦਾਨ 'ਚ ਹੁਣ ਤੈਨੂੰ ਦੱਸੀਏ। ਸਾਬਤ ਕਰ ਵੀ ਕੀ ਕੱਚ ਹੈ, ਕੱਚ ਸਾਬਤ ਕਰੇ ਕਿੱਥੇ? ਚਾਹੇ ਕਿਸੇ ਦੀ ਵੀ ਹੈ ਬਾਣੀ, ਗੁਰੂ ਦੀ ਹੈ ਉਹ, ਜਾਂ ਕੱਚ ਨਹੀਂ ਹੈ ਉਹ 'ਚ। ਇਸ ਕਸੌਟੀ ਨਾਲ ਪਈ ਹੈ ਸਾਰੀ ਬਾਣੀ, ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਈ ਹੈ ਨਾ। ਸਾਰੇ ਦਾ ਗੁਰੂ ਨਹੀਂ ਹੋਇਆ, ਉਹ ਸੁੰਦਰ ਗੁਰੂ ਸੀਗਾ, ਪਰ ਉਹ ਵੀ ਗੁਰੂ ਦੀ ਬਾਣੀ ਹੈ। ਬਾਣੀ ਦਾ ਗਾਵੋ ਗੁਰੂ ਕੇਰੀ, ਗੁਰੂ ਹੋਰ ਹੁੰਦਾ ਹੈ, ਬਾਣੀ ਗੁਰੂ ਕੇਰੀ ਹੁੰਦੀ ਹੈ, ਬਾਣੀ ਗੁਰੂ ਨਹੀਂ ਹੁੰਦੀ। ਇਹ ਗੁਰਬਾਣੀ ਜਿਹੜੀ ਅਸੀਂ ਗਾਉਂਦੇ ਹਾਂ, ਇਹ ਗੁਰੂ ਕੇਰੀ ਹੈ, ਆਪ ਗੁਰੂ ਨਹੀਂ ਹੈ। ਅਗੇ ਜਿਹਨੂੰ ਗੁਰਿਆਈ ਦੇ ਦਿੱਤੀ, ਤੁਸੀਂ ਦੇ ਦਿੱਤੀ ਗੁਰਿਆਈ, ਦੇ ਕੇ ਦਿਖਾਓ ਕਿ ਮੈਂ ਦੇ ਦੂੰਗੇ। ਗੁਰਬਾਣੀ 'ਚ ਇੰਨਾ ਕੁਛ ਲਿਖਿਆ, ਇਹਨਾਂ ਦੀ ਮੱਤ ਮਾਰੀ ਜਾਣੀ ਹੈ। ਮੱਤ ਤਾਂ ਪਹਿਲਾਂ ਹੀ ਮਾਰੀ ਹੋਈ ਹੈ, ਇਹਨਾਂ ਨੂੰ ਹੁਣ ਪਤਾ ਲੱਗੂ ਸਾਡੇ ਪੱਲੇ ਹੀ ਕੱਖ ਨਹੀਂ ਹੈ। ਬਾਣੀ ਦਾ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਬਾਣੀਆਂ ਸਾਰੀਆਂ ਦੇ ਉੱਤੇ, ਇਹ ਬਾਣੀ ਮਹਾਂਪੁਰਖ ਕੀ ਹੈ, ਇੱਕ ਦੀ ਬੋਲਿਆ ਚਾਹੇ ਕੋਈ ਹੋਵੇ, ਬਾਣੀ ਨਹੀਂ ਕਿਸੇ ਦੀ ਹੁੰਦੀ ਹੈ, ਇੱਕ ਦੀ ਹੋਈ ਹੈ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਬਾਸਾ ਹੋਏ, ਬਾਣੀ ਬਿੱਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖੀ, ਮਹਾਂਪੁਰਖ ਦੀ ਬਾਣੀ ਇੱਕ ਦੀ ਹੋਈ ਹੈ ਸਾਰੀ। ਉਹ ਇਹਨਾਂ ਨੂੰ ਬੜਾ ਪਤਾ ਕੀ ਗੱਲ ਹੈ, ਇਹਨਾਂ ਨੂੰ ਕੋਈ ਹੋਰੇ ਦਿੰਦਾ। ਅੱਖਾਂ ਨੂੰ ਸੂਤਕ ਹੈ, ਨਾ ਕੰਨਾਂ ਨੂੰ ਸੂਤਕ ਹੈ, ਜੀਭ ਨੂੰ ਸੂਤਕ ਹੈ। ਪਹਿਲਾਂ ਸੂਤਕ ਦਾ ਇਲਾਜ ਕਰ ਲਓ, ਫਿਰ ਗੱਲ ਕਰਿਓ। ਧਰਮ ਦਾ ਚਰਚਾ ਤੇ ਪਹਿਲਾਂ ਸੂਤਕ ਦਾ ਇਲਾਜ ਕਰ ਲਈਦਾ ਹੁੰਦਾ। ਕੰਨਾਂ ਨੂੰ ਤੁਹਾਡੇ ਸੂਤਕ, ਅੱਖਾਂ ਨੂੰ ਤੁਹਾਡੇ ਸੂਤਕ, ਜੀਭ ਨੂੰ ਤੁਹਾਡੇ ਸੂਤਕ, ਪੈਰਾਂ ਨੂੰ ਤੁਹਾਡੇ ਸੂਤਕ, ਹੱਥਾਂ ਨੂੰ ਤੁਹਾਡੇ ਸੂਤਕ। ਗੱਲ ਕਰ ਲਾਂਗੇ ਧਰਮ ਦੀ, ਪਹਿਲਾਂ ਲਾ ਕੇ ਆਓ, ਫਿਰ ਗੱਲ ਕਰਿਓ। ਪਹਿਲਾਂ ਪੁੱਛੋ ਕਿਸੇ ਨੂੰ ਕਿਵੇਂ ਲੈਣਾ ਹੁੰਦਾ, ਪਹਿਲਾਂ ਪੁੱਛ ਲਓ ਕਿਸੇ ਨੂੰ ਲੈਣਾ ਕਿਵੇਂ ਹੁੰਦਾ। ਜਿੱਦਣ ਸੂਤਕ ਲਾਉਣ ਲੱਗੇ ਪੈਂਟ ਪਹਿਲਾਂ ਲਾ ਦੇਣੀ ਹੈ, ਲੈ ਜਾਣੀ ਹੈ। ਜਿੱਦਣ ਸੂਤਕ ਲੈਣ ਲੱਗ ਗਿਆ ਪੈਂਟ ਪਹਿਲਾਂ ਲਾਉਣੀ ਪੈਣੀ ਹੈ। ਸੂਤਕ ਹੀ ਨਹੀਂ ਲੈਣਾ। ਕੋਈ ਇੱਕ ਆਦਮੀ ਮੈਨੂੰ ਸੂਤਕ ਲਿਆ ਹੋਇਆ ਦਿਖਾ ਦੇ ਜਿਹਦੇ ਪੈਂਟ ਹੈ। ਬਕਵਾਸ ਕਰੀ ਜਾਂਦੇ ਨੇ ਸਾਰੇ। ਇੱਕ ਬੰਦਾ ਦਿਖਾਓ ਕੱਢ ਕੇ ਪੈਂਟ ਵਾਲਿਆਂ 'ਚੋਂ ਜੇ ਸੂਤਕ ਉਤਰਿਆ ਹੋਵੇ। ਸੂਤਕ ਦਾ ਜੋ ਚੋਲੇ ਵਾਲਿਆਂ ਦਾ ਨਹੀਂ ਉਤਰਿਆ, ਤੁਹਾਡਾ ਕੀ ਉਤਰਨਾ? ਬੜੀ ਸੌਖੀ ਗੱਲ ਹੈ। ਉਹਨਾਂ ਦਾ ਨਹੀਂ ਉਤਰਿਆ, ਸਾਰੀ ਜ਼ਿੰਦਗੀ ਹੋ ਗਈ ਗੱਲਾਂ ਮਾਰਦੇ ਨੇ ਘਰ ਬੈਠੇ। ਕਿਲ ਵਿਖ ਹਰਨੰ ਅਸ ਸਰਨੰ, ਕਿਲ ਵਿਖਾਰਨ ਅਸਰਨ, ਕਿਲ ਵਿਖਾਰਨ ਹੈ ਜਿਹੜੇ ਮਾਇਆ ਦੇ ਸਾਡੀ ਚਿੰਤਾਵਾਂ ਨੇ। ਸਾਡੇ ਅੰਦਰ ਵਿਖ ਹੁੰਦੀ ਹੈ ਮਾਇਆ, ਕਿਲ ਹੁੰਦੀ ਹੈ ਚਿੰਤਾ, ਚੁਭਦਾ। ਚਿੰਤਾ ਮਾਇਆ ਵਾਸਤੇ ਚਿੰਤਾਵਾਂ ਨੇ, ਹੋਮੇ ਵਾਸਤੇ ਵੀ ਕੱਢਾ ਹੁੰਦੇ ਨਾ। ਅੰਤਰ ਹੋਮੇ ਕੱਢਾ ਹੈ, ਜਿਉਂ ਜਿਉਂ ਚਲਾ ਚੁਭੇ ਦੁੱਖ ਪਾਵੇ, ਜਬ ਕਾਲ ਸਹਿਸਰ ਡੰਡਾ ਹੈ। ਆਹ ਤਾਂ ਇਹਨਾਂ ਦੇ ਕੋਲ ਹੈ, ਆਹ ਹਾਲਤ ਹੈ ਇਹਨਾਂ ਦੀ। ਇਹਨਾਂ ਦੀ ਹਾਲਤ ਹੈ ਜਿਹੜੇ ਰੌਲਾ ਪਾਉਂਦੇ ਨੇ। ਆਹ ਇਹਨਾਂ ਵਾਸਤੇ ਨੇ ਸ਼ਬਦ ਲਿਖੇ ਹੋਏ। ਧੀਰਮਲ ਵੀ ਤਾਂ ਗੁਰੂ ਦੇ ਘਰ ਪੈਦਾ ਹੋਇਆ ਸੀ। ਰਾਮ ਰਾਏ ਵੀ ਤਾਂ ਗੁਰੂ ਘਰ 'ਚ ਪੈਦਾ ਹੋਇਆ ਸੀ। ਜੇ ਤੁਸੀਂ ਸਿੱਖਾਂ ਦੇ ਘਰ ਪੈਦਾ ਹੋ ਗਏ ਸਿੱਖ ਬਣ ਗਏ। ਤੁਸੀਂ ਤਾਂ ਸਿੱਖਾਂ ਦੇ ਘਰ ਪੈਦਾ ਹੋਏ, ਗੁਰੂ ਦੇ ਤਾਂ ਹੋਏ ਹੀ ਨਹੀਂ।
ਸ੍ਰੀ ਚੰਦ ਪਿਤਾ ਗੁਰੂ ਦੇ ਘਰੇ ਪੈਦਾ ਹੋਇਆ ਸੀ। ਪਿਰਥੀਆ ਕਿੱਥੇ ਪੈਦਾ ਹੋਇਆ ਸੀ? ਤੁਹਾਨੂੰ ਕਾਹਦੀ ਆਕੜਾ? ਸਿੱਖਾਂ ਦੇ ਘਰ ਪੈਦਾ ਹੋ ਗਏ। ਉਹ ਪਿਰਥੀ ਵਾਲੇ ਹੋ ਤੁਸੀਂ ਸਾਰੇ, ਉਹ ਜਿਨ੍ਹਾਂ ਨੇ ਬਾਈਕਾਟ ਕੀਤਾ ਸੀ ਨਾ ਗੁਰੂ ਘਰ ਨੇ, ਉਹ ਬਾਈਕਾਟ ਕੀਤਾ ਅਕਾਲ ਤਖ਼ਤ ਨੇ। ਹੋਰ ਕੀ ਕੀਤਾ? ਕੀ ਕਰਦੇ ਹੋਰ ਭਾਈ? ਇਹਨਾਂ ਨੇ ਹੁਕਮ ਹੈ ਸਾਨੂੰ ਰਾਮ ਰਈਆ ਨਾਲ ਧੀਰ ਮੱਲੀਆਂ ਨਾਲ ਮੇਲ ਨਹੀਂ ਕਰਨਾ। ਤੁਸੀਂ ਰਾਮ ਰਈਆ ਧੀਰ ਮੱਲਿਓ, ਅਸੀਂ ਤੁਹਾਡੇ ਨਾਲ ਕਾਹਦੇ ਮੇਲ ਰੱਖੀਏ? ਆਪਣਾ ਅੱਡ ਪੰਥ ਬਣਾ ਲਓ, ਤੁਸੀਂ ਅੱਡ ਪੰਥ ਬਣਾ ਲਓ। ਠੀਕ ਕੀਤਾ ਉਹਨਾਂ ਨੇ, ਕਰਨਾ ਹੀ ਚਾਹੀਦਾ ਸੀ ਉਹਨਾਂ ਨੂੰ। ਕਿਲਵਿਕ ਹਰਨੰ ਅਸ਼ਰਨੰ, ਕਿਲਵਿਕ ਹਰਨੰ ਅਸ਼ਰਨੰ। ਤੂੰ ਕਿਲਵਿਕ ਹਰਨ ਵਾਲੀ ਹੈ, ਸਾਰੇ ਚਿੰਤਾਵਾਂ ਦੂਰ ਕਰਨ ਵਾਲੀ ਹੈ। ਅਸ਼ਰਨੰ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਂ ਤੇਰੀ ਸ਼ਰਨ ਚ ਆਇਆ। ਇਹ ਕੀ ਹੈ? ਇਹ ਹੈ ਹੁਕਮ। ਹੁਕਮ ਦੀ ਸ਼ਰਨ ਹੈ, ਤੁਰ ਕੀ ਬਾਣੀ ਹੈ, ਉਹਦੀ ਸ਼ਰਨ। ਜੈ ਜੈ ਜਗ ਕਾਰਨ ਸ੍ਰਿਸ਼ਟੀ ਉਬਾਰਨ। ਜੈ ਜੈ ਜਗ ਕਾਰਨ, ਜਗ ਨੂੰ ਦੇ ਰਚਣ ਦਾ ਕਾਰਨ ਤੂੰ, ਤੈਂ ਜਗ ਰਚਿਆ, ਕਾਰਨ ਤੂੰ। ਜੇ ਹੁਕਮ ਹੋਊਗਾ ਤਾਂ ਸ੍ਰਿਸ਼ਟੀ ਰਚ ਹੋਊਗੀ। ਹੁਕਮ ਨਾ ਰਚੀ ਹੈ ਸ੍ਰਿਸ਼ਟੀ। ਜਗ ਕਾਰਨ ਸ੍ਰਿਸ਼ਟੀ ਉਬਾਰਨ। ਫਿਰ ਸ੍ਰਿਸ਼ਟੀ ਨੂੰ ਕੀ ਕਰ ਰਹੀ ਹੈ? ਉਬਾਰਨ। 84 ਲੱਖ ਪੌੜੀ ਥੱਲੇ ਤੇ ਉੱਤੇ ਨੂੰ ਲੈ ਕੇ ਆ ਰਹੀ ਹੈ। ਆਖਰੀ ਪੌੜੀ ਆਦਮੀ ਦੀ ਹੈ, ਉਬਾਰ ਰਹੀ ਹੈ ਉੱਤੇ ਨੂੰ। ਬੁੱਧੀ ਦਾ ਵਿਕਾਸ ਕਰ ਰਹੀ, ਵਿਕਾਸ ਕਰ ਰਹੀ ਹੈ ਬੁੱਧੀ ਦਾ ਵਿਕਾਸ, ਸਾਰਿਆਂ ਦਾ ਡਿਵੈਲਪਮੈਂਟ ਕਰ ਰਹੀ ਹੈ। ਅਕਲ ਦਾ ਡਿਵੈਲਪਮੈਂਟ ਹੋ ਰਿਹਾ ਇੱਥੇ ਸੰਸਾਰ 'ਚ। ਅਕਲ ਦੀ ਡਿਵੈਲਪਮੈਂਟ ਵਿਵੇਕ ਬੁੱਧੀ ਦੇ ਆ ਕੇ ਐਂਡ ਹੈ, ਬਸ ਇੱਥੇ ਤੱਕ ਲੈ ਕੇ ਜਾਣਾ। ਇਹਨੇ ਆਪਣੇ ਵਰਗੀ ਬਣਾਉਣਾ ਸਾਰਿਆਂ ਨੂੰ। ਗਿਆਨ ਅੰਦਰੇ ਕਿਉਂ ਦਿੱਤੇ ਨੇ ਸਾਨੂੰ? ਗਿਆਨ ਅੰਦਰੇ ਗਿਆਨ ਵਾਸਤੇ। ਗਿਆਨ ਅੰਦਰੇ ਤਾਂ ਦਿੱਤੇ ਨੇ, ਗਿਆਨ ਇਹਨਾਂ ਨਾਲ ਲੈਣਾ। ਜਾਨਵਰਾਂ ਨੂੰ ਵੀ ਆਈ ਜਾਂਦਾ ਗਿਆਨ ਇਹਨਾਂ ਨੂੰ। ਫਿਰ ਅਕਲ ਅੱਡ ਹੈ, ਦਿਮਾਗ ਅੱਡ ਪਿਆ, ਉਹਦੇ ਨਾਲ ਗਿਆਨ ਅੱਡ ਆਉਣਾ। ਇਹ ਖੇਲ ਹੈ ਇੱਥੇ, ਸਿਰਫ ਗਿਆਨ ਦੇਣ ਵਾਸਤੇ ਬਣਾਇਆ ਹੋਇਆ ਸ੍ਰਿਸ਼ਟੀ ਸਾਰੀ। ਇਹ ਤਾਂ ਗਿਆਨ ਦੇ ਰਹੇ ਨੇ। ਆਖਰੀ ਪੌੜੀ ਤੇ ਆਦਮੀ ਪਹੁੰਚਾਤਾ। ਹੁਣ ਕੋਈ ਥੱਲੇ ਮੂਰਖ ਥੱਲੇ ਛਾਲ ਮਾਰ ਦੇਵੇ, ਉਹ ਖੋਤਾ ਖੂਹ 'ਚ ਡਿੱਗ ਪਵੇ, ਉਹ ਜ਼ਿਆਦਾ ਅਕਲ ਨਾਲ ਆਪਣੀ ਨਾਲ ਕੁਝ ਵੀ ਡਿੱਗ ਪੈਂਦੇ ਹੁੰਦੇ ਨੇ। ਹਾਂਜੀ। ਮਮ ਪ੍ਰਤਪਾਰਨ ਜੈ ਤੇਗੰ। ਮਮ ਪ੍ਰਤਪਾਰਨ, ਮੇਰਾ ਪ੍ਰਤਪਾਲ ਕਰਨ ਵਾਲੀ ਹੈ ਤੂੰ। ਜੈ ਤੇਗੰ, ਇਹ ਤੇਗ ਤੇਰੀ ਜੈ ਹੋਵੇ। ਤੂੰ ਤਾਂ ਮੇਰੀ ਪ੍ਰਤਪਾਲ ਕਰਦੀ ਹੈ, ਰੱਖਿਆ ਕਰਨ ਵਾਲੀ। ਮਮ ਪ੍ਰਤਪਾਰਨ ਜੈ ਤੇਗੰ, ਜੈ ਤੇਗੰ। ਉਹ ਹੈ ਤੇਗ। ਇਹ ਕੋਈ ਲੋਹੇ ਦੀ ਤਲਵਾਰ ਨਹੀਂ ਹੈ। ਜਿਹੜੇ ਲੋਹੇ ਦੀ ਤਲਵਾਰ ਬਣਦੇ ਨੇ ਮੂਰਖ ਨੇ, ਜੜ ਬੁੱਧੀ ਹੈ ਉਹਦੀ। ਲੋਹੇ ਦੀ ਤਲਵਾਰ ਸ੍ਰਿਸ਼ਟੀ ਪੈਦਾ ਕਰ ਦੂਗੀ। ਇਹ ਪੜ੍ਹਨੀਆਂ ਸ਼ਰਤਾਂ ਨੇ, ਲੋਹੇ ਦੀ ਤਲਵਾਰ ਕਰ ਦੂ। ਲੋਹੇ ਦੀ ਤਲਵਾਰ ਤਾਂ ਸਾਡੇ ਹੱਥੇ ਚੱਲਣੀ ਹੈ, ਇਹ ਹੁਕਮ ਦੇ ਹੱਥੇ ਚੱਲਦੀ ਹੈ। ਜਿਨ੍ਹਾਂ ਨੂੰ ਇੰਨਾ ਨਹੀਂ ਸਮਝ ਹੈ, ਉਹ ਟਿੱਪਣੀਆਂ ਗਿੜਗੜੀਆਂ ਕਰਦੇ ਨੇ। ਦੇਖ ਲਓ ਨਾ, ਸਾਰੇ ਲੋਕ, ਸੰਗਤ ਸਾਰੀ, ਸਿੱਖ ਸੰਗਤ ਸਾਰੀ ਦੇਖ ਲੂ, ਹੋਰ ਪਬਲਿਕ ਵੀ ਸਾਰੀ ਦੁਨੀਆ ਦੇਖ ਲੂ ਵੀ ਕਿੱਡਾ ਅਕਲਮੰਦ ਨੇ ਇਹ। ਕੀ ਹੈ ਇਹਨਾਂ ਦੇ ਪੱਲੇ? ਗੱਲ ਕੀ ਹੈ? ਤੁਸੀਂ ਬਣਾਈ ਕੀ ਬੈਠੇ ਹੋ, ਬੋਲੀ ਕੀ ਬੈਠੇ ਹੋ? ਤੁਹਾਨੂੰ ਨਹੀਂ ਸਮਝ ਸੀ, ਚੁੱਪ ਕਰ ਰਹਿੰਦੇ, ਕਿਸੇ ਸਿਆਣੇ ਤੇ ਪੁੱਛ ਲੈਂਦੇ, ਖੋਜ ਕਰ ਲੈਂਦੇ ਵੀ ਭਾਈ ਕਿਸੇ ਨੂੰ ਪਤਾ ਹੈ। ਹੋਰ ਵੀ ਤਾਂ ਖੋਜ ਕਰਦੇ ਰਹੇ ਨੇ, ਹੁਣ ਸਹੀ ਖੋਜੀ ਰਹੇ ਨੇ, ਖੋਜ ਕਰਦੇ। ਪਤਾ ਨਹੀਂ ਲੱਗਿਆ, ਜਿੰਨਾ ਕੁ ਪਤਾ ਲੱਗ ਗਿਆ, ਪਰ ਰੌਲਾ ਤਾਂ ਕਿਸੇ ਨੇ ਨਹੀਂ ਪਾਇਆ ਨਾ, ਵਿਰੋਧ ਤਾਂ ਕਿਸੇ ਨੇ ਨਹੀਂ ਕੀਤਾ। ਨਹੀਂ ਸੀ ਪਤਾ ਅਰਥਾਂ ਦਾ, ਸਾਨੂੰ ਵੀ ਨਹੀਂ ਸੀ ਪਤਾ, ਪਿੱਛੇ ਵਾਲਿਆਂ ਨੂੰ ਵੀ ਨਹੀਂ ਸੀ ਪਤਾ। ਖੋਜ ਕਰਦੇ ਰਹੇ, ਖੋਜ ਤੇ ਪਤਾ ਲੱਗ ਜੂਗਾ। ਕਬੀਰ ਖੋਜ ਕਰਦਾ ਰਿਹਾ, ਖੋਜ ਕਰ ਲਈ। ਗੁਰੂ ਨਾਨਕ ਨੇ ਖੋਜ ਕੀਤੀ, ਫਿਰ ਕਿਆ ਖੋਜੀ ਉਪਜੈ ਬਾਦੀ ਬਿਨਸਨ। ਤੂੰ ਤਾਂ ਬਾਦ ਖੜਾ ਕਰ ਲਿਆ। ਬਾਦ ਵਿਵਾਦ ਨਾਲ ਅਕਲ ਨਾਸ ਹੋ ਜਾਂਦੀ ਹੁੰਦੀ ਹੈ, ਗੁਰਬਾਣੀ ਕਹਿੰਦੀ ਹੈ। ਤੁਸੀਂ ਬਾਦ ਖੜਾ ਕੀਤਾ, ਇਹਦਾ ਮਤਲਬ ਨਾਸ ਅਕਲ ਦਾ ਤੁਹਾਡੀ ਦਾ ਹੋਏ ਜਾਣਾ। ਅਕਲ ਹੈ ਹੀ ਨਹੀਂ ਤੁਹਾਡੀ, ਨਾਸ ਵਾਲੀ ਆ ਇਹ। ਅਕਲੇ ਨਹੀਂ ਮਿਲਦੀ ਗੁਰਬਾਣੀ ਇਹਨੂੰ। ਜਿਹੜੀ ਬਾਦ ਕਰਨ ਵਾਲੀ ਅਕਲ ਹੋਵੇ ਉਹਨੂੰ ਅਕਲ ਗੁਰਬਾਣੀ ਅਕਲੇ ਨਹੀਂ ਮਿਲ ਰਹੀ। ਅਕਲ ਨਹੀਂ, ਇਹ ਨਾ ਆਖੀਏ ਅਕਲ ਗਵਾਵਾ ਬਾਦ।
ਉਹ ਅਕਲਮੰਦ ਆਦਮੀ ਨਹੀਂ ਹੈ ਜਿਹੜਾ ਬਾਅਦ ਚ ਆਪਣੀ ਅਕਲ ਗਵਾ ਲਵੇ। ਇਹ ਗੁਰਬਾਣੀ ਦਾ ਫਰਮਾਨ, ਇਸ ਫਰਮਾਨ ਦੇ ਮੁਤਾਬਕ ਇਹ ਬੁੱਧੀਹੀਨ, ਜਿਨ੍ਹਾਂ ਨੇ ਵਾਦ ਖੜਾ ਕੀਤਾ ਬੁੱਧੀਹੀਨ, ਲੱਭਦੇ ਕੋਈ ਆਦਮੀ। ਨਾਲ ਮੈਂ ਤੈਨੂੰ ਸਮਝਾਇਆ ਦਿੱਤਾ ਤਾਂ ਸਾਰੀ ਗੱਲ ਵੀ 10 ਵਾਰਾਂ ਤੇ ਠੀਕ ਹੈ। ਮੇਰੇ ਨਾਲ ਤਾਂ ਗੱਲ ਹੋ ਲਈ ਇਹਦੀ ਪਹਿਲਾਂ, ਮੈਂ ਕਿਹਾ ਮੈਂ ਸਾਬਤ ਕਰ ਲੈਣਾ ਸਾਰਾ ਹੀ ਵੀ ਠੀਕ ਹੈ। ਤੈਨੂੰ ਨਹੀਂ ਪਤਾ ਕਸਦਾ ਵੀ ਹੈ, ਤੂੰ ਕਾਲੇ ਫਲ ਨੂੰ ਚੱਕੀ ਫਿਰਦਾ ਦੁੱਖੀ ਜੀ ਨੂੰ ਕੀ ਪਤਾ ਉਹਨੂੰ। ਉਹ ਤਾਂ ਸਾਜ਼ਿਸ਼ ਕਰਤਾ ਸੀ ਬਹੁਤ, ਉਹ ਤਾਂ ਸ਼ਰਾਰਤੀ ਆਦਮੀ ਸੀ, ਸ਼ਰਾਰਤ ਖੜੀ ਕਰਨੀ ਦੀ ਕਰਤੀ ਉਹਨੇ। ਭੁਜੰਗ ਪ੍ਰਿਆਤ ਛੰਦ ਸਦਾ ਏਕ ਜੋਤਿੰ ਅਜੂਨੀ ਸਰੂਪੰ। ਸਦਾ ਏਕ ਜੋਤਿੰ, ਸਦਾ ਏਕ ਜੋਤਿੰ, ਕਦੇ ਦਾਲ ਨਹੀਂ ਹੁੰਦੀ ਤੇਰੀ, ਸਦਾ ਇੱਕ ਰੂਪ ਚ ਰਹਿੰਦੀ। ਉਸ ਏਕੇ ਦੀ ਗੱਲ ਹੈ। ਆਦ ਗੁਰੂ ਗ੍ਰੰਥ ਸਾਹਿਬ ਦੇ ਕਿਉਂਕਾਰ ਉਸ ਏਕ ਨੂੰ ਕਿਹਾ ਹੋਇਆ, ਉਹ ਇੱਕ ਹੀ ਰਹਿੰਦਾ। ਦਾਲ ਹੁੰਦਾ ਜਿਹੜਾ ਸੰਸਾਰ ਚ ਆ ਗਿਆ ਜਨਮ ਲੈਂਦਾ, ਉਹ ਦਾਲ ਹੁੰਦਾ। ਹੁਕਮ ਜਿੱਥੋਂ ਪ੍ਰਗਟ ਹੁੰਦਾ ਉਹ ਇੱਕੋ ਹੀ ਹੈ। ਸਦਾ ਏਕ ਜੋਤ ਅਜੂਨੀ ਸਰੂਪੰ। ਅਜੂਨੀ ਸਰੂਪ, ਉਹ ਕਦੇ ਜੂਨੀ ਚ ਨਹੀਂ ਹੁੰਦੀ। ਅਜੂਨੀ ਸਰੂਪ ਤੇਰਾ ਹੈ। ਕਿੱਥੇ ਮਾਰੀ ਗੱਲ ਚੱਕ ਕੇ, ਕਿੱਥੋਂ ਸ਼ੁਰੂ ਕੀਤੀ ਹੈ? ਇਹ 10 ਗ੍ਰੰਥ ਹੈ ਸ਼੍ਰੀ ਖੜਕੋ। ਦੱਸੋ ਆਦ ਦੇ ਵਿੱਚ ਕਿਵੇਂ ਨਹੀਂ ਮਿਲਦੀ ਗੱਲ? ਇਹ ਇੰਨੀ ਸੌਖੀ ਪਹਿਲੀ ਵਾਰ ਹੈ ਵਰਲਡ ਦੇ ਵਿੱਚ ਇਹ, ਜੋ ਸਾਡੇ ਕੋਲ ਰਿਕਾਰਡ ਹੈ ਕਿ ਇਸ ਭਾਸ਼ਾ 'ਚ ਬ੍ਰਹਮ ਗਿਆਨ ਲਿਖਦੇ ਲੋ। ਇਸ ਭਾਸ਼ਾ 'ਚ ਬ੍ਰਹਮ ਗਿਆਨ ਇੱਥੇ ਕਿਸੇ ਦੇ ਲਿਖੇ ਨਹੀਂ ਹੋਇਆ। ਇਹ ਭਾਸ਼ਾ ਹੋਰ ਹੈ, ਗੁਰਬਾਣੀ ਦੀ ਭਾਸ਼ਾ ਹੋਰ ਹੈ, ਇਹ ਭਾਸ਼ਾ ਹੀ ਹੋਰ ਹੈ। ਇੰਨੀ ਸੌਖੀ ਭਾਸ਼ਾ 'ਚ, ਸਰਲ ਭਾਸ਼ਾ ਦੇ ਵਿੱਚ, ਬ੍ਰਿਜ ਭਾਸ਼ਾ ਦੇ ਵਿੱਚ ਬ੍ਰਹਮ ਗਿਆਨ ਲਿਖ ਦੇਣਾ। ਪਹਿਲਾਂ ਇਹ 10 ਭਾਸ਼ਾ ਨੂੰ ਸਿਰ ਆ ਜਾਂਦਾ ਹੈ। ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ ਵੀ ਗੱਲ ਕੀ ਹੈ ਇਹ। ਉਹ ਤਾਂ ਸਮਝਣੀ ਬਹੁਤ ਔਖੀ ਹੈ ਗੁਰਬਾਣੀ ਦਾ। ਇਹਦੇ ਨਾਲ ਤਾਂ ਗੁਰਬਾਣੀ ਸਮਝਣ ਦੇ ਵਿੱਚ ਬਹੁਤ ਆਸਾਨੀ ਹੁੰਦੀ ਹੈ। ਸਦਾ ਏਕ ਜੋਤੰ ਅਜੂਨੀ ਸਰੂਪੰ। ਅਜੂਨੀ ਸਰੂਪ, ਅਜੂਨੀ ਸਰੂਪ ਉਹਨੂੰ ਕਹਿੰਦੇ ਨੇ ਜਿਹਨੂੰ ਅਜੂਨੀ ਕਿਹਾ ਨਾ ਇੱਕ ਓਂਕਾਰ ਸਤਿਨਾਮ ਦੇ ਵਿੱਚ, ਉਹ ਦੱਸਦਾ ਅਜੂਨੀ ਸਰੂਪ ਉਹਨੂੰ ਕਹਿੰਦੇ ਨੇ ਜਿਹੜਾ ਸਦਾ ਇੱਕ ਰਹਿੰਦਾ। ਇੱਕ ਦੇ ਨਾਲ ਅਜੂਨੀ ਲੱਗਿਆ ਹੋਇਆ ਨਾ, ਉਹਦੇ ਅਰਥ ਕਰਤੇ। ਇਹ ਜਿਹੜਾ ਮੂਲ ਮੰਤਰ ਦਾ ਅਰਥ ਕਰਕੇ ਦਿਖਾਤਾ ਤੁਹਾਨੂੰ ਵੀ ਆਹ ਅਰਥ ਹੁੰਦਾ ਅਜੂਨੀ ਕੀ ਹੁੰਦਾ। ਅਜੂਨੀ ਸਰੂਪੰ ਮਹਾਦੇਵ ਦੇਵੰ ਮਹਾਭੂਪੰ। ਮਹਾਦੇਵ ਦੇਵੰ, ਜਿਹੜੇ ਬੜੇ ਬੜੇ ਦੇਵ ਬਣੇ ਬੈਠੇ ਨੇ ਦੇਵੀ ਦੇਵਤੇ, ਉਹ ਸਾਰਿਆਂ ਦਾ ਮਹਾਦੇਵ ਹੈ। ਉਹਨੂੰ ਮਹਾਦੇਵ ਕਹਿੰਦੇ ਨੇ। ਮਹਾਦੇਵ ਨਹੀਂ ਹੈ ਜਿਹੜੇ ਬਣਾਈ ਬੈਠੇ ਨੇ, ਇਹ ਤਾਂ ਜਨਮ ਲਿਆ ਹੋਇਆ। ਦੇਹਧਾਰੀ ਮਹਾਦੇਵ ਨਹੀਂ ਹੁੰਦਾ। ਸ਼ਿਵ ਜੀ ਮਹਾਦੇਵ ਨਹੀਂ ਹੈ, ਕੱਟ ਕੇ ਪਰੇ ਮਾਰਿਆ। ਅਜੂਨੀ ਸਰੂਪ ਹੈ ਸ਼ਿਵ ਜੀ, ਉਹ ਤਾਂ ਅਜੂਨੀ ਸਰੂਪ ਹੈ ਮਹਾਦੇਵ। ਮਹਾਦੇਵ ਵਾਲੀ ਪਦਵੀ ਵੀ ਖੋਲੀਏ ਤੇ ਉੱਥੇ ਕੀ ਖੋਇਆ ਸੀ? ਚੌਪਈ ਚ, ਚੌਪਈ ਚ ਮਹਾਦੇਵ ਵਾਲੀ ਛੜਤੀ ਸੀ, ਸ਼ਿਵ ਵਾਲੀ ਖੋਈ ਸੀ। ਮਹਾਦੇਵ ਵਾਲੀ ਛੱਡ ਕੇ ਪਹਿਲਾਂ ਸ਼ਿਵ ਵਾਲੀ ਖੋਈ ਸੀ। ਮਹਾਦੇਵ ਕੋ ਕਹਿੰਦੇ ਸਦਾ ਸ਼ਿਵ। ਇਹ ਤਾਂ ਮਹਾਦੇਵ ਨੂੰ ਸਦਾ ਸ਼ਿਵ ਕਹਿਣ ਲੱਗੇ। ਚਲੋ ਮੰਨ ਲਿਆ, ਦੇਵਤਿਆਂ ਨੇ ਆਪਣੇ ਚ ਆਗੂ ਬਣਾ ਲਿਆ, ਉਹਨੂੰ ਮਹਾਦੇਵ ਕਹਿਣ ਲੱਗੇ। ਚਲੋ ਇਹ ਤਾਂ ਅਸੀਂ ਮੰਨ ਲੈਂਦੇ ਹਾਂ, ਤੁਹਾਡਾ ਘਰ ਦਾ ਹੀ ਮਾਮਲਾ ਹੈ। ਪੰਚਾਂ ਚੋਂ ਸਰਪੰਚ ਬਣਾ ਲਿਆ ਆਪਾਂ, MLA ਜੋ ਮਿਨਿਸਟਰ ਬਣਾ ਲਿਆ, ਮਿਨਿਸਟਰਾਂ ਨੇ ਚੀਫ ਮਿਨਿਸਟਰ ਬਣਾ ਲਿਆ, MPਆਂ ਨੇ ਆਪਣਾ ਪ੍ਰਾਈਮ ਮਿਨਿਸਟਰ ਬਣਾ ਲਿਆ। ਉੱਦਾਂ ਤਾਂ MP ਹੋਈ ਆ ਉਹ ਵੀ, ਪਰ ਉਹ ਕਿਸੇ ਕਾਬਲੀਅਤ ਜਾਂ ਕੁਛ ਵੀ ਹੈ, ਉਹ ਸਿਆਣਾ ਮੰਨ ਕੇ ਉਹਨੂੰ ਕਾਬਲ ਮੰਨ ਕੇ ਉਹਨੂੰ ਵੱਡਾ ਬਣਾ ਲਿਆ, ਆਪਾਂ ਨੂੰ ਮੰਨ ਲਿਆ। ਇਹ ਤਾਂ ਸਾਡਾ ਵੱਡਾ ਕੀਤਾ ਹੋਇਆ ਨਾ। ਤੁਸੀਂ ਸਦਾ ਸ਼ਿਵ ਨੂੰ, ਉਹਨੂੰ ਸਦਾ ਸ਼ਿਵ ਕਹਿਣ ਲੱਗੇ। ਸਦਾ ਸ਼ਿਵ ਤਾਂ ਉਹ ਜਿਹੜਾ ਮਰੇ ਹੀ ਨਾ, ਜੰਮੇ ਹੀ ਨਾ, ਉਦੋਂ ਇੱਕ ਹੋਇਆ। ਹੁਣ ਮਹਾਦੇਵ ਵਾਲੀ ਵੀ ਖੋਲੀ ਇੱਥੇ। ਮਹਾਦੇਵ ਦੇਵੰ ਮਹਾਭੂਪੰ। ਉਹ ਮਹਾਦੇਵ ਹੈ, ਦੇਵਤਿਆਂ ਦੇਵ। ਦੇਵ ਤਾਂ ਸਾਰੇ ਨੇ ਦੇਵ। ਹੁਣ ਦੇਵ ਉਹ ਦੇਵ ਨਹੀਂ ਰਹੇ ਨਾਲੇ। ਇਹ ਦੇਵ ਕਿਹੜੇ ਨੇ? ਇਹ ਦੇਵ ਅੰਤਰ ਦੇਵ ਨਾ ਜਾਣੇ ਅੰਧ। ਇਹ ਉਹ ਦੇਵ ਨੇ। ਇਹ ਗੁਰਮਤਿ ਵਾਲੇ ਦੇਵ ਦੀ ਗੱਲ ਕੀਤੀ ਹੈ ਇੱਥੇ। ਉਹ ਦੇਵ ਦੀ ਗੱਲ, ਉਹ ਦੇਵ ਕੱਟਦੇ ਉਹਨਾਂ ਦੇ। ਦੇਹਧਾਰੀ ਦੇਵ ਹੁੰਦਾ ਹੀ ਨਹੀਂ।
ਇੱਥੇ ਮਤਲਬ ਹੈ ਦੇਹ ਧਾਰੀ ਜਿਹੜੇ ਦੇਵ ਬੰਦੇ ਨੇ। ਦੇਹ ਧਾਰੀ ਦੇਵ ਨਹੀਂ ਹੁੰਦਾ। ਦੇਵ ਕਦੇ ਜਨਮ ਨਹੀਂ ਲੈਂਦਾ। ਦੇਵ ਨਹੀਂ ਜਨਮ ਲੈਂਦਾ। ਜਿਹੜਾ ਦੇਵ ਅੰਦਰ ਹੁੰਦਾ ਉਹ ਜਿਹੜਾ ਸਾਹ ਲੈ ਰਿਹਾ ਉਹ ਦੇਵ ਹੈ। ਜਿਹਨੂੰ ਨੀਂਦ ਆਉਂਦੀ ਹੈ, ਸੌਂਦਾ ਜਾਗਦਾ, ਸਰੀਰ 'ਚ ਕੰਮ ਕਰਦਾ ਅੱਧਾ ਮਨ ਜੀਵਾਤਮਾ, ਇਹ ਅਦੇਵ ਹੈ। ਅਦੇਵ ਇਹ ਦੇਵ ਨਾਲ ਠਹਿਕਦਾ। ਇਹ ਅਦੇਵ ਔਰ ਦੇਵ ਦੋਏ ਨੇ। ਇਹ ਆਪਸ ਵਿੱਚ ਦੋਏ ਦੇਵ ਅਦੇਵ ਨੇ। ਇਹਨਾਂ ਦੀ ਤਾਂ ਬਣਦੀ ਨਹੀਂ। ਅਸਲ 'ਚ ਇਹੀ ਹੈ ਦੇਵ ਅਦੇਵ ਅੰਦਰੇ। ਇਹ ਦਵੰਦ ਯੁੱਧ ਇਹੀ ਚੱਲਦਾ ਸਾਡੇ ਅੰਦਰ। ਦੇਵ ਅਦੇਵ ਖਪੇ ਅਹੁਬੇਵ। ਉਹਨੂੰ ਹੋਵੇ, ਉਹਨੂੰ ਹੋਵਾ, ਇਹਨੂੰ ਹੈ। ਉਹਦੇ ਕੋਲ ਸ਼ਕਤੀ ਹੈ ਹੋ ਵੀ ਮੇਰੀ ਇੱਛਾ ਨਾਲ ਸਾਹ ਹੁੰਦਾ ਤੈਨੂੰ। ਠੀਕ ਹੈ ਨੀ? ਉਹ ਕਹਿੰਦਾ ਲੈ ਮੈਂ ਬਾਲਟੀ ਭਰੀ ਪਾਣੀ ਦੀ ਇੱਥੇ ਜਾ ਕੇ ਰੱਖਤੀ, ਤੂੰ ਰੱਖ ਕੇ ਦਿਖਾ। ਕਿਤੇ ਤੂੰ ਹੈ ਕਿਤੇ ਮਾਇਆ। ਮਾਇਆ ਲੈ ਨਟ ਖੋਲ ਦੇਣਾ, ਪਲਾਸ ਲੈ ਕੇ ਤੂੰ ਖੋਲ ਕੇ ਦਿਖਾ। ਹੁਣ ਨਟ ਤਾਂ ਖੋਲ ਨਹੀਂ ਸਕਦਾ। ਸਾਹ ਤਾਂ ਲੈ ਸਕਦਾ ਉਹ। ਮਾਇਆ ਤੋਂ ਪਰੇ ਉਹ ਅਲਿਪਤ ਹੈ। ਇਹਦੇ ਕੋਲ ਮਾਇਆ ਵਾਲਾ ਸਰੀਰ ਹੈ। ਜਿਹੜੇ ਕੰਮ ਮੈਂ ਕਰ ਸਕਦਾ ਤੂੰ ਨਹੀਂ ਕਰਦਾ, ਜਿਹੜਾ ਤੂੰ ਕਰਦਾ ਮੈਂ ਨਹੀਂ ਕਰਦਾ। ਫਿਰ ਕੀ ਫਰਕ ਪੈ ਗਿਆ? ਇੱਕੋ ਜਿਹੇ ਹੋਏ ਦੋਏ। ਐਸ ਕਰਕੇ ਦੋਹਾਂ ਦੀ ਨਹੀਂ ਬਣਦੀ। ਉਹਦੇ ਕੋਲ ਆਪਣੀ ਪਾਵਰ ਹੈ, ਉਹਦੇ ਕੋਲ ਆਪਣੀ ਪਾਵਰ ਹੈ। ਮਹਾਦੇਵ ਦੇਵੰ ਮਹਾਪੂਪ ਭੂਪੰ। ਤਾਂ ਗੁਰਮਤਿ ਕਹਿੰਦੀ ਅੰਤਰ ਦੇਵ ਨਾ ਜਾਣੇ ਅੰਧ। ਦੇਵਤਾ ਅੰਦਰ ਬੈਠਾ ਹੈ। ਦੇ ਜਿਹੜਾ ਸੁਣਦਾ ਹੀ ਨਹੀਂ ਹੈ, ਸਾਹ ਲੈ ਰਿਹਾ। ਦੇਹ ਵਾਲੀ ਸ਼ਕਤੀ ਉਹਦੇ ਕੋਲ ਹੈ। ਉਹਦੀ ਮਰਜ਼ੀ ਨਾਲ, ਉਹਦੀ ਇੱਛਾ ਨਾਲ ਸਾਹ ਆ ਰਿਹਾ। ਬਸ ਇੱਕ ਇੱਛਾ, ਇੱਕ ਸਾਹ ਲੈ ਸਕਦਾ। ਇੱਕ ਸਰੀਰ ਨੂੰ ਸਾਹ ਦੇ ਸਕਦਾ, ਸਾਰਿਆਂ ਨੂੰ ਨਹੀਂ ਦੇ ਸਕਦਾ। ਉਹ ਦੇਵ ਦੀ ਐਡੀ ਪਾਵਰ ਹੁੰਦੀ। ਇੱਕ ਆਦਮੀ ਦੇ ਸਰੀਰ ਨੂੰ ਜਾਂ ਜਾਨਵਰ ਦੇ ਸਰੀਰ ਨੂੰ ਸਾਹ ਲੈ ਦੇ ਸਕਦਾ, ਦੋ ਨੂੰ ਨਹੀਂ ਦੇ ਸਕਦਾ। ਲਿਮਿਟਡ ਪਾਵਰ ਹੈ ਵਿਚਾਰੇ ਦੀ। ਉਹ ਕੀ ਹੈ? ਜੂਨੀ ਸਰੂਪ ਕੀ ਹੈ? ਮਹਾਦੇਵ ਦੇਵੰ। ਉਹ ਮਹਾਦੇਵ ਹੈ। ਉਹਨੇ ਇਹਨੂੰ ਦੇਵ ਨੂੰ ਪਾਵਰ ਦਿੱਤੀ ਹੈ ਕੁਛ ਚਿਰ ਵਾਸਤੇ ਵੀ ਤੂੰ ਲੈ, ਤੈਨੂੰ ਆ ਸ਼ਕਤੀ ਦੇਤੀ ਹੈ, ਨਾ ਚਲ ਤੂੰ ਵਰਤ ਸਕਦਾ ਇਹਨੂੰ। ਉਦੋਂ ਤਾਂ ਸ਼ਕਤੀ ਲੈ ਕੇ ਆਇਆ ਹੋਇਆ ਹੈ। ਉਹ ਮਹਾਦੇਵ ਤਾਂ ਹੈ। ਮਹਾਦੇਵ ਦੇਵੰ ਹੁਕਮ ਨਾਲ ਸ਼ਕਤੀ ਮਿਲੀ ਹੋਈ ਹੈ। ਹੁਕਮ ਨਾਲ ਦੇਵ ਨੂੰ ਵੀ। ਦੇਵ ਨੂੰ ਜਿੰਨਾ ਚਿਰ ਹੁਕਮ ਆ ਉਹਨਾਂ ਚਿਰ ਸ਼ਕਤੀ ਕੰਮ ਕਰੂਗੀ। ਬਾਕੀ ਉਹਦੀ ਸ਼ਕਤੀ ਕੰਮ ਨਹੀਂ ਕਰਨੀ। ਫਿਰ ਟਾਈਮ ਲਈ ਦਿੱਤੀ ਹੋਈ ਹੈ। ਇਸੇ ਨੂੰ ਟਾਈਮ ਨੂੰ ਕਾਲ ਵਸ ਕਹਿੰਦੇ ਨੇ। ਟਾਈਮ ਵੱਧ ਸ਼ਕਤੀ ਹੈ ਉਹਦੇ ਕੋਲ। ਟਾਈਮ ਸਮਾਂ ਵੱਧ, ਸਮਾਂ ਵੱਧ, ਕਾਲ ਵੱਧ। ਇੰਨੇ ਸਮੇਂ ਨੂੰ ਇੰਨੇ ਸਾਹ ਲੈਣੇ ਨੇ, ਬਾਕੀ ਖਤਮ। ਫਿਰ ਸ਼ਕਤੀ ਉਹ ਖਤਮ ਹੈ ਤੇਰੀ। ਫਿਰ ਨਹੀਂ ਤੂੰ ਲੈ ਸਕਦਾ। ਮਹਾਪੂਪ ਭੂਪੰ। ਤੇਲ ਜਿੰਨਾ ਟਾਂਕੇ 'ਚ ਪਾਇਆ ਉਹ ਨਹੀਂ ਚੱਲਣਾ। ਬਸ ਉਹਨੇ ਚੱਲ ਜਾਣ, ਬਾਕੀ ਹਵਾ ਲੈ ਜਾਣੀ ਉਹਨੇ। ਚਾਹੀ ਉਹਨਾਂ। ਹਾਂਜੀ। ਮਹਾਦੇਵ ਦੇਵ ਮਹਾਪੂਪ ਭੂਪੰ। ਜਿਹੜੇ ਮਹਾਪੂਪ ਨੇ ਸੰਸਾਰ 'ਚ, ਜਿਹੜਾ ਸਰੀਰ ਵਾਲਾ ਮਹਾਪੂਪ ਹੋ ਗਿਆ, ਉਹਦਾ ਭੂਪ ਕਹਾਂ ਉਹ ਹੈ। ਜਾ ਕਹਿਣਾ ਕੋਈ ਹਰ ਸਮਾਨ ਨਹੀਂ ਰਾਜਾ, ਅੰਦਰਲੇ ਦੇਵ ਨੂੰ ਕਿਹਾ ਹੋਇਆ। ਅੰਦਰਲਾ ਦੇਵ ਹੈ ਜਿਹੜਾ ਉਹੀ ਹਰ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਅੰਦਰਲਾ ਜਿਹੜਾ ਅੰਦਰਲਾ ਹੋ ਜਾ ਬਾਹਰਲਾ ਹੋਵੇ, ਦੋਵੇਂ ਤਾਂ ਹੀ ਖੋਲ ਕੇ ਸੰਬੋਧਨ ਆਪਣੇ ਅੰਦਰਲੇ ਨੂੰ ਹੀ ਹੈ ਸਾਰਾ। ਤੂੰ ਮੇਰਾ ਪਿਤਾ, ਤੂੰ ਆ ਮੇਰਾ ਬਾਬਾ। ਮਾਤਾ ਕਿਹਨੂੰ? ਅੰਦਰਲੇ ਨੂੰ। ਮਨ में आप है ना हो। मन में आप ਕਿਹਾ ਨਹੀਂ ਹੋਇਆ। ਤਾਂ ਹੀ ਕਹਿੰਦੇ ਨੇ ਅੰਦਰ ਹੈ। ਇਸੇ ਦੀ ਗੱਲ ਦੇਵ ਦੀ ਅੰਦਰ ਦੀ ਹੈ। ਜਾਂ ਦੋ ਇੱਕ ਕਿੱਥੋਂ? ਇੱਕ ਦੋਹਾਂ ਨੇ ਰਲ ਕੇ ਹੋ ਜਾਣ। ਦੇਵ ਔਰ ਅਦੇਵ ਜਦ ਸੁਲ੍ਹਾ ਹੋ ਗਈ ਇੱਕ ਹੋ ਜਾਣਗੇ ਨਾ। ਮਹਾਪੂਪ ਭੂਪੰ। ਗੱਲ ਦੱਸਦੇ ਮਹਾਪੂਪ ਭੂਪੰ। ਮਹਾਪੂਪ ਭੂਪੰ। ਮਹਾਪੂਪ ਭੂਪੰ। ਮਹਾਪੂਪ ਨੇ ਜਿਹੜੇ ਨਾ ਆਪਣੇ ਆਪ ਨੂੰ ਚੱਕਰਵਰਤੀ ਰਾਜੇ ਕਹਾਉਂਦੇ। ਇਹ ਸ਼ਹਿਨਸ਼ਾਹ ਕਹਾਉਂਦੇ ਨੇ। ਇੱਕ ਰਾਜਾ ਹੁੰਦਾ, ਇੱਕ ਰਾਜ ਅਧਿਰਾਜ ਹੁੰਦਾ। ਆਇਆ ਹੈ ਲਫ਼ਜ਼। ਇੱਕ ਸ਼ਾਹ ਹੁੰਦਾ, ਇੱਕ ਸ਼ਹਿਨਸ਼ਾਹ ਹੁੰਦਾ। ਜਿਵੇਂ ਬਹੁਤ ਸਾਰੀਆਂ ਰਿਆਸਤਾਂ ਹਿੰਦੁਸਤਾਨ ਸੀ, ਜਿਹੜਾ ਦਿੱਲੀ ਦਾ ਰਾਜਾ ਹੁੰਦਾ ਸ਼ਹਿਨਸ਼ਾਹ ਸੀ। ਉਹ ਰਿਆਸਤਾਂ ਦੇ ਅੰਡਰ ਹੁੰਦੀਆਂ ਨੇ।
ਇਸ ਕਰਕੇ ਮਹਾਭੂਪ ਭੂਪਮ, ਜਿੰਨੇ ਮਹਾਭੂਪ ਨੇ ਸੰਸਾਰ ਦੇ ਉੱਤੇ, ਚੱਕਰਵਰਤੀ ਰਾਜਾ ਤੂੰ ਉਹਨਾਂ ਦੇ ਉੱਤੇ, ਉਹ ਤੇਰੇ ਹੁਕਮ 'ਚ ਨੇ, ਉਹ ਵੀ ਤੇਰਾ ਹੁਕਮ ਉਹਨਾਂ ਦੇ ਵੀ ਚੱਲਦਾ, ਜੋ ਮਰਜ਼ੀ ਕਰਾ ਲਵੇ ਉਹਨਾਂ ਤੇ, ਤੂੰ ਤੇਰੇ ਹੁਕਮ ਦੇ ਵਿੱਚ ਨੇ, ਉਹ ਤੇਰੀ ਨੱਥ ਪਾਈ ਉਹਨਾਂ ਦੇ, ਤੇ ਛੋਟੇ ਰਾਜੇ ਵੀ ਉਹਦੇ ਹੁਕਮ 'ਚ ਹੁੰਦੇ ਨੇ, ਬੜੇ ਦੇ, ਉਹਦੀ ਅਵੱਗਿਆ ਨਾ ਕਰ ਸਕਦੇ। ਬਸ ਮਹਾਭੂਪ ਭੂਪੰ, ਨਿਰੰਕਾਰ ਨਿਤਯੰ ਨਿਰੂਪੰ ਨਿਰਵਾਣੰ, ਨਿਰੰਕਾਰ ਨਿਤਯੰ, ਹਮੇਸ਼ਾ ਹੀ ਨਿਰਾਕਾਰੀ ਸਰੂਪ 'ਚ ਰਹਿਣਾ ਤੂੰ। ਨਿਤਯੰ ਹੁੰਦਾ ਹਮੇਸ਼ਾ, ਹਰ ਸਮੇਂ। ਨਿਰਵਾਣੰ, ਨਿਰੂਪੰ ਨਿਰਵਾਣੰ, ਨਿਰੂਪਮ, ਕੋਈ ਰੂਪ ਨਹੀਂ ਹੈ ਤੇਰਾ, ਸਰੀਰ ਨਹੀਂ ਹੈ, ਦੇਹ ਨਹੀਂ ਹੈ ਕੋਈ। ਨਿਰਵਾਣੰ, ਕੋਈ ਤੇਰੇ 'ਚ ਭੈੜ ਬਰੀ ਆਦਤ ਵੀ ਨਹੀਂ ਹੈ ਤੇਰੀ, ਆਦਤਾਂ ਨੇ ਨਾ ਆਦਮੀਆਂ 'ਚ ਹੁੰਦੀਆਂ। ਨਿਰਵਾਣੰ, ਨਿਰਵਾਣਕ ਦਾ ਮਤਲਬ ਇਹ ਨਹੀਂ ਹੈ ਵੀ ਤੂੰ ਬੋਲਦਾ ਨਹੀਂ ਹੈ। ਸਤਿਗੁਰ ਬੋਲ ਜਾਗਦਾ, ਸਤਿਗੁਰ ਹਮਰਾ ਸਤ ਬੋਲੰਤਾ। ਹਾਂ, ਸਤਿਗੁਰ ਹਮਰਾ ਸਤ ਬੋਲੰਤਾ, ਸਗਲ ਜੀਆਂ ਕੋ ਦਾਨ ਪ੍ਰਭ ਦੇਤਾ। ਨਿਰਵਾਣਕ ਤੈਨੂੰ ਕੋਈ ਬਾਣ ਨਹੀਂ ਹੈ, ਬਾਣ ਆਦਤ ਨੂੰ ਕਹਿੰਦੇ ਨੇ। ਤੇਰੀ ਕੋਈ ਐਸੀ ਆਦਤ ਨਹੀਂ ਹੈਗੀ ਜਿਵੇਂ ਆਦਤਾਂ ਹੁੰਦੀਆਂ ਨੇ ਆਦਮੀਆਂ 'ਚ, ਇਹਨੂੰ ਆਹ ਆਦਤ ਹੈ, ਉਹਨੂੰ ਉਹਦਾ, ਐਸੀ ਆਦਤ ਨਹੀਂ ਹੈ ਕੋਈ ਤੇਰੀ। ਆਦਤ ਦੇ ਆਦਮੀ ਅਧੀਨ ਹੁੰਦਾ, ਆਦਤ ਦੇ ਅਧੀਨ ਹੋ ਜਾਂਦਾ ਆਦਮੀ। ਰੱਸੀ ਚੱਪੜ ਦੀ ਬਾਣ, ਬਾਣ ਜਿਹੜੀ ਪੈ ਜਾਏ ਉਹਦੇ ਅਧੀਨ ਹੋ ਜਾਂਦਾ। ਜੇ ਤੈਨੂੰ ਕੋਈ ਆਦਤ ਉਹਦੇ ਅਧੀਨ ਹੈ, ਫਿਰ ਤੂੰ ਅਧੀਨ ਹੈ, ਨਹੀਂ ਤੂੰ ਕਿਸੇ ਚੀਜ਼ ਦੇ ਹੈ। ਜਿਹੜਾ ਸਿਆਣੇ ਆਦਮੀ ਨੇ ਉਹ ਕਿਸੇ ਚੀਜ਼ ਦੇ ਅਧੀਨ ਨਹੀਂ ਹੁੰਦੇ। ਜਿਹੜਾ ਅਧੀਨ ਹੋ ਗਿਆ ਸਿਆਣਾ ਹੁੰਦਾ ਹੀ ਨਹੀਂ। ਜਿਹੜਾ ਕਿਸੇ ਚੀਜ਼ ਦੇ ਅਧੀਨ ਉਹ ਸਿਆਣਾ ਨਹੀਂ ਹੁੰਦਾ। ਭਗਤ ਨਹੀਂ ਕਰ, ਭਗਤ ਬਿਨਾਂ ਹੁਕਮ ਦੇ ਕਿਸੇ ਦੇ ਅਧੀਨ ਨਹੀਂ ਹੋ ਸਕਦੇ। ਸੱਚ ਦੇ ਦੋ ਜਣਿਆਂ ਦੇ ਅਧੀਨ ਕਿਵੇਂ ਹੋ ਜੂ? ਤਾਂ ਟੂਟੇ ਬਾਹਾਂ ਦੋਹੂ ਦਿਸ ਗਈ, ਇੱਕ ਦੇ ਅਧੀਨ ਹੋ ਸਕਦਾ ਬਸ। ਜਿਨ੍ਹਾਂ ਨੂੰ ਮੋਹ ਹੈ ਉਹ ਪ੍ਰੇਮ ਨਹੀਂ ਕਰ ਸਕਦੇ, ਜਿਹੜੇ ਪ੍ਰੇਮ ਕਰਦੇ ਨੇ ਉਹ ਨਹੀਂ ਕਰ ਸਕਦੇ। ਦੋ ਚੀਜ਼ਾਂ ਨਹੀਂ ਹੋ ਸਕਦੀਆਂ। ਇੱਕ ਵਿਆਹ 'ਚ ਦੋ ਤਲਵਾਰਾਂ ਨਹੀਂ ਪੈਂਦੀਆਂ, ਇੱਕੋ ਪਊ। ਹਾਂਜੀ। ਕਲਯੰ ਕਾਰਣਯੰ ਨਮੋ ਖੜਗ ਪਾਣੰ, ਕਲਮ ਕਾਰਣਯੰ ਨਮੋ ਖੜਗ ਪਾਣੰ। ਕਲੰ ਕਾਰਣਯੰ ਕਲਮ ਕਾਰਣਯੰ ਨਮੋ ਖੜਗ ਪਾਣੰ, ਨਮੋ ਖੜਗ ਪਾਣੰ। ਤੂੰ ਜਿਹੜੇ ਹੈ ਨਾ, ਕਾਹਦਾ ਕਾਰਨ? ਆ ਜਿਹੜੀ ਕਲਪਨਾ ਨਾ, ਕਲਪਨਾ ਕਰਦੇ ਲੋਕ, ਸੋਚ ਹੈ ਜਿਹੜੀ ਸਾਡੀ, ਇਹਦੀ ਪ੍ਰੇਰਣਾ ਤੂੰ ਕਰਦੀ ਹੈ। ਜਿਹੜਾ ਅਸੀਂ ਕੁਝ ਕਰਨ ਦੀ ਇੱਛਾ ਸਾਡੇ ਅੰਦਰ ਪੈਦਾ ਹੁੰਦੀ ਹੈ ਨਾ, ਇੱਛਾ ਕਿੱਥੋਂ ਪੈਦਾ ਹੁੰਦੀ ਹੈ? ਇਹਦਾ ਕਾਰਨ ਤੂੰ। ਇਹੀ ਤਾਂ ਨੱਥ ਹੈ। ਸਾਤੋਂ ਹੀ ਪ੍ਰੇਰ ਕੇ ਉਹਨੇ ਕੰਮ ਕਰਾਉਣੇ ਨੇ ਨਾ, ਜਿਹੜੇ ਕਰਾਉਣੇ ਨੇ। ਕੱਲ ਆਇਆ ਸੀ ਨਾ, ਤੂੰ ਇੱਛਾਵਾਂ ਦੀ ਖਾਨ। ਮੈਨੂੰ ਤਾਂ ਐਂ ਲੱਗਦਾ ਵੀ ਇੱਛਾਵਾਂ ਦੀ ਉਹ ਖਾਨ। ਸਾਰਿਆਂ ਦੀਆਂ ਇੱਛਾਵਾਂ ਤੇਰੇ ਚੋਂ ਹੀ ਸਪਲਾਈ ਹੁੰਦੀਆਂ ਨੇ ਸਾਰਿਆਂ ਨੂੰ। ਵੀ ਚੱਲ ਬਈ ਤੂੰ ਆਓ ਕਰ, ਤੂੰ ਆਓ ਕਰ, ਤੂੰ ਆਓ ਕਰ, ਤੂੰ ਆਹ ਸੋਚ, ਤੂੰ ਆਓ ਸੋਚ, ਤੂੰ ਆਓ ਸੋਚ, ਤੂੰ ਆਓ ਸੋਚ। ਚੋਰ ਨੂੰ ਕਹਤਾ ਚੋਰੀ ਕਰ ਲੈ, ਘਰ ਦੇ ਨੂੰ ਕਹਤਾ ਜਾਗ ਪੈ। ਇਹ ਜਿਹੇ ਵੀ ਕੰਮ ਕਰਦਾ। ਇਹ 'ਚ ਵੀ ਗਿਆਨ ਹੈ, ਦੇਣਾ ਦਾ ਗਿਆਨ ਹੈ ਦੋਹਾਂ ਨੂੰ। ਉਹਨੂੰ ਦੇਤਾ ਵੀ ਚੋਰੀ ਹੋ ਜਾਂਦੀ ਹੁੰਦੀ ਹੈ, ਉਹਨੂੰ ਦੇਤਾ ਫੜ ਵੀ ਲੈਂਦੇ ਹੁੰਦੇ ਨੇ। ਦੋਹਾਂ ਨੂੰ ਹੋ ਗਿਆ ਨਾ। ਕਲੰ ਕਾਰਣਯੰ ਨਮੋ ਖੜਗ ਪਾਣੰ। ਕਲਮ ਹੁੰਦਾ ਕਲਪਨਾ ਕਰਦੀ। ਕਲਮ ਕਲਪਨਾ ਨੂੰ ਕਹਿੰਦੇ ਨੇ। ਕਲਮ ਕਾਲ ਕਲਪਨਾ ਜਿਵੇਂ ਆਪਾਂ ਕਹਿੰਦੇ। ਕਾਲ ਜਿਹੜਾ ਹੈ ਨਾ ਪਾਪ, ਅਸਲ 'ਚ ਕਲਪਨਾ ਜਿਹੜੀ ਹੈਗੀ ਹੈ ਨਾ, ਅਸੀਂ ਕਰਦੇ ਹਾਂ, ਸੋਚਦੇ ਹਾਂ। ਸੋਚ ਦਾ ਕਾਰਨ ਵੀ ਤੂੰ। ਸੋਚਦੇ ਬੱਚੇ ਵੀ ਨੇ ਛੋਟੇ। ਦੇਖੋ ਨਾ, ਹੁਣ ਭੁੱਖ ਲੱਗਦੀ ਹੈ, ਭੁੱਖ ਬੱਚੇ ਨੂੰ ਲੱਗਦੀ ਹੈ। ਕੋਈ ਬਾਹਰ ਹੈ ਬੱਚਾ, ਹੁਣ ਕੱਛੂ ਦੇ ਆਉਂਦਾ ਨਾ, ਕੱਛੂ ਕੁੱਬੀ ਦੀ ਗੱਲ ਵੀ ਆਂਡੇ ਬਾਹਰ ਦੇ ਆਉਂਦੀ ਹੈ। ਹੁਣ ਉਹਨਾਂ ਦੇ ਅੰਦਰ ਜੇ ਸੋਚ ਪੈਦਾ ਹੀ ਨਾ ਹੋਵੇ, ਉਦੋਂ ਉੱਥੇ ਮਰ ਜਾਣ ਪਏ, ਉਦੋਂ ਉੱਥੇ ਮਰ ਜਾਣ।
ਉਹਨਾਂ ਨੂੰ ਚਾਬੀ ਦਿੱਤੀ ਵੀ ਚਲੋ ਇੱਧਰ ਨੂੰ ਪਾਣੀ ਵੱਲ ਨੂੰ ਭੱਜੋ। ਉਹਨਾਂ ਨੂੰ ਇੰਨਾ ਗਿਆਨ ਪਿਆ ਵੀ ਨੀਵੇਂ ਥੋਂ ਪਾਣੀ ਹੁੰਦਾ, ਨੀਵੇਂ ਥੋਂ ਨੂੰ ਭੱਜਦੇ ਰਹੋ। ਹੋਰ ਨਹੀਂ ਉਹਨਾਂ ਨੂੰ ਪਤਾ ਹੈ, ਇੰਨਾ ਪਤਾ ਵੀ ਜੇ ਪਾਣੀ ਮਿਲੂ ਤਾਂ ਨੀਵੇਂ ਥੋਂ ਮਿਲੂਗਾ। ਨਿਮਾਣ ਵੱਲ ਨੂੰ ਭੱਜਦੇ ਨੇ, ਪਾਣੀ ਵੀ ਨਿਮਾਣ ਵੱਲ ਨੂੰ ਭੱਜਦਾ। ਦੇਖੋ ਇੰਨਾ ਗਿਆਨ ਉਹਨਾਂ ਨੂੰ ਨਹੀਂ, ਉਹਨਾਂ ਨੂੰ ਕੀ ਪਤਾ ਵੀ ਕਿੱਧਰਲੇ ਪਾਸੇ ਪਾਣੀ, ਉਹਨੂੰ ਕਿਹੜਾ ਦੀਦਾ ਇੰਨਾ ਦੂਰ ਤੱਕ। ਉਹ ਪਾਣੀ ਜਾ ਵੜਦੇ ਨੇ। ਆਖਰ ਕਿਹਨੇ ਦਿੱਤਾ ਹੈ ਗਿਆਨ ਉਹਨਾਂ ਨੂੰ, ਸੋਝੀ ਕਿਹਨੇ ਦਿੱਤੀ? ਆਹੀ ਗੱਲ ਕਹਿ ਰਹੇ ਨੇ, ਇਹੀ ਗੱਲ ਕਹਿ ਰਹੇ। ਹੁਣ ਇੱਕ ਦਰਖਤ ਹੈ, ਦਰਖਤ ਦੇ ਵਿੱਚ ਪੈਦਾ ਹੋ ਗਿਆ, ਉੱਪਰ ਦਰਖਤ, ਉਹਨੂੰ ਕਿਹਾ ਸਾਈਡ ਤੇ ਲੰਘ ਜਾ, ਉਹ ਵਿੰਗਾ ਹੋ ਕੇ ਲੰਘ ਜਾਂਦਾ, ਲੰਘਦੇ ਵਿੰਗੇ ਹੋ ਕੇ। ਉਹਨੂੰ ਕਿਹਨੇ ਕਿਹਾ? ਇਹੋ ਜਿਹਾ ਕੁਛ ਹੈ। ਇਹ ਤੂੰ ਦੱਸ ਦੇਣਾ ਵੀ ਐਂ ਕਰ ਲੈ, ਥੋੜ੍ਹਾ ਜਿਹਾ ਤਾਂ ਬਚਾ ਕੇ ਲੰਘ ਜਾ, ਪੂਰੇ ਇਹਨੇ ਤੈਨੂੰ ਲੰਘਣ ਨਹੀਂ ਦੇਣਾ। ਅਕਲ ਵੀ ਤੂੰ ਦਿੰਦਾ ਗਾਹਾਂ ਉਹਨੂੰ, ਸੋਚਣ ਸ਼ਕਤੀ ਵੀ ਤੂੰ ਹੀ ਦਿੰਦਾ ਉਹਨਾਂ ਨੂੰ, ਡੋਰ ਹਰਾ ਦਿੰਦਾ ਨਾ। ਪਾਣੀ ਹੈ, ਪਾਣੀ ਟਿਕਿਆ ਹੋਇਆ, ਜੋ ਉਹਦੇ 'ਚ ਰੋੜੀ ਮਾਰਦੀ ਹੈ ਉਹ ਲਹਿਰ ਤਾਂ ਉੱਥੇ ਪੈਦਾ ਹੋਏ, ਹਿਲਚਲ ਤਾਂ ਪੈਦਾ ਹੋਏ ਜਾਣੀ ਹੈ। ਪਰ ਰੋੜੀ ਮਾਰ ਦਿੰਦਾ ਤੂੰ, ਹਿਲਚਲ ਪੈਦਾ ਹੋ ਜਾਂਦੀ ਹੈ। ਟਿਕੇ ਪਾਣੀ 'ਚ ਰੋੜੀ ਮਾਰ ਦੇਵੇ ਕੋਈ, ਉੱਥੇ ਤਾਂ ਹਿਲਚਲ ਤਾਂ ਪੈਦਾ ਹੋਏਗੀ, ਉਹ ਮਾਰ ਦਿੰਦਾ ਰੋੜੀ। ਹਾਂ, ਨਮੋ ਖੜਗ ਪਾਣ, ਨਮੋ ਖੜਗ ਪਾਣ। ਇਹ ਕਾਹਦੇ ਕਰਦਾ ਤੂੰ? ਇਹ ਕੰਮ ਕਿਉਂ ਕਰਦਾ? ਉਹਦੀ ਬੁੱਧੀ ਨੂੰ ਪਾਣ ਦਿੰਦਾ ਅਸਲ 'ਚ। ਨਮੋ ਖੜਗ ਪਾਣ, ਉਹਨੂੰ ਅਕਲ, ਇਹ ਵੀ ਅਕਲ ਸਿਖਾਉਣ ਦਾ ਤਰੀਕਾ ਤੇਰਾ। ਜਿਵੇਂ ਖੜਗ ਨੂੰ ਪਾਣ ਦੇ, ਦੇਖੋ ਤਲਵਾਰ ਬਣਾ ਲਈ, ਐਂ ਠੀਕ ਠਾਕ ਕਰ ਲਈ, ਧਾਰ ਵੀ ਕਹਿੰਦੇ ਵੀ ਉਹਨਾਂ ਨੂੰ ਪਾਣ ਦੇ ਲੋ, ਪਾਣ ਦਿੰਦੇ ਨੇ ਬਾਅਦ 'ਚ। ਬੁੱਧੀ ਹੈ, ਸਭ ਕੁਝ ਪਾ ਲਿਆ, ਆਦਮੀ ਬਣਾ ਲਿਆ, ਫਿਰ ਉਹਨੂੰ ਪਾਣ ਦੇ ਰਹੇ ਹੁਣ ਤੋਂ ਉਹਨੂੰ। ਇਹ ਜਿਹੜਾ ਹੋਰ ਬੁੱਧੀ ਤੇ ਬੁੱਧੀ ਨੂੰ ਅਕਲ ਹੋਰ ਦੇਣੀ ਹੈ, ਪਾਣ ਦੇਣੀ ਹੈ। ਜਿਹੜਾ ਕੰਮ ਉਹ ਜਿੱਥੇ ਜਾ ਕੇ ਮੁੱਚਦੀ ਆ, ਫਿਰ ਮੁੱਚੂ ਨਹੀਂ, ਉਹਦੇ 'ਚ ਹੋਰ ਸ਼ਕਤੀ ਹੈ, ਔਰ ਸ਼ਕਤੀ ਆਉਂਦੀ ਹੈ ਪਾਣ ਨਾਲ। ਹਾਂਜੀ, ਤਾਂ ਹੀ ਸ਼੍ਰੀ ਜਿੱਥੇ ਜਾ ਕੇ ਅੜਦੀ ਆ ਨਾ ਤਲਵਾਰ, ਫਿਰ ਉੱਥੇ ਅੜਦੀ ਨਹੀਂ। ਜਿੱਥੇ ਜਾ ਕੇ ਧਾਰ ਬਹਿੰਦੀ ਹੈ, ਫਿਰ ਧਾਰ ਬਹਿੰਦੀ ਨਹੀਂ ਪਾਣੀ ਦਿੱਤੇ ਤੇ। ਇਹ ਬੁੱਧੀ ਜਿੱਥੇ ਸਾਡੇ ਜਵਾਬ ਦਿੰਦੀ ਹੈ, ਸਮਝ ਗੱਲ ਨਹੀਂ ਆਉਂਦੀ, ਫਿਰ ਗਾਂ ਆਉਣ ਲੱਗ ਜਾਂਦੀ। ਇਹ ਖੜਗ ਪਾਣ ਕਹਿੰਦੇ ਨੇ। ਇਹ ਤਾਂ ਲੋਹੇ ਦੀ ਨੂੰ ਤਾਂ ਇੱਕੇ ਵਾਰ ਆਉਂਦੀ ਹੈ, ਇਹਨੂੰ ਰੋਜ਼ ਆਈ ਜਾਂਦੀ ਹੈ ਪਾਣ, ਰੋਜ਼ ਵਧੀ ਜਾਂਦੀ ਹੈ ਇਹਦੀ ਤਾਕਤ। ਆਏਗਾ ਖੜਗ ਪਾਣ। ਸ਼੍ਰੀ ਖੜਗ ਨਹੀਂ ਆਇਆ ਤਾਂ ਖੜਗ ਗੱਲ ਹੀ ਹੈ। ਸ਼੍ਰੀ ਖੜਗ ਕਿਵੇਂ ਆਜੂ? ਸ਼੍ਰੀ ਖੜਗ ਦਾ ਪਾਣ ਦੇ ਰਹੀ ਹੈ, ਅਸਲ ਦੇ ਵਿੱਚ ਉਹ ਆਪਣੇ ਕੋਲੋਂ ਬੁੱਧੀ ਨੂੰ ਹੋਰ ਬੁੱਧ ਦੇ ਰਹੀ ਹੈ। ਸ਼੍ਰੀ ਖੜਗ ਇਹ ਤਾਂ ਸੰਸਾਰੀ ਬੁੱਧੀ ਦੀ ਗੱਲ ਹੈ। ਨਿਰੰਕਾਰ ਨਿਰਭਕਾਰ ਨਿਤਯੰ ਨਿਰਾਲੰ, ਨਿਰੰਕਾਰ ਹੈ ਤੂੰ, ਨਿਰਾਕਾਰ ਹੈ, ਨਿਤਯੰ ਹਮੇਸ਼ਾ ਹੀ, ਨਿਰਾਲਮ। ਨਿਰੰਕਾਰ ਨਿਰਭਕਾਰ ਨਿਤਯੰ ਨਿਰਵਕਾਰ ਵੀ ਹੈ, ਵਿਕਾਰ ਕੋਈ ਨਹੀਂ ਹੈ ਤੇਰੇ 'ਚ। ਨਿਰੰਕਾਰ ਹੈ, ਨਿਰਵਕਾਰ ਹੈ, ਨਿਤਯੰ ਹਮੇਸ਼ਾ ਹੀ ਹੈ, ਨਿਰਾਲੰ, ਨਿਰਾਲਮ। ਨਿਰਾਲ ਹੈ ਤੂੰ, ਵੱਖਰਾ ਹੈ ਸੰਸਾਰ ਤੋਂ, ਸਭ ਕੁਝ ਕਰਦਾ ਹੈ, ਪਤਾ ਕਿਸੇ ਨੂੰ ਨਹੀਂ ਕੈਸਾ। ਤੇਰਾ ਦੇਹ ਵੱਖਰੀ ਹੈ, ਸੰਸਾਰ ਵਰਗਾ ਕੁਝ ਵੀ ਨਹੀਂ ਹੈ ਤੇਰਾ। ਰੰਗ ਤੇਰਾ, ਰੂਪ ਤੇਰਾ, ਕੁਛ ਵੀ ਸੰਸਾਰ ਵਰਗਾ ਨਹੀਂ। ਸਭ ਕੁਝ ਨਿਰਾਲਾ ਹੈ ਇਹ ਕੰਮ। ਇਸ ਕਰਕੇ ਕਿਸੇ ਦੀ ਮਿਸਾਲ ਨਹੀਂ ਦੇ ਸਕਦੇ। ਕਹੇ ਜਾਂ ਕੀ ਦਸੀਏ, ਕਹੇ ਜਾਂ ਨਿਰਾਲਮ। ਨਾ ਬ੍ਰਿਧੰ ਵਿਸੇਖੰ ਨਾ ਤਰਨੰ ਨਾ ਬਾਲੰ। ਨਾ ਤਾਂ ਤੈਨੂੰ ਕਹਿ ਸਕਦੇ ਵੀ ਬਜ਼ੁਰਗ ਹੈ, ਇਹ ਵੀ ਨਹੀਂ ਕਹਿ ਸਕਦੇ। ਨਾ ਕਹਿ ਸਕਦਾ ਜਵਾਨ, ਨਾ ਕਹਿ ਸਕਦਾ ਤੂੰ ਬਈ ਆ ਜੋ ਬੱਚਾ ਹੈ। ਜਾਂ ਜੇ ਸਰੀਰ ਹੋਵੇ ਤਾਂ ਕਹੀਏ, ਕੁਝ ਵੀ ਨਹੀਂ ਕਹਿ ਸਕਦੇ। ਨਾ ਰੰਕੰ ਨਾ ਰਾਯੰ ਨਾ ਰੂਪੰ ਨਾ ਰੇਖੰ। ਨਾ ਤੈਨੂੰ ਕਹਿ ਸਕਦੇ ਹਾਂ ਵੀ ਰੰਕਾ ਹੈ, ਗਰੀਬ ਹੈ। ਜਿਵੇਂ ਸੁਦਾਮਾ ਗਰੀਬ ਸੀ, ਕ੍ਰਿਸ਼ਨ ਰਾਜਾ ਸੀ, ਨਹੀਂ ਨਾ ਹੈ, ਨਾ ਗਰੀਬ ਹੈ ਨਾ ਰਾਜਾ। ਸੁਦਾਮਾ ਭਗਤ ਹੈ, ਉਹ ਰਾਜਾ ਹੈ, ਉਹ ਅਵਤਾਰ ਹੈ, ਅਮੀਰ ਹੈ, ਦੋਹਾਂ 'ਚੋਂ ਕੋਈ ਵੀ ਨਹੀਂ। ਅਸਲ 'ਚ ਇਹਨਾਂ ਦੇ ਕੱਟ ਰਹੇ ਨੇ। ਹਾਂ, ਨਾ ਪੀਲਣੀ ਹੈ ਤੇ ਨਾ ਰਾਮਚੰਦਰ ਹੈ, ਨਾ ਪੀਲਣੀ ਹੈ ਨਾ ਰਾਮਚੰਦਰ ਹੈ, ਦੋਏ ਨਹੀਂ। ਇਹਨਾਂ ਦੀ ਭਗਤੀ ਇੱਥੇ ਖੜੀ ਹੈ, ਪੀਲਣੀ ਹੈ ਰਾਮਚੰਦਰ ਦੀ।
ਸੁਦਾਮੇ ਦੀ ਔਰ ਕ੍ਰਿਸ਼ਨ ਦੀ ਇਹ ਭਗਤ ਨੇ ਨਾ, ਇਹ ਤੋਂ ਉੱਪਰ ਚੱਕਤੀ ਗੱਲ। ਦੋਏ ਨਹੀਂ, ਨਾ ਰੰਕੰ ਨਾ ਰਾਜ, ਨਾ ਰੂਪੰ ਨਾ ਰੇਖੰ, ਨਾ ਰੂਪੰ ਨਾ ਰੇਖੰ, ਨਾ ਰੇਖ ਰੂਪ ਹੈ, ਨਾ ਰੰਗੰ ਨਾ ਰਾਗੰ, ਅਪਾਰੰ ਅਭੇਖੰ, ਨਾ ਰੰਗਾਂ ਨਾ ਰਾਗ, ਨਾ ਕੋਈ ਰਾਗ ਹੈ। ਆ ਜਿਹੜੇ ਰਾਗ ਗਾਉਂਦੇ ਸੀ ਇੱਧਰ ਦੇ, ਉੱਥੇ ਵੀ ਰਾਗ ਗਾਇਆ ਜਾਂਦਾ ਸੀ, ਇੱਧਰ ਦੇ ਵੀ ਰਾਗ ਗਾਇਆ ਜਾਂਦਾ ਸੀ ਨਾ, ਉਹ ਰਾਗ ਨਾਲ ਪਾਉਣ ਨੂੰ ਜਿਹੜੇ ਕਹਿੰਦੇ ਨੇ। ਨਾ ਕੋਈ ਰੰਗ ਹੈ, ਅਪਾਰੰ ਅਭੇਖੰ, ਅਪਾਰ ਅਪੇਖ ਹੈ। ਫਿਰ ਵੀ ਇਹ ਮਤਲਬ ਹੈ ਭੇਖ ਕੈਸਾ ਹੈ ਨਹੀਂ ਦੱਸ ਸਕਦੇ। ਪਰਲਾ ਪਾਸਾ ਦਿਖੇ ਤਾਂ ਦੱਸੇ ਬੁੱਧੀ, ਜਿਹੜੀ ਚੀਜ਼ ਦਾ ਪਰਲਾ ਪਾਸਾ ਨਹੀਂ ਦਿਖਦਾ, ਜੇ ਤਾਂ ਸਾਰੀ ਚੀਜ਼ ਦੇਖ ਲਈਏ ਤਾਂ ਉਹ ਦੱਸੀਏ ਕਿਹੋ ਜਿਹਾ, ਸਾਰਾ ਦੀਦਾ ਹੀ ਕੁਛ ਨਹੀਂ। ਸਮੁੰਦਰ ਦਾ ਕਿਨਾਰਾ ਦੀਦਾ, ਪਰਲਾ ਪਾਸਾ ਦੀਦਾ ਹੀ ਨਹੀਂ, ਕਿਹੋ ਜਿਹਾ ਦੱਸੀਏ ਸਮੁੰਦਰ ਕਿਹੋ ਜਿਹਾ। ਸਮੁੰਦਰ ਦੇ ਕਿਨਾਰੇ ਚਲੇ ਗਏ ਲੈ ਕੇ ਕਿਸੇ ਆਦਮੀ ਨੂੰ, ਕਹਿੰਦਾ ਵੀ ਆਹ ਸਮੁੰਦਰ ਹੈ, ਖੜਾ ਹੋ ਗਿਆ, ਕਹਿੰਦਾ ਵੀ ਕਿਹੋ ਜਿਹਾ, ਕੀ ਦੱਸੇ ਕਿਹੋ ਜਿਹਾ, ਕਹਿੰਦਾ ਪਾਣੀ ਉਹ ਪਾਣੀ ਹੈ, ਬਸ ਜਿੱਥੇ ਹੀ ਨਿਗਾਹ ਜਾਂਦੀ ਹੈ ਪਾਣੀ ਉਹ ਪਾਣੀ ਹੈ, ਜਿੱਥੇ ਤੇ ਵੀ ਨਿਗਾਹ ਜਾਂਦੀ ਹੈ। ਹੁਣ ਉਹ ਜਿਹੜੇ ਕੱਟ ਬਚੇ ਹੋਏ ਨੇ ਇੱਧਰ ਉੱਧਰ, ਉਹਨੂੰ ਉੱਥੇ ਤਾਂ ਖੜੇ ਨੂੰ ਦਿਖਦਾ ਨਹੀਂ ਹੈ। ਕਿਤੋਂ ਸਮੁੰਦਰ ਅੰਦਰ ਨੂੰ ਹੈ, ਕਿਤੋਂ ਧਰਤੀ ਅੰਦਰ ਨੂੰ ਹੈ, ਉਹਨੂੰ ਕਿਹੜਾ ਦਿਖਦਾ ਨੇ, ਕਿੱਥੇ ਤੱਕ ਹੈ, ਕਿਹਾ ਜਾਂ ਅੰਦਰ ਜਾ ਕੇ ਕੋਈ ਪਹਾੜ ਹੈ ਕੀ ਹੈ, ਉਹਨੂੰ ਕਿਹੜਾ ਪਤਾ ਹੈ ਗਾਹਾਂ ਜਾ ਕੇ ਕੀ ਹੈ। ਪਾਣੀ ਕਿਤੇ ਡੂੰਘਾ ਘੱਟ ਹੈ, ਕਿਤੇ ਵੱਧ ਹੈ, ਉਹਨੂੰ ਕੀ ਪਤਾ ਉੱਥੇ ਬਾਹਰ ਖੜੇ ਨੂੰ। ਬਸ ਇਹ ਕਹੂੰ ਪਾਣੀ ਪਾਣੀ ਦੀ, ਇੰਨੀ ਉਹ ਗੱਲ ਕਹੂਗਾ, ਹੋਰ ਕੀ ਕਹਿ ਦੂ ਇਹ ਤੋਂ ਜ਼ਿਆਦਾ। ਜੇ ਇੰਚ ਨਾਪ ਲਵੇ ਉਹ ਦੱਸ ਸਕਦਾ, ਉਹ ਨਾਪ ਸਕਦਾ ਹੀ ਨਹੀਂ ਕੋਈ। ਹਾਂਜੀ, ਨਾ ਰੂਪੰ ਨਾ ਰੇਖੰ, ਨਾ ਰੰਗੰ ਨਾ ਰਾਗੰ, ਨਾ ਰੂਪ ਹੈ ਨਾ ਰੇਖ ਹੈ, ਨਾ ਰੰਗ ਹੈ ਨਾ ਰਾਗ ਹੈ। ਰਾਗ ਰੰਗ ਤੋਂ ਵੀ ਪਰੇ ਹੈ, ਰੂਪ ਰੇਖ ਤੋਂ ਵੀ ਪਰੇ ਹੈ। ਨਾ ਨਾਮੰ ਨਾ ਠਾਮੰ, ਮਹਾਜੋਤ ਜਾਗੰ, ਨਾ ਨਾਮ ਹੈ ਤੇਰਾ ਕੋਈ, ਨਾਮ ਤਾਂ ਹੈ ਨਹੀਂ ਵੀ ਜਪਦੇ ਕੀ ਨੇ ਮਾਲਾ ਨਾਲ। ਜਗ੍ਹਾ ਹਰ ਦੇਖੋ ਆਦ ਵਿੱਚ ਨਹੀਂ ਇਹ ਗੱਲ ਆਈ ਹੋਈ, ਦਸਮ ਵਿੱਚ ਸਾਫ ਇਹ ਲਿਖਦਾ ਵੀ ਤੇਰਾ ਕੋਈ ਨਾਮ ਹੀ ਨਹੀਂ ਹੈ। ਉੱਥੇ ਨਾਮ ਦੀ ਵਿਆਖਿਆ ਜ਼ਰੂਰ ਕੀਤੀ ਹੈ, ਗਿਆਨ ਹੈ ਨਾਮ ਹੁੰਦਾ, ਤੇਰੀ ਸੋਝੀ ਹੀ ਨਾਮ ਹੈ। ਇਹ ਤਾਂ ਸਿੱਧਾ ਹੀ ਕਹਿੰਦਾ ਤੇਰਾ ਕੋਈ ਨਾਮ ਨਹੀਂ ਹੁੰਦਾ। ਨਾ ਨਾਮੰ ਨਾ ਠਾਮੰ, ਨਾ ਕੋਈ ਠਾਵਾਂ, ਜੇ ਕਹੀਏ ਨਾ ਸੱਚਖੰਡ, ਇਹੋ ਜਿਹੀ ਕੋਈ ਜਗ੍ਹਾ ਨਹੀਂ ਹੈ। ਸੱਚਖੰਡ ਕੋਈ ਜਗ੍ਹਾ ਨਹੀਂ ਹੈ ਖਾਸ ਜਗ੍ਹਾ। ਜੇ ਸੱਚਖੰਡ ਹੋਊ ਤਾਂ ਝੂਠਖੰਡ ਵੀ ਹੋਊ, ਕਿਤੇ ਵਿਚਾਰਲਾ ਮੇਲ ਵੀ ਹੋਊ। ਸਰਵ ਵਿਆਪੀ ਹੈ ਉਹ, ਸਭ ਕੁਝ ਉਹਦੇ ਵਿੱਚ ਹੀ ਹੈ, ਸੱਚਖੰਡ ਦੇ ਵਿੱਚ ਹੀ ਹੈ ਬਾਕੀ ਸਭ ਕੁਝ। ਇੱਕ ਬਹੁਤ ਸਾਰਾ ਬੜਾ ਕਿਲ੍ਹਾ ਹੈ, ਉਹਦੇ 'ਚ ਬਹੁਤ ਸਾਰੇ ਮਕਾਨ ਨੇ, ਅੰਦਰੇ ਨੇ ਉਹ, ਫਿਰ ਵੀ ਕਿਲ੍ਹਾ ਬਹੁਤ ਖਾਲੀ ਪਿਆ। ਹੁਣ ਆਹ ਦੇਖੋ ਕਿੱਡਾ ਆਕਾਸ਼ ਹੈ, ਇਹਦੇ 'ਚ ਧਰਤੀ ਹੈ, ਸੂਰਜ ਹੈ, ਚੰਦਰਮਾ, ਹੋਰ ਕਿੰਨੇ ਗ੍ਰਹਿ ਨੇ, ਤਾਰੇ ਨੇ, ਸਭ ਤੁਰੇ ਫਿਰਦੇ ਨੇ, ਫਿਰ ਵੀ ਜਗ੍ਹਾ ਖਾਲੀ ਹੈ। ਫਿਰ ਵੀ ਕਿੰਨੀ ਕਿੰਨੀ ਜਗ੍ਹਾ ਖਾਲੀ ਹੈ, ਕਰੋੜਾਂ ਕਿਲੋਮੀਟਰ ਦਾ ਕੁਝ ਵੀ ਨਹੀਂ ਹੁੰਦਾ। ਸਭ ਕੁਝ ਹੈ ਤਾਂ ਆਕਾਸ਼ ਦੇ ਵਿੱਚ ਹੀ ਨਾ। ਪਰ ਜਿਵੇਂ ਇਹ ਸਭ ਕੁਝ ਆਕਾਸ਼ ਵਿੱਚ ਹੈ, ਐ ਸਾਰਾ ਆਕਾਸ਼ ਸਾਰਾ ਮੰਡਲ ਉਹਦੇ ਵਿੱਚ ਹੀ ਹੈ। ਆ ਸਾਰੀ ਰਚਨਾ ਉਹਦੇ ਵਿੱਚ ਹੀ ਹੈ। ਇੰਨੀ ਕੁ ਥੋੜੀ ਜਗ੍ਹਾ 'ਚ ਹੈ, ਜਿਵੇਂ ਕਿਸੇ ਦੇ ਅੰਦਰ ਛੋਟਾ ਜਿਹਾ ਜੋ ਗੱਠ ਹੋ ਜਾਏ ਨਾ, ਕਿਸੇ ਦੇ ਅੰਦਰ ਸਰੀਰ ਦੇ, ਹਾਥੀ ਦੇ ਸਰੀਰ ਦੇ ਜਰਾ ਬਸ ਆ ਜੀ ਗੱਠ ਅੰਦਰੇ ਸਰੀਰ ਦੇ ਹੋ ਜਾਵੇ, ਦਿਖੇ ਨਾ, ਇੰਨੀ ਕੁ ਗੱਠ 'ਚ ਸਾਰੀ ਸ੍ਰਿਸ਼ਟੀ ਹੈ, ਅੰਦਰੇ ਆ ਉਹਦੇ। ਰਸੌਲੀ ਹੋਈ ਹੈ, ਜਿਵੇਂ ਰਸੌਲੀ ਹੋ ਜਾ ਛੋਟੀ ਜਿਹੀ, ਉਹਦਾ ਇਲਾਜ ਹੋ ਰਿਹਾ ਰਸੌਲੀ ਦਾ, ਹੋਰ ਨਹੀਂ ਕੁਛ। ਰਸ ਨੇ ਰਸੌਲੀ 'ਚ ਹੁੰਦੇ, ਰਸੌਲੀ 'ਚ ਰਸੇ ਹੁੰਦੇ ਨੇ। ਇਹਨੂੰ ਤਾਂ ਕਿਹਾ ਬਿਸ਼ਟਾ ਕਾ ਕੀੜਾ, ਬਿਸ਼ਟਾ ਜਿਹੜੇ ਰਸੌਲੀ 'ਚ ਨੇ ਬਿਸ਼ਟਾ ਕੇ ਕੀੜੇ ਨੇ ਸਾਰੇ। ਜੇ ਰਸੌਲੀ 'ਚ ਕੀੜੇ ਪੈਦਾ ਹੋ ਜਾਣ, ਹੋ ਸਕਦੇ ਨੇ ਜੀ ਪੈਦਾ, ਹੁੰਦੇ ਉਹ ਕੀ ਹੋਣਗੇ ਫਿਰ?
ਵਿਸ਼ਟਾ ਦੇ ਕੀੜੇ। ਵਿਸ਼ਟਾ ਦੇ ਕੀੜੇ ਇਹ ਜਿੰਨੇ ਵੀ ਰਚਨਾ ਦੇ ਵਿੱਚ ਨੇ ਇਹਨਾਂ ਵਿਸ਼ਟਾ ਕੇ ਕੀੜੇ ਨੇ ਰਸੌਲੀ ਦੇ ਵਿੱਚ ਨੇ। ਉਹ ਉੱਥੇ ਕੀ ਹੈ? ਉੱਥੇ ਵਿਗੜਿਆ ਹੋਇਆ ਖੂਨ, ਸ਼ੁੱਧ ਖੂਨ ਨਹੀਂ ਹੁੰਦਾ ਉਹਦੇ 'ਚ, ਵਿਗੜਿਆ ਹੋਇਆ ਸਭ ਕੁਝ, ਸਾਰੇ ਸਰੀਰ ਦਾ ਗੰਦ ਹੁੰਦਾ ਉੱਥੇ। ਨਾ ਨਾਮੰ ਨਾ ਠਾਮੰ, ਨਾ ਰਾਮੰ ਨਾ ਠਾਮੰ, ਨੋ ਨਹੀਂ ਤੇਰਾ, ਕੋਈ ਠਿਕਾਣਾ ਨਹੀਂ ਤੇਰਾ। ਜਿਵੇਂ ਇਹਨਾਂ ਨੇ ਨਾਪਿਆ ਹੋਇਆ ਨਾ ਵੀ ਇੰਨੀ ਦੂਰ ਹੈ, ਬ੍ਰਹਮ ਕੁਮਾਰ ਵੀ ਕਹਿੰਦੇ ਨੇ ਫਲਾਣੇ ਥਾਂ ਦੱਸਦੇ ਨੇ, ਕਿਲੋਮੀਟਰ ਤਾਂ ਨਹੀਂ ਦੱਸਦੇ, ਐਂ ਕਹਿੰਦਾ ਇੱਥੇ ਕਾ ਉਹ ਦਿਖਾਉਂਦੇ ਨੇ। ਜੇ ਪੁੱਛੇ ਵੀ ਦੂਰ ਕਿੰਨੀ ਆ, ਫਿਰ ਕਹਿੰਦੇ, ਫਿਰ ਚੁੱਪ ਕਰ ਜਾਂਦੇ ਨੇ। ਫਾਸਲਾ ਦੱਸੋ ਕਿਲੋਮੀਟਰ ਕਿੰਨੇ, ਉਹਨਾਂ ਨੂੰ ਪਤਾ ਜੇ ਦੱਸਤਾ ਹੋਵੇਗਾ ਨਾਪਿਆ ਕਿਵੇਂ। ਫਿਰ ਸਵਾਲ ਹੋਰ ਖੜੇ ਹੁੰਦੇ ਨੇ, ਕਿਹਨੇ ਨਾਪਿਆ, ਕਾਹਦੇ ਨਾਲ ਨਾਪਿਆ, ਕੌਣ ਗਿਆ ਸੀ, ਆਇਆ ਕੌਣ, ਫਿਰ ਕਿਵੇਂ ਆਇਆ, ਕਿੰਨਾ ਚਿਰ 'ਚ ਪਹੁੰਚਿਆ ਸੀ। ਸਵਾਲ ਨੇ ਨਾ, ਉੱਤੇ ਰਗੜ ਜਾਂਦੇ ਨੇ। ਉਹ ਰਗੜ ਕਿੱਥੇ ਜਿਹੜਾ ਲੈ ਕੇ ਗਏ ਸੀ, ਕੀ ਜਵਾਬ ਦੇਣ, ਚੁੱਪ ਕਰ ਜਾਂਦੇ। ਝੂਠੇ ਦਾ ਕੀ ਹੁੰਦਾ, ਚੁੱਪ ਕਰ ਜਾਂਦੇ ਨੇ ਫਿਰ। ਹਾਂਜੀ, ਮਹਾਜੋਤੀ ਜਾਗੰ, ਮਹਾਜੋਤੀ ਜਾਗੰ ਔਰ ਹਰ ਵਕਤ ਜਾਗਤ ਜੋਤ ਹੈ। ਸਤਿਗੁਰ ਜਾਗਦਾ ਰਹਿਣਾ, ਸੌਂਦਾ ਨਹੀਂ। ਇਹਦਾ ਸੌਣਾ ਜਿਹੜਾ ਹੈਗਾ ਨਾ, ਚੇਤਨ ਦਾ ਸੌਣਾ ਜਿਹੜਾ ਹੈਗਾ, ਸ੍ਰਿਸ਼ਟੀ 'ਚੋਂ ਗੈਰ ਹਾਜ਼ਰੀ ਹੈ, ਉਹਨੂੰ ਅਸੀਂ ਮਰਨਾ ਕਹਿ ਦਿੰਦੇ। ਸਜੀਵਨ ਹੈ ਜਿਹੜਾ ਸੌਂਦਾ ਨਹੀਂ ਹੁੰਦਾ, ਬਸ। ਮਹਾਜੋਤ ਜਾਗਮ, ਫਿਰ ਤਾਂ ਸ੍ਰਿਸ਼ਟੀ ਨਹੀਂ ਰਹੂ ਜੇ ਤੂੰ ਸੌਂ ਗਿਆ। ਸ੍ਰਿਸ਼ਟੀ ਨੂੰ ਕੌਣ ਸਾਂਭੂਗਾ? ਜੇ ਡਰਾਈਵਰ ਸੌਂ ਜਾਏ, ਸਵਾਰੀਆਂ ਨੂੰ ਖਤਰਾ ਹੀ ਹੈ। ਬਸ ਫਿਰ ਕੀ ਹੈ? ਹਵਾਈ ਜਹਾਜ਼ ਉੱਤੇ ਚੱਲਦਾ, ਡਰਾਈਵਰ ਜਾਵੇ ਸੌਂ, ਤੇਲ ਕਦ ਮੁੱਕ ਜਾਣਾ ਉਹਨੂੰ ਕੀ ਪਤਾ ਲੱਗਣਾ। ਆਕਾਸ਼ ਤਾਂ ਬਥੇਰਾ ਬੜਾ, ਜਿੱਥੇ ਮਰਜੀ ਫਿਰੀ ਜਾਵੇ, ਜਾਂ 7 ਗੇੜੇ ਕੱਢ ਦੇ ਜ਼ਮੀਨ ਦੇ। ਤੇਲ ਕਿੰਨਾ ਕੁ ਚਿਰ ਰਹੂ ਟੰਕੀ 'ਚ, ਥੱਲੇ ਡਿੱਪੂਗਾ ਸਭ ਕੁਝ। ਹਾਂਜੀ, ਨਾ ਦਵੈਖੰ ਨਾ ਭੇਖੰ, ਨਿਰੰਕਾਰ ਨਿਤਯੰ। ਦਵੈਖ ਨਹੀਂ ਹੈ ਤੇਰੇ 'ਚ, ਦਰੈਤ ਨਹੀਂ ਕਰਦਾ ਕਿਸੇ ਨੂੰ, ਨਾ ਕੋਈ ਭੇਖ ਹੈ ਤੇਰਾ। ਉਹ ਭੇਖ ਹੋਵੇ, ਦੇਖੋ ਨਾ, ਆਦਮੀ ਨੂੰ ਚੰਗਾ ਸਮਝਦਾ, ਜਾਨਵਰਾਂ ਨੂੰ। ਜੇ ਆਦਮੀ ਹੈ ਤਾਂ ਹੀ ਆਦਮੀ ਨੂੰ ਚੰਗਾ ਸਮਝਦਾ ਨਾ। ਉਹਦਾ ਇਹ ਜਿਹਾ ਭੇਖ ਹੈ ਹੀ ਨਹੀਂ। ਫਿਰ ਭੇਖ ਦੇ ਵਿੱਚ ਇਹ ਜੀ ਹਿੰਦੁਸਤਾਨੀ ਹੈ, ਇਹ ਜੀ ਪੰਜਾਬੀ ਹੈ, ਇਹਦੀ ਚਮੜੀ ਕਹੇ ਜੀ ਹੈ, ਫਿਰ ਇਹ ਜਿਹੀਆਂ ਗੱਲਾਂ ਨੇ। ਦੇਸ਼ ਕਿਹੜਾ, ਫਿਰ ਦੇਸ਼ ਦੇ ਵਿੱਚ ਸੂਬਾ ਕਿਹੜਾ, ਸੂਬੇ 'ਚ ਫਿਰ ਜ਼ਿਲ੍ਹਾ ਕਿਹੜਾ, ਜ਼ਿਲ੍ਹੇ 'ਚ ਫਿਰ ਤਹਿਸੀਲ ਕਿਹੜੀ ਹੈ, ਤਹਿਸੀਲ 'ਚ ਫਿਰ ਸ਼ਹਿਰ ਕਿਹੜਾ, ਪਿੰਡ ਕਿਹੜਾ, ਫਿਰ ਮੁਹੱਲਾ ਕਿਹੜਾ, ਫਿਰ ਕਹਾਂ ਸਾਡਾ ਉਹਦੇ 'ਚ ਉਹ ਖਾਨਦਾਨ ਕੀ ਹੈ। ਹੌਲੀ ਹੌਲੀ ਆਉਂਦਾ ਘਰ ਤੱਕ ਪਹੁੰਚ ਜਾਂਦਾ। ਪ੍ਰਕਾਰ ਟੈਟ ਕਰਦਾ ਦਾਇਰਾ ਆਪਣੇ ਤੇ ਆ ਟਿਕਦੀ ਹੈ ਸੂਈ। ਇਹ ਜਾ ਉਹਦੇ ਕੋਲ ਕੁਛ ਨਹੀਂ ਹੈ। ਦਵੈਖੰ ਨਾ ਭੇਖੰ, ਨਿਰੰਕਾਰ ਨਿਤਯੰ। ਨਿਰੰਕਾਰ ਨਿਤਯੰ, ਹਮੇਸ਼ਾ ਨਿਰਾਕਾਰ ਰਹਿੰਦਾ। ਉਹ ਨਿਰਾਕਾਰ ਰਹਿੰਦਾ। ਇਹ ਜਿਹੜਾ ਨਿਰਾਕਾਰਤਾ ਜੀਵ ਵੀ ਹੈ, ਇਹਨੂੰ ਦੁਬਾਰਾ ਸਰੀਰ ਧਾਰਨ ਕਰਨਾ ਪੈਂਦਾ, ਕਿਉਂਕਿ ਸਾਬਤ ਨਹੀਂ ਹੈ। ਇਹ ਮਾਇਆ ਦੇ ਆਸਰੇ ਇਹ ਅੱਧਾ ਸੌਂ ਜਾਂਦਾ, ਅੱਧਾ ਜਾਗਦਾ ਰਹਿੰਦਾ। ਜਿਹੜਾ ਪਾਸਾ ਸੌ ਜਾਂਦਾ, ਜਿੰਨਾ ਚਿਰ ਉਹ ਜਾਗਦਾ ਨਹੀਂ ਹੈਗਾ, ਉਹਦੇ ਵਰਗਾ ਨਿਤਿੰਗ ਉਹਦੇ ਵਾਲੇ ਗੁਣ ਨਹੀਂ ਹੋ ਜਾਂਦੇ ਨਾ। ਨਿਰੰਕਾਰ ਨਿਤਯੰ ਨਹੀਂ ਹੋ ਜਾਂਦਾ, ਅਦਵੈਖੰਗ ਨਹੀਂ ਹੋ ਜਾਂਦਾ, ਭੇਖੰਗ ਨਹੀਂ ਹੋ ਜਾਂਦਾ। ਉਹਨਾਂ ਚਾਰੇ ਜੰਮਣ ਮਨ 'ਚ ਰਹਿੰਦਾ। ਇਹ ਸਾਰੇ ਉੱਤਲੇ ਗੁਣ ਇਹਦੇ 'ਚ ਆਉਣੇ ਨੇ, ਤਾਂ ਇਹਦਾ ਛੁਟਕਾਰਾ ਹੋਣਾ। ਮਹਾਜੋਗ ਜੋਗੰ, ਫਿਰ ਇਹਨੇ ਖਜ਼ਾਨੇ 'ਚ ਪੈਣੇ ਜਾ ਕੇ। ਜੈਸਾ ਤੂੰ ਤੈਸਾ ਤੂੰ ਹੀ, ਜੈਸਾ ਉਹ ਹੈ ਉਹ ਜਿਹਾ ਹੀ ਹੋਣਾ ਪੈਣਾ ਇਹਨੂੰ। ਫਿਰ ਜੋਗ ਹੈ, ਉਹਨੂੰ ਕਹਿੰਦੇ ਜੋਗ, ਜੁੜ ਗਿਆ, ਇੱਕ ਹੋ ਗਿਆ, ਫਿਰ ਇੱਕ ਹੋਊਗਾ। ਮਹਾਜੋਗ ਜੋਗੰ ਸੁਪਰਮ ਪਵਿੱਤੰ। ਮਹਾਜੋਗ ਮਹਾਜੋਗ ਹੈ ਉਹਦਾ, ਪਰਮ ਪਵਿੱਤੰ, ਪਰਮ ਪਵਿੱਤਰ, ਸਭ ਨਾਲ ਜੁੜਿਆ ਹੋਇਆ, ਸਾਰਿਆਂ ਦਾ ਧਿਆਨ ਰੱਖਦਾ। ਜੁੜਿਆ ਹੋਇਆ ਮਤਲਬ ਧਿਆਨ ਹੈ ਸਾਰਿਆਂ ਦਾ, ਸਾਰਿਆਂ ਦੀ ਚਿੰਤਾ ਉਹਨੂੰ।
ਇਹ ਨਹੀਂ ਹੈਗਾ ਵੀ ਇੱਧਰ ਦਾ ਦੋਗੜੇ ਮਾਰ ਗਿਆ ਨਾਲ ਵਾਲਾ ਬਾਲਟੀ 'ਚ, ਉਹ ਪਰਲੇ ਪਾਸੇ ਵਾਲੇ ਰੌਲਾ ਹੀ ਪਾਉਂਦੇ ਨੇ। ਐ ਨਹੀਂ ਕਰਦਾ, ਉਹ ਸਭ ਦਾ ਧਿਆਨ ਉਹਨੂੰ ਜਿੱਦਾਂ ਲੋੜ ਹੈ ਜਦ ਹੀ। ਸਿਸਟਮ ਐਸਾ ਬਣਾ ਕੇ ਰੱਖਿਆ ਹੈ। ਹਾਂਜੀ, ਅਜੇਯੰ ਅਭੇਯੰ ਅਨਾਮੇ ਅਠਾਮੇ। ਅਜੇਯੰ ਤੈਨੂੰ ਕੋਈ ਜਿੱਤ ਨਹੀਂ ਸਕਦਾ। ਐ ਨਹੀਂ ਹੈਗਾ ਵੀ ਅੱਜ ਤੂੰ ਰਾਜਾ ਕੱਲ ਨੂੰ ਕੋਈ ਹੋਰ ਹੋ ਜਾਊਗਾ। ਸ਼ਰੀਕ ਹੈ ਨਹੀਂ ਹੈ ਤੇਰਾ, ਜਿੱਤੂ ਤਾਂ ਨਾ ਜੇ ਕੋਈ ਸ਼ਰੀਕ ਹੋਊ। ਜਿਹੜੇ ਤੇਰੇ ਵਰਗੇ ਨੇ ਉਹ ਤੁਸੀਂ ਸਾਰੇ ਇੱਕੋ, ਤੁਹਾਡੇ ਹੈ ਇੱਕ ਪ੍ਰੇਮ ਹੈ, ਕੋਈ ਔਗਣ ਨਹੀਂ, ਕੋਈ ਮੈਂ ਨਹੀਂ, ਕੋਈ ਵਰਣਨਾ ਨਹੀਂ, ਕੋਈ ਇੱਛਾ ਹੀ ਨਹੀਂ। ਹਾਂਜੀ, ਆਪਣੇ ਵਾਸਤੇ ਕੋਈ ਇੱਛਾ ਨਹੀਂ ਹੈ। ਹਾਂਜੀ, ਮਹਾਯੋਗ ਜੋਗੰ ਮਹਾਕਾਮ ਕਾਮੰ। ਮਹਾਯੋਗ ਜੋਗੰ, ਮਹਾਯੋਗ ਹੈ ਤੇਰਾ ਸਭ ਨਾਲ। ਦੇਖੋ ਨਾ, ਸਾਰਾ ਆਦਮੀਆਂ ਨਾਲੇ ਨਹੀਂ ਜੁੜਿਆ ਹੋਇਆ। ਅੱਜ ਜਿੰਨੇ ਪਲੈਨਟ ਨੇ ਸਾਰੇ ਇਹਨਾਂ ਨਾਲ ਵੀ ਜੁੜਿਆ ਹੈ। ਕੋਈ ਆਪਣਾ ਰਾਹ ਨਾ ਬਦਲ ਲੈ, ਛੱਡ ਦੇਵੇ, ਕੋਈ ਟਕਰਾ ਨਾ ਜਾਵੇ ਦੂਏ 'ਚ। ਸਾਰਾ ਸਿਸਟਮ ਨਾਲ ਜੁੜਿਆ ਹੋਇਆ। ਮਹਾਯੋਗ ਜੋਗੰ ਮਹਾਕਾਮ ਕਾਮੰ। ਤੇਰੀ ਕਾਮਨਾ ਕਿੰਨੀ ਹੈ? ਐਡੀ ਬੜੀ ਸ੍ਰਿਸ਼ਟੀ ਹੈ, ਸਭ ਵੀ ਐਵੇਂ ਸਭ ਹੋ ਜੂ। ਜ਼ਿੰਮੇਵਾਰੀ ਹੈ ਇਹ। ਕਾਮਨਾ ਜ਼ਿੰਮੇਵਾਰੀ ਹੈ ਤਾਂ ਕਾਮਨਾ ਹੋਊਗੀ। ਸ੍ਰਿਸ਼ਟੀ ਰਚੀ ਹੈ, ਐਡਾ ਬੜਾ ਜਿਹੜਾ ਚੱਲਦਾ ਹੈ, ਉਹਦੀ ਕਾਮਨਾ ਤੇਰੇ ਅੰਦਰ ਚਲਦੀ ਰਹੇ। ਚਲਦੀ ਤਾਂ ਰਹੂ ਜੇ ਤੇਰੇ ਅੰਦਰ ਕਾਮਨਾ ਚਲਦੀ ਰਹਿਣ ਦੀ। ਜੇ ਤੇਰੀ ਕਾਮਨਾ ਖਤਮ ਹੋਈ, ਨਾ ਚਲਦੀ ਰਹੇ, ਤਾਂ ਸਾਰਾ ਖਤਮ ਹੋ ਜਾਊਗਾ। ਜਿੰਨਾ ਤੇਰੀ ਚਲਾਉਣ ਦੀ ਇੱਛਾ ਹੈ ਤੇਰੇ ਅੰਦਰ, ਇਹ ਚੱਲੂਗਾ ਸਿਸਟਮ। ਜਾਂ ਤੇਰੀ ਇੱਛਾ ਨਾ ਰਹੀ, ਖਤਮ ਹੋ ਜੂ। ਇਹ ਸੈਂਸ ਚ ਕੰਮ। ਹਾਂ, ਅਲੇਖੰ ਅਭੇਖੰ ਅਨੀਲੰ ਅਨਾਦੰ। ਅਲੇਖਮ, ਇਹ ਸਾਰੀ ਜਿਹੜੀ ਗੱਲ ਹੈ ਨਾ, ਲਿਖ ਰਹੇ ਹਾਂ, ਬੋਲ ਰਹੇ ਹਾਂ, ਲੇਖੇ ਤੋਂ ਵੈਸੇ ਗੱਲ ਹੈ ਪਰੇ, ਐਵੇਂ ਦੱਸ ਰਹੇ ਹਾਂ। ਇਹ ਲੇਖੇ ਰੁਕੇ ਵਾਲੀ ਕੋਈ ਗੱਲ ਨਹੀਂ ਹੈਗੀ। ਕਿਹੜੀ ਕਿਹੜੀ ਗੱਲ ਦੱਸੀ ਜਾਈਏ? ਲੇਖੇ ਤੋਂ ਪਰੇ ਹੀ ਆ ਗੱਲ। ਅਖਰ ਇਹ ਲਿਖਤ ਤੋਂ ਪਰੇ ਆ ਗੱਲ। ਇਹ ਅਨੀਲੰ ਅਨਾਦੰ। ਅਪੇਖੰ, ਭੇਖ ਵੀ ਤੇਰਾ ਲੇਖ ਤੋਂ ਪਰੇ ਹੀ ਹੈ। ਕੀ ਦਸੀਏ ਤੇਰੇ ਬਾਰੇ? ਅਪੇਖੰ ਕਹਿਤਾ, ਕਿਹਾ ਜਾ ਭੇਖੰ, ਕੋਈ ਬਸ ਗਾਂ ਖਤਮ। ਕਿਹਾ ਜਾ ਭੇਖੰ, ਕੋਈ ਜਵਾਬ ਨਹੀਂ ਹੈ। ਕਲਮ ਖੜ ਗਈ ਉੱਥੇ। ਅਨੀਲੰ ਅਨਾਦੰ। ਅਨੀਲੰ ਅਨਾਦੰ। ਅਨੀਲ ਹੈ ਗਿਣਤੀ ਮਿਣਤੀ ਦੇ ਪਰੇ। ਨੀਲ ਗਿਣਤੀ ਦੇ ਵਿੱਚ ਆਉਂਦਾ ਲਫ਼ਜ਼। ਅਨੀਲ ਗਿਣਤੀ ਨਹੀਂ ਹੈ, ਗਿਣਤੀ ਤੇ ਪਰੇ। ਅਨਾਦੰ। ਅਨਾਦੰ ਮਤਲਬ ਹੈ ਤੇਰੇ ਤੇ ਕੋਈ ਨਾਦ, ਕੋਈ ਜਿਹੜਾ ਹੈ ਨਾ ਨਾਦੰ, ਨਾ ਤੇਰੇ ਅੰਦਰ ਕੋਈ ਨਾਦ ਨਹੀਂ ਪ੍ਰਗਟ ਹੁੰਦਾ। ਸਾਡੇ ਅੰਦਰ ਨਾਦ ਹੈ, ਸਾਨੂੰ ਚਾਹੀਦਾ ਨਾ ਨਾਦ। ਤਾਂ ਤੇਰੇ ਅੰਦਰ ਨਹੀਂ ਕਿਤੋਂ ਕੋਈ ਹੁਕਮ ਆ ਰਿਹਾ ਵੀ ਤੂੰ ਨਾਦ ਤੋਂ ਹੀ ਕੋਈ ਲੈ ਰਿਹਾ ਕਿਤੋਂ ਅਕਲ। ਸਾਡੇ ਅੰਦਰ ਜਿਹੜਾ ਨਾਦ ਹੈ, ਮੈਸੇਜ, ਸਾਨੂੰ ਦਾ ਮੈਸੇਜ ਆ ਰਿਹਾ ਤੇਰਾ। ਤੇਰੇ ਅੰਦਰ ਕਿਤੋਂ ਹੋਰ ਮੈਸੇਜ ਨਹੀਂ ਆ ਰਿਹਾ। ਅਨਾਦੰ। ਅਨਾਦੰ ਜਿਹੜਾ ਸਾਨੂੰ ਮੈਸੇਜ ਆ ਰਿਹਾ ਨਾ ਅੰਦਰ, ਪ੍ਰੇਰਨਾ ਦਾ, ਜਿਹਦੇ ਨਾਲ ਸਾਡੇ ਅੰਦਰ ਕਲਪਨਾ ਜਾਗਦੀ ਹੈ, ਸਾਡੇ ਅੰਦਰ ਇੱਛਾ ਜਾਗਦੀ ਹੈ, ਉਹਦੇ ਅੰਦਰ ਨਹੀਂ ਆ ਰਿਹਾ ਮੈਸੇਜ। ਉਹਦੇ ਅੰਦਰ ਨਹੀਂ, ਕਿਤੋਂ ਹੋਰ ਨਹੀਂ ਆ ਰਿਹਾ, ਆਪਣਾ ਹੀ ਉਹਦੇ ਅੰਦਰ। ਜਿਵੇਂ ਸਾਡਾ ਜਿਹੜਾ ਆਪਣਾ ਬਾਣਾ ਨਾ, ਦੇਖੋ ਜਿਹੜਾ ਆਪਣਾ ਬਾਣਾ ਸਾਡਾ ਆਪਣਾ ਹੁੰਦਾ, ਜਿਹੜਾ ਗੁਰ ਕਾ ਬਾਣਾ ਉਹਦੇ ਜਿਹੜੇ ਕੰਮ ਕਰਦੇ ਹਾਂ ਅਸੀਂ, ਕਾਮਯਾਬ ਉਹੀ ਹੁੰਦੇ ਨੇ। ਜਿਹੜੇ ਸਾਡੇ ਕੰਮ ਕਾਮਯਾਬ ਹੁੰਦੇ ਗੁਰ ਕੇ ਬਾਣੇ ਵਾਲੇ ਨੇ। ਜਿਹੜੇ ਆਪਣੇ ਬਾਣੇ ਵਾਲੇ ਕੰਮ ਨੇ, ਉਹ ਅਸੀਂ ਪੈਦਾ ਕੀਤੀ ਹੈ ਸੋਚ ਸਾਡੀ ਆਪਣੀ, ਉਹ ਫੇਲ ਹੋ ਜਾਂਦੀ ਐ। ਉਹਦੀ ਸੋਚ ਸਾਰੀ ਆਪਣੀ ਹੈ, ਉਹਦੀ ਸਾਰੀ ਸੋਚ ਆਪਣੀ ਹੈ, ਉਹਦੀ ਸਾਰੀ ਆਪਣੀ ਸੋਚ ਕਾਮਯਾਬ ਹੈ, ਸਾਡੀ ਸਾਰੀ ਆਪਣੀ ਸੋਚ ਫੇਲ ਹੈ। ਸਾਡੇ ਵਾਸਤੇ ਉਹਦੇ ਵਾਲੀ ਸੋਚ ਗੁਰ ਕਾ ਬਾਣਾ, ਸਾਡਾ ਆਪਣਾ ਨਹੀਂ ਨਾ ਬਾਣਾ ਹੈ। ਉਹਦੇ ਵਾਲੀ ਸੋਚ ਸਾਡੇ ਵਾਸਤੇ ਗੁਰ ਕਾ ਬਾਣਾ, ਉਹਦੇ ਵਾਸਤੇ ਕਾਮਨਾ ਆਈ ਹੈ। ਤਾਂ ਹੀ ਕਾਮਨਾ ਆਇਆ ਲਫ਼ਜ਼, ਕਿਉਂਕਿ ਸੋਚ ਉਹਦੀ ਹੈ, ਉਹਦੀ ਉਹ ਕਾਮਨਾ, ਉਹਦੀ ਉਹ ਇੱਛਾ ਹੈ। ਜੋ ਤਿਸ ਭਾਵੇਂ ਨਾਨਕਾ ਸੋਈ ਗੱਲ ਚੰਗੀ। ਉਹਨੂੰ ਜੋ ਭਾਉਂਦਾ, ਜੋ ਉਹਦੀ ਇੱਛਾ।
ਜੋ ਇੱਛਾ ਦਾ ਭਾਉਣਾ ਇੱਕੋ ਹੀ ਗੱਲ ਹੈ ਨਾ। ਉਹਦੀ ਕਾਮਨਾ ਜਿਹੜੀ ਆ ਆਪਣੇ ਵਾਸਤੇ, ਸਾਡੀ ਕਾਮਨਾ ਸਵਾਰਥ ਹੈ, ਉਹਦੀ ਕਾਮਨਾ 'ਚ ਪਰਮਾਰਥ ਹੈ, ਫਰਕ ਹੈ ਨਾ। ਸਾਡੀ ਕਾਮਨਾ ਸਵਾਰਥ ਹੈ, ਉਹਦੀ ਕਾਮਨਾ 'ਚ ਪਰਮਾਰਥ ਹੈ। ਉਹਨੇ ਦੇਣਾ ਹੀ ਦੇਣਾ, ਅਸੀਂ ਲੈਣਾ ਹੀ ਲੈਣਾ। ਸਾਡੀ ਕਾਮਨਾ ਐ ਹੈ, ਉਹਦੀ ਕਾਮਨਾ ਐ ਹੈ, ਵੰਡੋ। ਉਹ ਤਾਂ ਬਖੇਰ ਰਿਹਾ ਸਭ ਕੁਝ ਬਾਹਰ ਨੂੰ, ਜਿਵੇਂ ਆਪਾਂ ਛਿੱਟਾ ਦਿੰਦੇ ਉਹਨਾਂ ਕਿਸੇ ਚੀਜ਼ ਦਾ। ਦੋਵਾਂ 'ਚ ਫਰਕ ਹੈ ਨਾ ਗੱਲ ਦਾ। ਸਾਡਾ ਹੱਥ ਪੁੱਠਾ ਚੱਲਦਾ ਉਹਦੇ ਨੂੰ, ਉਹ ਦੇ ਰਿਹਾ, ਅਸੀਂ ਆਪਣੇ ਖਿੱਚ ਰਹੇ ਹਾਂ ਆਪਣੇ ਵੱਲ ਨੂੰ। ਉਹਦੀ ਕਾਮਨਾ ਦੇਣ ਦੀ ਹੋਈ ਹੈ, ਤਾਂ ਹੀ ਉਹਦਾ ਨਾਮ ਦੇਵ ਹੈ। ਜਿਹਦੇ ਅੰਦਰ ਇੱਛਾ ਹੀ ਦੇਣ ਦੀ ਪੈਦਾ ਹੁੰਦੀ ਹੈ, ਲੈਣ ਦੀ ਲੋੜ ਹੀ ਨਹੀਂ ਉਹਨੂੰ। ਲੈਣ ਦੀ ਤਾਂ ਹੋਵੇ ਜੇ ਲੋੜ ਹੋਵੇ ਕਿਸੇ ਚੀਜ਼ ਦੀ। ਜਦ ਦੇ ਨਹੀਂ ਹੈ, ਗੇ ਨਹੀਂ ਹੈ, ਨੇ ਨਹੀਂ ਹੈ, ਤੇ ਉੱਥੇ ਕਾਮਨਾ ਕਾਹਦੀ ਹੋਣੀ? ਦੇਣ ਦੀ ਹੋਣੀ ਹੈ। ਜੋ ਲੈਵਾ ਸੋ ਦੇਵਾ ਨਾ। ਹਾਂ, ਪ੍ਰੇਮ ਪਵਿੱਤਰੰ ਸਦਾ ਨਿਰਵਿਖਾਦੰ। ਪ੍ਰੇਮ ਪਵਿੱਤਰ, ਉਹ ਅਸਲ 'ਚ ਉਹਦੀ ਪ੍ਰੇਰਣਾ ਵੀ ਜਿਹੜੀ ਹੈਗੀ ਨਾ, ਪ੍ਰੇਰਣਾ ਵੀ ਕਹਿ ਸਕਦੇ ਹਾਂ ਅਸੀਂ ਇਹਨੂੰ। ਪ੍ਰੇਮ ਪਵਿੱਤਰੰ, ਪਵਿੱਤਰ ਪ੍ਰੇਰਣਾ ਉਹਦੀ ਹਰ ਵਕਤ। ਪ੍ਰੇਰਣਾ ਵੀ ਸਾਨੂੰ ਪਵਿੱਤਰ ਦਿੰਦਾ, ਸਾਡੇ ਫਾਇਦੇ ਦੀ ਜਿਹੜਾ ਅਸੀਂ ਕੰਮ ਕਰਨਾ ਹੈ ਨਾ, ਡਿਵੈਲਪਮੈਂਟ, ਅਸੀਂ ਉਹਦੇ ਵਰਗੇ ਹੋਣ ਆਏ ਹੋਏ ਹਾਂ। ਪ੍ਰੇਰਣਾ ਇਹੋ ਜਿਹੀ ਦੇ ਰਿਹਾ ਸਾਨੂੰ। ਉਹ ਜਿਹੜੀ ਪ੍ਰੇਰਣਾ ਦੇ ਰਿਹਾ ਨਾ, ਆਪਣੇ ਵਰਗਾ ਬਣਾਉਣ ਦੀ ਪ੍ਰੇਰਣਾ ਦੇ ਰਿਹਾ। ਮੇਰੇ ਵਰਗਾ ਹੀ ਬਣ ਜਾਓ। ਪ੍ਰੇਮ ਪਵਿੱਤਰੰ, ਪਵਿੱਤਰ ਪ੍ਰੇਰਣਾ ਦੇ ਰਿਹਾ। ਉਹ ਸਦਾ ਨਿਰਵਿਖਾਦੰ। ਬੁਖਾਰ ਨਹੀਂ ਹੈ ਉਹਦੇ 'ਚ ਬਿਲਕੁਲ। ਜਿਹਦੇ ਵਿੱਚ ਬੁਖਾਰ ਨਹੀਂ ਉਹ ਸਿੱਖ ਹੈ, ਜਿਹਦੇ 'ਚ ਬੁਖਾਰ ਨਹੀਂ ਉਹ ਸਿੱਖਿਆ ਨਹੀਂ ਲੈ ਰਿਹਾ। ਇਹਦਾ ਮਤਲਬ ਹੈ ਬੁਖਾਰ ਜਿਹੜੀ ਹੈ ਸਿੱਖਿਆ ਬੁਖਾਰ ਨੂੰ। ਦੇਖੋ ਨਾ, ਜੇ ਉਹ ਨਿਰਵਿਖਾ ਦੇਗਾ ਤਾਂ ਸਿੱਖ ਨੇ ਨਿਰਵਿਖਾ ਦੇਗੇ। ਹੁਣ ਸਿੱਖਿਆ ਮਤਲਬ ਦੇਖੋ ਨਾ, ਉਹ ਜਿਹਾ ਤਾਂ ਹੀ ਹੋਊ। ਸਿੱਖਿਆ ਇਹ ਕਹਿੰਦੀ ਹੈ ਸਾਨੂੰ ਵੀ ਨਿਰਵਿਖਾ ਦੇ ਹੋਣਾ। ਜਿਹੜੇ ਵਿਖਾ ਦੇਣਾ ਰੋਜ਼ ਦੇ ਝਗੜੇ ਖੜੇ ਕਰਨੇ, ਰੋਜ਼ ਦੇ ਨਵੇਂ ਤੇ ਨਵੇਂ ਸਟੰਟ, ਸ਼ਰਾਰਤੀ ਬੁੱਧੀ ਨਾਲ ਇਹ ਨਹੀਂ ਕਰਨੇ ਆ। ਇਹਨਾਂ ਦਾ ਹੱਲ ਤਾਂ ਕਰਨਾ, ਝਗੜਿਆਂ ਦਾ ਨਿਪਟਾਰਾ ਕਰਨਾ, ਨਾ ਕਿ ਝਗੜੇ ਨਵੇਂ ਖੜੇ ਕਰਨੇ। ਜਿਹੜੇ ਨਵੇਂ ਝਗੜੇ ਖੜੇ ਕਰਦੇ ਨੇ, ਉਹ ਸਾਰੇ ਬੰਦੇ ਸ਼ੈਤਾਨ ਦੇ ਅਵਤਾਰ ਨੇ। ਸ਼ੈਤਾਨ ਦੇ, ਉਹ ਤਾਂ ਸ਼ੈਤਾਨ ਨੇ ਸਾਰੇ। ਨਾਨਕ ਆਖੇ ਰਾਹ ਇਹ, ਹੋਰ ਗੱਲਾਂ ਸ਼ੈਤਾਨ ਸ਼ੈਤਾਨ ਨੇ ਸਾਰੇ। ਸ਼ੈਤਾਨ ਇਕੱਠੇ ਹੋਏ ਨੇ ਪੰਜ ਚਾਰ। ਕੋਈ ਚਾਲ ਸੋਚ ਲਈ ਵੀ ਐ ਹੋ ਜੂ, ਇੱਥੋਂ ਤੋਂ ਸ਼ੁਰੂ ਕਰ ਲੋ ਗੱਲ। ਹੋਊ ਨਹੀਂ ਹੋਊ ਇਹ ਅਲੱਗ ਗੱਲ ਹੈ, ਇਹ ਤਾਂ ਬਾਅਦ 'ਚ ਪਤਾ ਲੱਗੂ ਨਾ ਕੀ ਹੋਊ। ਅਸੀਂ ਸੋਚ ਲੈਂਦੇ ਹਾਂ ਚਾਲ ਪੁੱਠੀ ਪਊ, ਸਿੱਧੀ ਪਊ, ਕੀ ਹੋਊ ਕੀ ਨਾ, ਉਹਦਾ ਬਾਅਦ ਦੀ ਗੱਲ ਹੈ ਨਾ। ਪਰ ਸ਼ੈਤਾਨ ਸੋਚਦਾ ਰਹਿੰਦਾ, ਇਹੋ ਜਿਹੀਆਂ ਗੱਲਾਂ ਸੋਚਦਾ ਰਹਿੰਦਾ। ਅਲੇਖੰ ਅਭੇਖੰ ਅਨੀਲੰ ਅਨਾਦੰ। ਅਲੇਖੰ ਅਭੇਖੰ, ਅਲੇਖੰ ਹੈ ਅਭੇਖੰ ਹੈ, ਤੂੰ ਅਨੀਲ ਹੈ, ਗਿਣਤੀ ਤੋਂ ਪਰੇ ਹੈ, ਅਨਾਦੰ ਹੈ, ਤੈਨੂੰ ਕਿਤੋਂ ਕੋਈ ਮੈਸੇਜ ਨਹੀਂ ਆ ਰਿਹਾ। ਸੋ ਆਦੰ ਅਨਾਦੰ ਅਨੀਲੰ ਅਨੰਤੰ। ਸੋ ਆਦਮ ਸਭ ਦਾ ਆਦ ਹੈ। ਪਹਿਲਾਂ ਤੂੰ ਹੈ, ਪਿੱਛੋਂ ਸ੍ਰਿਸ਼ਟੀ ਪੈਦਾ ਹੋਈ ਹੈ। ਪਹਿਲਾਂ ਸ਼ਬਦ ਪੈਦਾ ਹੋਇਆ, ਨਾਦ ਪੈਦਾ ਹੋਇਆ, ਬਾਣੀ ਪੈਦਾ ਹੋਈ ਹੈ, ਉਹਦਾ ਹੁਕਮ ਪੈਦਾ ਹੋਇਆ, ਬਾਅਦ 'ਚ ਸ੍ਰਿਸ਼ਟੀ ਪੈਦਾ ਹੋਈ ਹੈ। ਅਨਾਦੰ ਅਨੀਲੰ, ਅਨਾਦੰ ਹੈ, ਤੂੰ ਮੈਸੇਜ ਨਹੀਂ ਕਿਤੋਂ ਆਉਂਦਾ। ਅਨੀਲ ਹੈ, ਗਿਣਤੀ ਮਿਣਤੀ ਤੋਂ ਪਰੇ ਹੈ। ਅਨੰਤੰ, ਅਨੰਤ, ਖਜ਼ਾਨੇ 'ਚ ਕਿੰਨੇ ਮੈਂਬਰ ਨੇ, ਕਿੰਨੇ ਉੱਥੇ ਨਫਰੀ ਹੈ, ਕੋਈ ਪਤਾ ਨਹੀਂ ਹੈ। ਖਜ਼ਾਨੇ 'ਚ ਨਫਰੀ ਕਿੰਨੀ ਹੈ ਉੱਥੇ, ਜਿਵੇਂ ਲਿਖਿਆ ਨਾ ਇੰਨੇ ਕਰੋੜ, ਕੋਈ ਪਤਾ ਨਹੀਂ। ਅਦਵੈਖੰ ਅਭੇਖੰ ਮਹੇਸ਼ੰ ਮਹੰਤੰ। ਐ ਸ੍ਰਿਸ਼ਟੀ 'ਚ ਜਿੰਨੇ ਆਤਮਾ ਨੇ ਉਹਨਾਂ ਦਾ ਨਹੀਂ ਪਤਾ, ਉੱਥੇ ਦਾ ਤਾਂ ਛੱਡੋ ਤੁਸੀਂ। ਜਿਹੜਾ ਜੋ ਸਟਾਕ ਪਿਆ ਹੈ ਆਤਮਾਵਾਂ ਦਾ, ਉਹ ਤਾਂ ਛੱਡੋ। ਜਿਹੜਾ ਬਖੇਰਿਆਂ ਦਾ ਖਾਦ, ਉਹਦਾ ਹੀ ਪਤਾ ਨਹੀਂ ਕਿੰਨੇ ਦਾਣੇ ਬਖੇਰਤੇ। ਜਿਹੜਾ ਬਖੇਰਿਆਂ ਦਾ ਬੀਜ, ਉਹਦਾ ਹੀ ਪਤਾ ਨਹੀਂ ਕਿੰਨਾ ਬਖੇਰਤਾ। ਉਹਦੀ ਗਿਣਤੀ ਕੋਈ ਨਹੀਂ, ਦੂਏ ਦੀ ਤਾਂ ਕੀ ਗਿਣਤੀ ਹੈ ਸਟਾਕ ਦੀ। ਇਹੀ ਗਿਣ ਕੇ ਕੋਈ ਦਿਖਾ ਦੇ ਜੋ ਸਾਹਮਣੇ ਹੈ। ਇਹ ਤਾਂ ਸਾਹਮਣੇ ਹੀ ਆ ਨਾ, ਇਹਨੂੰ ਗਿਣ ਲਓ।
ਰਸੌਲੀ ਜੀ ਕਿੰਨੇ ਕੀੜੇ ਹਾਂ ਅਦਵੈਖੰ ਅਭੇਖੰ ਮਹੇਸ਼ੰ ਮਹੰਤੰ ਹਾਂ ਅਦਵੈਖੰ ਅਭੇਖੰ ਮਹੇਸ਼ੰ ਮਹੰਤੰ ਮਹੇਸ਼ੰ ਮਹੰਤੰ ਮਹੇਸ਼ ਕਹਿੰਦੇ ਨੇ ਮਹਾ ਈਸ਼ ਇੱਕ ਈਸ਼ ਹੁੰਦਾ ਈਸ਼ਰ ਈਸ਼ਰ ਲਫ਼ਜ਼ ਹੈ ਗਾਵੇ ਤੁਹਾਨੂੰ ਈਸ਼ਰ ਬ੍ਰਹਮਾ ਦੇਵੀ ਈਸ਼ਰ ਅਸੀਂ ਕਹਿ ਸਕਦੇ ਹਾਂ ਕਿਸੇ ਸਿਆਣੇ ਬੰਦੇ ਨੂੰ ਈਸ਼ਰ ਕਹਿ ਸਕਦੇ ਹਾਂ ਜਿਹੜਾ ਮਤਲਬ ਹੈ ਤਰੱਕੀ ਕਰਕੇ ਉੱਪਰ ਚਲਾ ਜਾਵੇ ਨੇਕ ਬੰਦਾ ਹੋ ਮਹੇਸ਼ੰ ਮਹੰਤੰ ਮਹੇਸ਼ ਹੈ ਤੂੰ ਉਹਨਾਂ ਈਸ਼ਰਾਂ ਤੇ ਉੱਪਰ ਮਹਾ ਈਸ਼ ਮਹੇਸ਼ ਕਹਿੰਦੇ ਨੇ ਮਹਾ ਈਸ਼ ਮਹੰਤੰ ਮਹੰਤਾਂ ਬਜ਼ੁਰਗ ਦਾ ਮਤਲਬ ਹੈ ਮਹਾ ਆਤਮਾ ਮਹੰਤ ਹੈ ਮਹੰਤ ਨਾ ਰੋਖੰ ਨਾ ਸੋਖੰ ਨਾ ਦਰੋਹੰ ਨਾ ਮੋਹੰ ਨਾ ਰੋਖੰ ਨਾ ਸੋਖੰ ਨਾ ਦਰੋਹੰ ਨਾ ਮੋਹੰ ਤੈਨੂੰ ਰੋਕ ਸੋਖ ਨਹੀਂ ਹੈ ਕੋਈ ਦਰੋਹ ਮੋਹ ਤੇਰੇ ਚ ਹੈ ਨਹੀਂ ਨਾ ਕਾਮੰ ਨਾ ਕ੍ਰੋਧੰ ਅਜੋਨੀ ਅਜੋਹੰ ਨਾ ਕਾਮ ਕ੍ਰੋਧ ਤੋਂ ਰਹਿਤ ਹੈ ਤੂੰ ਅਜੋਨੀ ਹੈ ਅਜੋਹੰ ਤੈਨੂੰ ਕੋਈ ਵੀ ਮਾਇਆ ਦੀ ਲਿਪਤਤਾ ਤੇਰੇ ਵਿੱਚ ਨਹੀਂ ਹੈ ਮਾਇਆ ਦੀ ਲੋੜ ਤੈਨੂੰ ਨਾ ਹੈ ਨਹੀਂ ਹੈ ਮਾਇਆ ਦੀ ਭੁੱਖ ਤੈਨੂੰ ਨਹੀਂ ਹੈ ਦੇਹ ਤੇਰੇ ਕੋਲ ਨਹੀਂ ਹੈ ਸਵਾਰਥ ਤੇਰੇ ਚ ਨਹੀਂ ਹੈ ਅਜੋਨੀ ਹੈ